ਲੱਖਾਂ ਹੀ ਜਿਹੜੇ ਸਰੋਤੇ ਤੇ ਮੇਰੇ ਦਰਸ਼ਕ ਦੇਖ ਰਹੇ ਨੇ ਪ੍ਰੋਗਰਾਮ ਮਾਈਂਡ ਐਂਡ ਬੋਡੀ, ਉਹਨਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਤੁਹਾਡੀ ਸੇਵਾ ਦੇ ਵਿੱਚ ਅਰਜ਼ ਕੀਤੀ ਸੀਗੀ ਕਿ ਕੁਦਰਤ ਦਾ ਕਮਾਲ ਹੈ ਕਿ ਇੱਕੋ ਦਿਨ ਹਿੰਦੂ ਧਰਮ ਦੇ ਵਿੱਚ ਜਿਹੜੀ ਨਵਰਾਤਰੀ ਮਨਾਈ ਜਾਂਦੀ ਹੈ ਜਾਂ ਨਵਰਾਤਰੇ ਮਨਾਏ ਜਾਂਦੇ ਨੇ, ਇਹ ਵੀ ਫਾਸਟ ਹੈ, ਰੋਜ਼ੇ ਨੇ, ਉਹ ਸ਼ੁਰੂ ਹੋਏ ਨੇ ਤੇ ਉਸੇ ਤਰੀਕ ਨੂੰ ਰਮਜ਼ਾਨ ਵੀ ਸ਼ੁਰੂ ਹੋਇਆ। ਤੇ ਮੈਨੂੰ ਹੁਣੀ ਸਰਬਤ ਜੀ ਨੇ ਦੱਸਿਆ ਕਿ ਕ੍ਰਿਸਚੈਨਿਟੀ ਦੇ ਵੀ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੇ ਵੀ ਜਿਹੜੇ ਫਾਸਟ ਹੁੰਦੇ ਨੇ, ਫਾਸਟਿੰਗ, ਉਹ ਵੀ ਸ਼ੁਰੂ ਹੋ ਚੁੱਕੇ ਨੇ। ਇਹ ਕੁਦਰਤ ਦਾ ਦੇਖੋ ਕਿੰਨਾ ਸਾਨੂੰ ਇਸ਼ਾਰੇ ਕਰਦੇ ਨੇ, ਪਰ ਅਸੀਂ ਇੱਕ ਦੂਜੇ ਤੋਂ ਅਣਜਾਣ ਹਾਂ। ਜਿਸ ਤਰ੍ਹਾਂ ਕਿ ਇੱਕ ਬੰਦੇ ਨੂੰ ਕਿਸੇ ਚਾਰ ਦੋਸਤ ਇਕੱਠੇ ਹੋ ਗਏ ਅਲੱਗ-ਅਲੱਗ ਧਰਮਾਂ ਦੇ, ਇੱਕ ਨੇ ਕਿਹਾ ਵੀ ਕੀ ਬੀਜੀਏ ਆਪਾਂ ਜ਼ਮੀਨ ਦੇ ਵਿੱਚ, ਉਹ ਕਹਿੰਦਾ ਕਣਕ ਬੀਜ ਲਓ, ਦੂਜਾ ਕਹਿੰਦਾ ਨਹੀਂ ਕਣਕ ਨਹੀਂ ਬੀਜਣੀ, ਗੇਹੂੰ ਬੀਜਣੀ ਹੈ। ਤੀਸਰਾ ਕੋਈ ਗੋਰਾ ਸੀ, ਉਹ ਕਹਿੰਦਾ ਨਹੀਂ ਗੇਹੂੰ ਕਿਉਂ ਬੀਜਣੀ ਹੈ, ਨਾ ਕਣਕ ਵੀ ਤਾਂ ਵੀਟ ਬੀਜਣੀ ਹੈ। ਚੌਥਾ ਕੋਈ ਹੋਰ ਸੀ, ਉਹ ਕਹਿੰਦਾ ਗੰਦਮ ਬੀਜਣੀ ਹੈ। ਉਹ ਕੋਈ ਸਿਆਣਾ ਬੰਦਾ ਹੈ, ਕਹਿੰਦਾ ਕਿਉਂ ਲੜਦੇ ਹੋ, ਲਿਆਓ ਆਪਣੇ ਆਪਣਾ ਬੀਜ ਲਿਆਓ। ਜੋ ਲਿਆਏ ਤਾਂ ਸਾਰੇ ਕੀ ਸੀ, ਵੀਟ ਸੀ, ਕਣਕ ਸੀ, ਗੰਦਮ ਸੀ, ਗੇਹੂੰ ਸੀ, ਇੱਕੋ ਹੀ ਗੱਲ ਸੀ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਆਪਣੇ ਆਪਣੇ ਧਰਮ ਨੂੰ ਅਸੀਂ ਕਿਉਂਕਿ ਦੂਜੇ ਧਰਮ ਨੂੰ ਪੜ੍ਹਦੇ ਹੀ ਨਹੀਂ, ਇਸ ਕਰਕੇ ਅਸੀਂ ਦੂਸਰੇ ਧਰਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੇ ਧਰਮ ਨੂੰ ਸਭ ਤੋਂ ਉੱਚਾ ਸਮਝਦੇ ਹਾਂ। ਜਿਸ ਤਰ੍ਹਾਂ ਬੱਚੇ ਹੁੰਦੇ ਨਾ ਗਲੀ ਦੇ ਵਿੱਚ, ਉਹ ਲੜਦੇ ਨੇ ਕਿ ਮੇਰਾ ਪਿਓ ਤਾਂ ਜੀ 6 ਫੁੱਟ ਉੱਚਾ, ਦੂਜਾ ਕਹਿੰਦਾ 7 ਹੈ, ਤੀਜਾ ਕਹਿੰਦਾ 8 ਹੈ। ਚਾਹੇ ਦੋਨਾਂ ਦੇ ਤਿੰਨਾਂ ਦੇ ਪਿਓ 5-5 ਫੁੱਟੇ ਹੋਣ, ਪਰ ਹਰੇਕ ਬੰਦਾ ਆਪਣੇ ਆਪ ਨੂੰ ਉੱਚਾ ਸਮਝਦਾ। ਪਰ ਜਿੰਨਾ ਚਿਰ ਤੱਕ ਅਸੀਂ ਇੱਕ ਦੂਜੇ ਨੂੰ ਸਮਝਦੇ ਨਹੀਂ, ਇੱਕ ਦੂਜੇ ਦੇ ਧਰਮ ਨੂੰ ਪੜ੍ਹਦੇ ਨਹੀਂ, ਉਹਨਾਂ ਚਿਰ ਤੱਕ ਸਾਨੂੰ ਗਿਆਨ ਨਹੀਂ ਹੁੰਦਾ। ਕਿਉਂਕਿ ਕੁਦਰਤ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ, ਮਜ਼ਹਬ ਨਹੀਂ ਸਿਖਾਉਂਦੇ ਕੋਈ ਵੀ। ਸਾਨੂੰ ਪਿਆਰ ਨਾਲ ਸਾਡਾ ਸਰੀਰ ਨੂੰ ਕੱਢ ਕੇ ਦੇਖ ਲਓ, ਖੂਨ ਵੀ ਉਹੀ ਹੈ, ਉਸੇ ਤਰ੍ਹਾਂ ਅਸੀਂ ਜੰਮੇ ਆ ਮਾਂ ਦੇ ਪੇਟ 'ਚ, ਉਸੇ ਤਰ੍ਹਾਂ ਹੀ ਮਰ ਜਾਣਾ। ਸੋ ਫਿਰ ਕਿਉਂਕਿ ਪਰਮਾਤਮਾ ਨੇ ਇਨਸਾਨ ਬਣਾਏ ਨੇ, ਅਸੀਂ ਇਨਸਾਨ ਬਣਾਏ ਨੇ, ਪਰ ਅਸੀਂ ਕੀ ਹਾਂ, ਅਸੀਂ ਉਹਨਾਂ ਨੂੰ ਧਰਮਾਂ ਦੇ ਵਿੱਚ ਵੰਡਤਾ, ਜਾਤਾਂ ਪਾਤਾਂ 'ਚ ਵੰਡਤਾ, ਜਿਹਦੇ ਕਰਕੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਹੋ ਰਹੀ ਹੈ। ਦੇਖੋ ਜੇ ਅਸੀਂ ਸਪਿਰਿਚੁਅਲ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤਾਂ ਦੋਨੇ ਹੀ ਤਿਉਹਾਰ ਜਿਹੜੇ ਨੇ, ਚਾਹੇ ਨਵਰਾਤਰੇ ਨੇ ਚਾਹੇ ਰਮਜ਼ਾਨ ਨੇ, ਉਸ ਪਰਮ ਸ਼ਕਤੀ ਦੀ, ਅੱਲਾ ਦੀ, ਤੇ ਦੂਸਰੇ ਪਾਸੇ ਮਾਂ ਦੁਰਗਾ ਦੀ ਯਾਦ ਵਿੱਚ ਮਨਾਏ ਜਾਂਦੇ ਨੇ। ਇਹ ਦੋਵੇਂ ਹੀ ਤਿਉਹਾਰ ਨੇ ਜਿਹਦੇ ਵਿੱਚ ਦੋਨਾਂ ਲੋਕਾਂ, ਦੋਨੇ ਧਰਮਾਂ ਦੇ ਜਿਹੜੇ ਲੋਕ ਨੇ, ਉਹ ਆਪਣੀ ਗਲਤੀਆਂ ਦਾ ਪਛਤਾਪ ਕਰਦੇ ਨੇ। ਇਸ ਮਹੀਨੇ ਉਹ ਖੁੱਲ੍ਹ ਪਰਮਾਤਮਾ ਦੀ, ਖੁਦਾ ਦੀ, ਅੱਲਾ ਦੀ, ਦੁਰਗਾ ਦੀ ਇਬਾਦਤ ਕਰਦੇ ਨੇ, ਪੂਜਾ ਆਰਾਧਨਾ ਕਰਦੇ ਨੇ, ਤੇ ਆਪਣੀਆਂ ਹੋਲੀ ਬੁੱਕਸ, ਜਿਵੇਂ ਹਿੰਦੂ ਧਰਮ ਦੀ ਗੀਤਾ ਬੁੱਕ ਹੈ ਤੇ ਮੁਸਲਿਮ ਭਾਈਚਾਰੇ ਦੀ ਕੁਰਾਨ ਹੈ, ਉਹਨਾਂ ਨੂੰ ਪੜ੍ਹ ਕੇ ਉਹਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ, ਤੁਸੀਂ ਦੇਖ ਲਓ ਇੱਕ ਪਾਸੇ ਦੋਵੇਂ ਜਿਹੜੀਆਂ ਬੁੱਕਸ ਨੇ, ਜਿਹੜੀ ਕਿ ਆਪਣੀ ਗੀਤਾ ਹੈ ਹਿੰਦੂ ਧਰਮ ਦੀ, ਉਹਦੇ ਲਈ ਜਿਹੜੇ ਫਾਊਂਡਰ ਨੇ ਲਾਰਡ ਕ੍ਰਿਸ਼ਨਾ ਨੇ। ਇਸੇ ਤਰ੍ਹਾਂ ਕੁਰਾਨ ਦੇ ਵਿੱਚ ਜਿਹੜੀ ਹੈਗੀ ਉਹ ਹਜ਼ਰਤ ਮੁਹੰਮਦ ਸਾਹਿਬ ਨੇ, ਕੁਰਾਨ ਦੇ ਜਿਹੜੇ ਇਸਲਾਮ ਦੇ ਨੇ ਫਾਊਂਡਰ ਨੇ, ਕੁਰਾਨ ਦੇ ਬਾਣੀਕਾਰ ਨੇ। ਸੋ ਇਸੇ ਤਰ੍ਹਾਂ ਤੁਸੀਂ ਦੇਖ ਲਓ ਦੋਨੇ ਜਿਹੜੀਆਂ ਬੁੱਕਸ ਨੇ, ਜੇ ਉਹਨੂੰ ਰੱਖੋ ਨਾ ਸਾਹਮਣੇ, ਗੀਤਾ ਤੇ ਕੁਰਾਨ ਨੂੰ, ਕੁਰਾਨ ਦੇ ਵਿੱਚ 604 ਪੇਜਿਸ ਨੇ ਤੇ 30 ਚੈਪਟਰ ਨੇ। ਇਸ ਤਰ੍ਹਾਂ ਗੀਤਾ ਦੇ ਵਿੱਚ 700 ਸਲੋਕ ਨੇ ਤੇ 18 ਚੈਪਟਰ ਨੇ। ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ, ਜਿਹਦੇ ਕਰਕੇ ਸਾਡੀ ਪ੍ਰੋਬਲਮ ਆਉਂਦੀ ਹੈ। ਮੈਂ ਅੱਜ ਦੋਨਾਂ ਧਰਮਾਂ ਨੂੰ ਇਕੱਠਾ ਇਸ ਕਰਕੇ ਲਿਆ, ਇੱਕੋ ਹੀ ਇਰਾਦਾ ਮੇਰਾ, ਤਾਂ ਕਿ ਦੋਵਾਂ ਹੀ ਧਰਮਾਂ ਦੇ ਜਿਹੜੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵਧੇ, ਦੂਜੇ ਦੀ ਅੰਡਰਸਟੈਂਡਿੰਗ ਬਣੇ। ਕਿਉਂਕਿ ਜਿੰਨੇ ਵੀ ਅਸੀਂ ਸਪਿਰਿਚੁਅਲ ਪੁਆਇੰਟ ਦੇਖਦੇ ਹਾਂ, ਉਹ ਭਾਵੇਂ ਦੇਖਣ ਨੂੰ ਕੁਰਾਨ ਅਰਬੀ ਦੇ ਵਿੱਚ ਲਿਖਿਆ, ਵੱਖ-ਵੱਖ ਲੈਂਗੁਏਜ ਹੈ, ਵੱਖ-ਵੱਖ ਐਗਜ਼ਾਮਪਲਸ ਨੇ, ਵੱਖ-ਵੱਖ ਭਾਸ਼ਾ ਵਰਤੀ ਗਈ ਹੈ, ਪਰ ਜਿਹੜਾ ਬੇਸ ਆਫ ਸਪਿਰਿਚੁਅਲਿਟੀ ਹੈ ਉਹ ਦੋਨਾਂ ਧਰਮਾਂ, ਦੋਨਾਂ ਦੀ ਨਹੀਂ, ਮੈਂ ਤਾਂ ਕਹਿੰਦਾ ਦੁਨੀਆ ਦੇ ਜਿੰਨੇ ਧਰਮ ਨੇ ਉਹ ਸਭ ਦੇ ਇੱਕੋ ਹੀ ਉਹਨਾਂ ਦੀ ਰੂਹਾਨੀਅਤ ਹੈ। ਕਿਉਂਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਇੱਕ ਨੂਰ ਤੋਂ, ਇੱਕ ਲਾਈਟ ਦੇ ਉੱਤੋਂ ਅਸੀਂ ਸਾਰੇ ਪੈਦਾ ਹੋਏ। ਜਦੋਂ ਸਾਰੇ ਪੈਦਾ ਹੋਏ ਫਿਰ ਅਸੀਂ ਲੜਦੇ ਝਗੜਦੇ ਕਿਉਂ ਆ? ਨਫ਼ਰਤ ਅਸੀਂ ਇਸ ਕਰਕੇ ਆ ਕਿਉਂਕਿ ਜਿਹੜੇ ਫਨੈਟਿਕ ਲੋਕ ਨੇ ਨਾ, ਕੱਟੜਪੰਥੀ ਲੋਕ ਨੇ, ਉਹ ਆਪਣੇ ਬਹਿਕਾਵੇ, ਆਪਣੀਆਂ ਗੱਲਾਂ ਬਾਤਾਂ ਦੇ ਬਹਿਕਾਵੇ ਵਿੱਚ ਲਾ ਕੇ, ਧਰਮ ਦੀ ਆੜ 'ਚ ਲੈ ਕੇ, ਉਹ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ। ਅਸੀਂ ਕਦੇ ਗੀਤਾ ਤੇ ਕੁਰਾਨ ਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਅਸੀਂ ਪੜ੍ਹੀਏ ਨਾ, ਫਿਰ ਸਾਨੂੰ ਪਤਾ ਲੱਗੂ ਵੀ ਅਸੀਂ ਤਾਂ ਐਵੇਂ, ਜਿਵੇਂ ਕਣਕ ਦੀ ਐਗਜ਼ਾਮਪਲ ਦਿੱਤੀ ਸੀ, ਐਵੇਂ ਹੀ ਲੜੀ ਜਾਂਦੇ ਹਾਂ, ਜਦੋਂ ਕਿ ਸਾਰੇ ਅਸੀਂ ਤਾਂ ਇੱਕੋ ਹੀ ਹਾਂ। देख लो, ना हिंदू बुरा है, ना मुसलमान बुरा है, ना गीता बुरी है, ना कुरान बुरा है, बस भेजे में जो छुपा है ना वो शैतान बुरा है। जो साड़ी सोच है ना, ਉਹਦੇ ਕਰਕੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ हैं, क्योंकि हमने कभी गीता और कुरान को लड़ते नहीं देखा। लड़ते हैं वो जिन्हें पढ़ते नहीं देखा। पढ़िਆ ਕਿਸੇ ਨੂੰ ਪੁੱਛ ਕੇ ਦੇਖ ਲਓ ਹਿੰਦੂ ਨੂੰ ਵੀ ਕੁਰਾਨ ਦੇ ਕਿੰਨੇ ਨੇ, ਕੁਰਾਨ ਕਿਸ ਤਰ੍ਹਾਂ ਦੀ ਹੈ, ਕਿਹਨੇ ਲਿਖਿਆ, ਕੱਖ ਨਹੀਂ ਪਤਾ। ਇਸੇ ਤਰ੍ਹਾਂ ਹੀ ਜੇ ਆਪਾਂ ਮੁਸਲਿਮ ਭਾਈਚਾਰੇ ਨੂੰ ਗੀਤਾ ਦੇ ਬਾਰੇ ਪੁੱਛੀਏ ਤਾਂ ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਸੋ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਪੜ੍ਹਦੇ ਨਹੀਂ ਨਾ ਇੱਕ ਦੂਜੇ ਦੀ ਬੁੱਕ ਨੂੰ, ਧਰਮ ਨੂੰ ਅੰਡਰਸਟੈਂਡ ਨਹੀਂ ਕਰਦੇ, ਉਹਨਾਂ ਚਿਰ ਅਸੀਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰ ਜਾਂਦੇ ਹਾਂ। ਪੰਛੀ ਦੇਖ ਲਓ, ਜਿਹੜੇ ਛੋਟੇ ਛੋਟੇ ਪੰਛੀ ਨੇ, ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ। ਜਦੋਂ ਮੈਂ ਆਗਰੇ ਗਿਆ, ਉਹ ਪੰਛੀ ਸੀਗੇ, ਨਾਲ ਹੀ ਮੰਦਿਰ ਹੈ, ਨਾਲ ਹੀ ਮਸਜਿਦ ਹੈ, ਬਾਹਰ ਪੁਲਿਸ ਖੜੀ ਹੈ, ਦੋਨਾਂ ਦੀ ਸਿਕਿਉਰਿਟੀ ਥ੍ਰੈਟ ਹੈ,
ਪਰ ਜਿਹੜੇ ਪੰਛੀ ਕਬੂਤਰ ਨੇ ਜਦੋਂ ਮਸਜਿਦ ਜਾਂਦੇ ਨੇ ਕੋਈ ਉਹ ਜਾ ਕੇ ਉੱਥੇ ਚੋਗਾ ਚੁਗ ਲਾਉਂਦੇ ਨੇ, ਉਧਰੋਂ ਮੰਦਿਰ 'ਚ ਆ ਜਾਂਦੇ ਨੇ, ਮੰਦਿਰ 'ਚ ਆ ਲੈਂਦੇ ਨੇ। ਸੋ ਇਸ ਕਰਕੇ ਉਹ ਤਾਂ ਲੜਦੇ ਨਹੀਂ। वो रहीम की खीर पीता है, राम का प्रसाद खाता है, उसे प्रेम है इंसानों से, उसे मजहब कब समझ आता है। ਪੰਛੀਆਂ ਨੂੰ ਨਹੀਂ ਪਤਾ ਵੀ ਮੁਸਲਿਮ ਕੀ ਹੈ ਤੇ ਹਿੰਦੂ ਕੀ ਹੈ, ਪਰ ਆ ਜਿਹੜੇ ਸਾਡੇ ਖੋਪੜੀ 'ਚ ਬੜੀਆਂ ਨੇ ਪੁੱਠੀਆਂ ਸਿੱਧੀਆਂ ਗੱਲਾਂ, ਇਹਦੇ ਕਰਕੇ ਨਫ਼ਰਤ ਕਰਦੇ ਆ। ਜਦੋਂ ਕਿ ਰਮਜ਼ਾਨ ਜਿਹੜਾ ਹੈਗਾ ਉਹ ਬੜਾ ਪਵਿੱਤਰ ਮਹੀਨਾ ਹੈ। ਨਵਰਾਤਰਿਆਂ ਦੇ ਵਿੱਚ ਅਸੀਂ ਫਾਸਟ ਰੱਖਦੇ ਹਾਂ, ਆਪਣੀਆਂ ਗਲਤੀਆਂ ਨੂੰ ਪਛਤਾਪ ਕਰਦੇ ਹਾਂ। ਮੈਂ ਤਾਂ ਕਹਿੰਦਾ ਪਰਮਾਤਮਾ ਕਰੇ, ਅੱਲਾ ਕਰੇ ਅੱਜ ਮਹੀਨੇ ਸਾਨੂੰ ਇਹ ਸੋਚ ਆ ਜਾਏ ਜਿੱਥੇ ਅਸੀਂ ਆਪਣੇ ਭਾਈਚਾਰੇ ਨੂੰ ਵਧਾਈਆਂ ਦਈਏ, ਦੂਜਿਆਂ ਨਾਲ ਵੀ ਜੱਫੀਆਂ ਪਾਈਏ, ਦੂਜਿਆਂ ਦੀ ਵੀ ਇੱਜ਼ਤ ਮਾਨ ਕਰੀਏ। माना कि दुनिया बहुत बुरी है और हर तरफ धोखा है, आओ हम तो अच्छे बने, हमें किसी ने रोका है। सो कोशिश करिए ਅਸੀਂ ਚੰਗੇ ਬਣਨ ਦੀ। ਸੋ ਮੇਰੇ ਨਾਲ ਸਰਬਤ ਜੀ ਨੇ, ਸੋ ਇਹ ਪਹੁੰਚੇ ਨੇ ਪੂਰੀ ਗੱਲ ਤੇ ਬੜੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ, ਅਚਾਨਕ ਹੀ, ਕੋਈ ਪਹਿਲਾਂ ਪ੍ਰੀ ਪਲਾਨ ਨਹੀਂ ਸੀ, ਸੱਚਾਈ ਦੀ ਗੱਲ ਹੈ। ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ, ਇਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਕਿਉਂਕਿ ਇਹ ਰਮਜ਼ਾਨ ਦੇ ਬਾਰੇ ਦੱਸਣਗੇ। ਸੋ ਸਰਬਤ ਜੀ ਪਹਿਲਾਂ ਤਾਂ ਵੈਲਕਮ ਟੂ ਯੂਅਰ ਓਨ ਸ਼ੋ, ਤੁਹਾਡਾ ਹੀ ਸ਼ੋ ਹੈ, ਮੈਂ ਤਾਂ ਇੱਥੇ ਕਿਰਾਏ ਦਾ ਬੰਦਾ ਹੀ ਹਾਂ। ਸੋ ਨਹੀਂ, ਬਹੁਤ ਸ਼ੁਕਰੀਆ ਡਾਕਟਰ ਰਵੀ, ਤੁਸੀਂ ਇੰਨੀ ਚੰਗੀਆਂ ਗੱਲ ਤੇ ਤੁਸੀਂ ਸਾਰੇ ਹੋਰ ਰਿਲੀਜਨ ਦਾ ਵੀ ਦੱਸ ਰਹੇ ਹੋ ਤੇ ਬੜੀ ਨੌਲੇਜ ਵੱਧਦੀ ਹੈ ਤੇ ਕੋਲੋਂ ਨਾ। ਤੇ ਵਾਕਈ ਸੋ ਟਰੂ ਕਿ ਸਾਡੇ ਨਾਲ ਹੋਰ ਵੀ ਕਿੰਨੇ ਲੋਕੀ, ਤੁਸੀਂ ਕ੍ਰਿਸਚੀਅਨਿਟੀ ਤੋਂ ਦੇਖ ਲਿਓ ਹੈ ਨਾ, ਈਸਟਰ ਤੋਂ ਪਹਿਲੇ ਉਹ ਵੀ, ਫਿਰ ਇਹ ਤੁਸੀਂ ਕਹਿ ਰਹੇ ਸੀ ਕਿ ਨਵਰਾਤਰੀ ਆ ਗਈ ਤੇ ਸਾਡੇ ਵੀ ਰੋਜ਼ੇ, ਤੇ ਇਹ ਵੀ ਚੰਦ ਦੀ ਹੁੰਦਾ ਨਾ, ਚਾਂਦ ਨੂੰ ਦੇਖ ਕਰ ਹੁੰਦਾ। ਤੇ ਮੁਸਲਮਾਨਾਂ ਵਿੱਚ, ਇਸਲਾਮ ਵਿੱਚ ਤੇ ਉਹ 12 ਮਹੀਨੇ ਹੁੰਦੇ ਨੇ ਨਾ, ਇਹ 9th ਮੰਥ ਹੈ ਰਮਜ਼ਾਨ। ਤੇ ਹੁਣ ਇਹਦੇ ਵਿੱਚ ਜਾਂ ਤੇ ਫਿਰ ਡਿਪੈਂਡਿੰਗ ਔਨ ਦਾ ਮੂਨ ਸਾਈਟਿੰਗ 29 ਰੋਜ਼ੇ ਹੁੰਦੇ ਨੇ ਜਾਂ ਫਿਰ 30 ਹੁੰਦੇ ਨੇ, ਤੇ ਰੋਜ਼ ਰੋਜ਼ਾ ਰੱਖਣਾ ਹੈ। ਤੇ ਜਿਹੜੇ ਸਫਰ ਤੇ ਨੇ ਤੇ ਜਿਹੜੇ ਬੂੜੇ ਨੇ ਤੇ ਬੱਚੇ ਨੇ, ਤੇ ਉਹਨਾਂ ਨੂੰ ਕਿਸੇ ਨੂੰ ਕੰਪਲਸਰੀ ਨਹੀਂ ਹੈ ਕਿ ਤੁਸੀਂ ਰੋਜ਼ੇ ਰੱਖਣੇ ਹੈ। ਤੇ ਜਿਹੜੇ ਹੈਲਦੀ ਹੈਗੇ ਨੇ ਤੁਸੀਂ ਰੱਖ ਸਕਦੇ ਹੋ ਤੇ ਉਹ ਰੱਖਣ ਸਿਰਫ ਨਾ। ਤੇ ਅਗਰ ਚਲੋ ਛੁੱਟ ਵੀ ਜਾਂਦੇ ਨੇ ਤੇ ਤੁਸੀਂ ਸਾਲ ਦੇ ਹੋਰ ਬਾਕੀ ਦਿਨਾਂ ਵਿੱਚ ਕਰ ਸਕਦੇ ਹੋ। ਤੇ ਇਹ ਤੇ ਸਿਰਫ ਪ੍ਰੈਕਟਿਸ ਹੈਗੀ ਹੈ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਅਸੀਂ ਮਤਲਬ ਪ੍ਰੋਪਰ ਇੱਕ ਅੱਛਾ ਇਨਸਾਨ ਬਣਾਉਣ ਲਈ ਕੋਸ਼ਿਸ਼ ਕਰ ਸਕਦੇ ਹਾਂ। ਤੁਸੀਂ ਭੂਖ ਵਿੱਚ, ਪਿਆਸ ਵਿੱਚ ਜਿਹੜਾ ਉਹ ਸੋਚਦੇ ਹੋ ਨਾ, ਤੇ ਉਹ ਤੁਸੀਂ ਆਪਣੇ ਆਪ ਨੂੰ ਉਹਦਾ ਅਹਿਸਾਸ ਕਰਦੇ ਹੋ ਕਿ ਕਿੰਨੇ ਲੋਕੀ ਸਾਡੇ ਵਿੱਚ ਐਸੇ ਹੈਗੇ ਨੇ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ ਹੈ ਨਾ। ਤੇ ਇਹਦੇ ਵਿੱਚ ਬੜੀ ਅੱਛੀ ਪ੍ਰੈਕਟਿਸ ਹੋ ਸਕਦੀ ਹੈ, ਪਰ ਜੇ ਅਸੀਂ ਉਸ ਬਾਰੇ ਸੋਚੀਏ ਜਿਹਦਾ ਮਕਸਦ ਹੈਗਾ ਕਰਨੇ ਤੇ ਪੂਰਾ ਸਾਲ ਹੋਣਾ ਚਾਹੀਦਾ ਸੀ, ਪਰ ਇੱਕ ਸਿਰਫ ਮਹੀਨਾ ਸਾਡੇ ਲਈ ਪ੍ਰੈਕਟਿਸ ਹੈਗੀ ਕਿ ਆਪਣੇ ਆਪ ਨੂੰ ਲੜਨਾ ਨਹੀਂ ਹੈਗਾ, ਕੋਈ ਅਗਰੈਸਿਵ ਬਿਹੇਵੀਅਰ ਨਹੀਂ ਕਰਨਾ, ਸਮੋਕਿੰਗ ਨਹੀਂ ਕਰਨੀ, ਤੇ ਇਹਦੇ ਵਿੱਚ ਸੁਬਾਹ ਸਨਰਾਈਜ਼ ਟੂ ਸਨਸੈਟ ਖਾਣਾ ਪੀਣਾ ਨਹੀਂ ਹੈ, ਆਪਣੇ ਆਪ ਨੂੰ ਰੋਕਣਾ ਹੈ ਸਾਰਾ ਕੁਝ ਨਾ। ਤੇ ਬੜਾ ਅੱਛਾ ਮਕਸਦ ਹੈ, ਪਰ ਉਹ ਅਹਿਸਾਸ ਆਪਣੇ ਵਿੱਚ ਪੈਦਾ ਕਰਨਾ ਹੈ ਜਿਹਦੇ ਲਈ ਅਸੀਂ 30 ਦਿਨ ਹੈ ਪ੍ਰੈਕਟਿਸ। ਕਹਿੰਦੇ ਨਾ ਕਿਸੇ ਗਲਤ ਚੀਜ਼ ਨੂੰ ਛੁਡਾਉਣ ਲਈ, ਮੇਰਾ ਖਿਆਲ ਹੈ ਸ਼ਾਇਦ ਉਹੀ 29-30, ਤੇ ਇਹ ਪ੍ਰੈਕਟਿਸ ਉਹੀ ਹੈ ਕਿ ਆਪਣੇ ਆਪ ਨੂੰ ਅੱਛਾ ਇਨਸਾਨ ਬਣਾਉਣ ਲਈ ਉਹ ਪ੍ਰੈਕਟਿਸ ਹੈਗੀ ਹੈ ਜਿਹੜੀ ਸਾਲ ਅਸੀਂ ਕਰਨਾ ਚਾਹੀਦੀ ਹੈ ਸਾਨੂੰ। ਤੇ ਮੇਰਾ ਖਿਆਲ ਹੈ ਇਹਦਾ ਮੇਨ ਮਕਸਦ ਤੇ ਇਹੀ ਹੈ, ਪਰ ਅਸੀਂ ਉਹੀ ਨਾ ਝੂਠ ਅਸੀਂ ਛੱਡਦੇ ਨੇ, ਨਾ ਅਸੀਂ ਗਿਬਤ ਛੱਡਦੇ ਨੇ, ਨਾ ਅਸੀਂ ਉਹ ਸਾਰੀ ਜਿਹੜੀ ਤੁਸੀਂ ਦੇਖ ਲਓ ਚੀਜ਼ਾਂ ਹੈਗੀਆਂ ਨਾ ਉਹ ਅਸੀਂ ਨਹੀਂ ਛੱਡਦੇ। ਤੇ ਮਕਸਦ ਸਿਰਫ ਇਹੀ ਹੈ, ਭੂਖ ਪਿਆਸ ਨਹੀਂ ਹੈ, ਉਹ ਰੋਜ਼ਾ ਨਹੀਂ ਹੈ ਕਿ ਤੁਸੀਂ ਭੂਖ ਪਿਆਸ ਵਿੱਚ ਰਹਿ ਕੇ ਵੀ ਤੁਸੀਂ ਉਹ ਸਾਰੇ ਕੰਮ ਕਰੋ ਹੈ ਨਾ। ਮਕਸਦ ਇਹਦਾ ਹੈ ਕਿ ਆਪਣੇ ਆਪ ਨੂੰ ਪਿਓਰ ਕਰੋ ਅੰਦਰ ਤੋਂ। ਹਾਂਜੀ, ਸੋ ਮੇਰਾ ਖਿਆਲ ਸ਼ਰਬਤ ਜੀ ਇਹ ਵੀ ਗੱਲ ਹੈ ਵੀ ਜਦੋਂ ਸੈਲਫ ਕੰਟਰੋਲ ਹੁੰਦਾ, ਜਦੋਂ ਅਸੀਂ ਰੋਜ਼ੇ ਰੱਖਦੇ ਹਾਂ, ਮੈਨੂੰ ਤਾਂ ਨਹੀਂ ਪਤਾ ਕਿਉਂਕਿ ਪ੍ਰੈਕਟੀਕਲ ਮੈਂ ਨਹੀਂ ਰੱਖੇ, ਤੁਹਾਨੂੰ ਓਨੈਸਟਲੀ ਦੱਸਾਂ, ਪਰ ਅੱਜ ਤੋਂ 50 ਸਾਲ ਪਹਿਲਾਂ ਅਸੀਂ ਵੀ ਰੱਖੇ ਸੀਗੇ। ਉਦੋਂ ਇੰਨਾ ਫਰਕ ਨਹੀਂ ਹੁੰਦਾ ਸੀ, ਕੋਈ ਪਤਾ ਨਹੀਂ ਸੀ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ। ਜਦੋਂ ਮੈਂ ਰਿਸਰਚ ਕਰਦਾ, ਸਾਡੇ ਟੀਚਰ ਸੀ ਡਾਕਟਰ ਮੁਹੰਮਦ, ਉਹ ਸਾਡੇ ਨਾਲ ਕਈ ਵਾਰੀ ਰਖਵਾਲਾ ਦੀ ਸ਼ੁਗਲ 'ਚ ਹੀ ਰੱਖ ਲੈਂਦੇ ਸੀ ਜੋ ਕੁਝ, ਪਰ ਕੁਝ ਗੱਲਾਂ ਸਿੱਖੀਆਂ ਨੇ। ਸੋ ਮੈਂ ਇਹ ਚੀਜ਼ ਦੇਖੀ ਹੈ ਗੱਲ ਕਿ ਉਹਨਾਂ ਨੇ ਸਾਨੂੰ ਉਦੋਂ ਦੱਸੀ ਸੀ ਗੱਲ ਵੀ ਜਦੋਂ ਦੇਖੋ ਨਾ ਪੂਰਾ ਅਸੀਂ ਪਾਣੀ ਵੀ ਨਹੀਂ ਪੀਂਦੇ, ਕੁਝ ਖਾਂਦੇ ਨਹੀਂ, ਰੋਜ਼ਾ ਜਦੋਂ ਰੱਖਿਆ ਜਾਂਦਾ, ਵਰਤ ਕਹਿ ਲਓ ਉਹਨੂੰ, ਫਾਸਟ ਕਹਿ ਲਓ। ਸੋ ਉਸ ਦਿਨ ਕਈ ਵਾਰੀ ਘਰ 'ਚ ਅਸੀਂ ਇਕੱਲੇ ਹੀ ਹੁੰਦੇ ਹਾਂ, ਫ੍ਰਿਜ ਦੇ ਵਿੱਚ ਬੜੀਆਂ ਚੀਜ਼ਾਂ ਪਈਆਂ ਨੇ, ਚੁੱਪ ਕਰਕੇ ਕਿਹੜਾ ਕੋਈ ਦੇਖ ਰਿਹਾ ਖਾ ਲੈਂਦੇ ਹਾਂ, ਪਰ ਸਾਨੂੰ ਇਹ ਯਕੀਨ ਹੁੰਦਾ ਵੀ ਦੇਖਣ ਵਾਲਾ ਸਾਡੇ ਅੰਦਰ ਬੈਠਾ। ਸੋ ਇੱਕ ਤਾਂ ਸਾਨੂੰ ਜਦੋਂ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਪਰਮਾਤਮਾ ਅੱਲਾ ਵਾਹਿਗੁਰੂ ਕਿਤੇ ਬਾਹਰ ਨਹੀਂ, ਸਾਨੂੰ ਉਸ ਵੇਲੇ ਯਕੀਨ ਹੁੰਦਾ। ਨਹੀਂ ਤਾਂ ਫ੍ਰਿਜ ਚੋਂ ਕੱਢ ਕੇ ਜੀ ਕੋਈ ਨਾ ਕੋਈ ਚੀਜ਼ ਖਾ ਲਈਏ, ਨਾ ਅੰਮੀ ਨੂੰ ਪਤਾ ਨਾ ਅੱਬੂ ਨੂੰ ਪਤਾ, ਚੁੱਪ ਕਰਕੇ ਖਾ ਲਈਏ। ਸੈਲਫ ਪ੍ਰੈਕਟਿਸ ਹੈਗੀ ਹੈ, ਉਹਦੇ ਨਾਲ ਸਾਡਾ ਇੱਕ ਹੋਰ ਵੀ ਟਰਸਟ ਵੱਧਦਾ ਵੀ ਨਹੀਂ ਸਾਨੂੰ ਕੋਈ ਦੇਖ ਰਿਹਾ। ਹਾਂਜੀ, ਦੂਸਰੀ ਮੈਨੂੰ ਇਹ ਗੱਲ ਅਹਿਸਾਸ ਹੁੰਦੀ ਹੈ ਵੀ ਰੋਜ਼ੇ ਜਦੋਂ ਅਸੀਂ ਰੱਖਦੇ ਹਾਂ, ਜਦੋਂ ਆਪ ਤਕਲੀਫ ਹੁੰਦੀ ਹੈ ਨਾ ਵੀ ਮੈਨੂੰ ਪਿਆਸ ਲੱਗੀ ਹੁਣ ਮੈਂ ਪੀਣੀ ਨਹੀਂ ਕਿਉਂਕਿ ਮੈਂ ਰੋਜ਼ਾ ਰੱਖਿਆ, ਹੁਣ ਮੈਨੂੰ ਭੁੱਖ ਲੱਗੀ ਮੈਂ ਕੁਝ ਖਾਣਾ ਨਹੀਂ, ਉਸ ਵੇਲੇ ਅਹਿਸਾਸ ਹੁੰਦਾ ਵੀ ਅੱਜ ਤਾਂ ਸਾਨੂੰ ਇਹ ਹੋ ਰਿਹਾ। ਇਹੋ ਜਿਹੇ ਲੋਕ ਦੁਨੀਆ 'ਚ ਨੇ ਜਿਹੜੇ ਰੋਜ਼ ਹੀ ਭੁੱਖੇ ਰਹਿੰਦੇ ਨੇ, ਰੋਜ਼ ਹੀ ਪਾਣੀ ਦੇ, ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਨੂੰ ਫਿਰ ਜਦੋਂ ਅਹਿਸਾਸ ਹੁੰਦਾ ਫਿਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਗਰੀਬਾਂ ਦੀ, ਜਿਹੜੇ ਲੋੜਵੰਦਾਂ ਦੀ, ਨੈਸੈਸਿਟੀ ਲੋਕਾਂ ਦੀ ਹੈ, ਉਹ ਮਦਦ ਕੀਤੀ ਜਾਵੇ। ਇਹ ਰੋਜ਼ੇ ਸਾਨੂੰ ਮੇਰੇ ਖਿਆਲ ਇਸ ਗੱਲ ਦੇ ਵਿੱਚ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ। ਬਿਲਕੁਲ ਜੀ, ਜਿਵੇਂ ਤੁਸੀਂ ਫਿਰ ਅਹਿਸਾਸ ਕਰਦੇ ਹੋ ਨਾ, ਕਿਉਂਕਿ ਬਿਗੇਸਟ ਜਿਹੜੀ ਚੈਰਿਟੀਜ਼ ਹੈ, ਦੇਖੋ ਡਾਕਟਰ ਰਵੀ, ਅਗਰ ਤੇ ਲੋਕੀ ਪ੍ਰੈਕਟਿਸ ਸਹੀ ਤਰ੍ਹਾਂ ਸੇ ਕਰਨ ਤੇ ਫਿਰ ਤੇ ਦੁਨੀਆ ਵਿੱਚ ਕੋਈ ਗਰੀਬ ਹੀ ਨਾ ਹੋਏ। ਹਾਂਜੀ, ਤੇ ਅਮੀਰ ਲੋਕੀ ਪੈਸਾ
ਹੋਲਡ ਕਰਕੇ ਬੈਠੇ ਹੋਏ ਨੇ, ਹੈ ਨਾ, ਗਰੀਬਾਂ ਤੱਕ ਤਾਂ ਪਹੁੰਚ ਹੀ ਨਹੀਂ ਰਿਹਾ, ਤਦੀ ਤੁਸੀਂ ਦੇਖੋ ਕੀ ਹਾਲ ਹੋ ਰਿਹਾ। ਤੇ ਅਗਰ ਅਸੀਂ ਪ੍ਰੋਪਰ ਫੋਲੋ ਕਰੇ ਤੇ ਫਿਰ ਤੇ ਇਹ ਸਾਰਾ ਕੁਝ ਰੋਟੇਟ ਕਰਨਾ ਚਾਹੀਦਾ ਹੈ ਨਾ, ਕਿਉਂਕਿ ਰੱਬ ਨੇ ਤੂੰ ਹਰ ਇੱਕ ਨੂੰ ਇਕੱਠਾ ਇੱਕੋ ਜਿਹਾ ਪੈਦਾ ਕੀਤਾ ਹੈ ਨਾ। ਤੇ ਠੀਕ ਹੈ, ਅਸੀਂ ਬਾਅਦ ਵਿੱਚ ਡਿਫਰੈਂਟ ਸੈਟ ਵਿੱਚ ਹੋ ਗਏ ਤੇ ਕਾਫੀ ਲੋਕੀ ਕਰਦੇ ਨੇ। ਤੇ ਰੋਜ਼ਾ ਤੇ ਅਸੀਂ ਖੈਰ ਲੋਕਾਂ ਨੇ ਨਹੀਂ ਰੱਖਦੇ, ਰੋਜ਼ਾ ਤੁਸੀਂ ਰੱਖਣਾ ਸਿਰਫ ਆਲਮਾਈਟੀ ਲਈ ਨਾ, ਤੇ ਲੋਕਾਂ ਨੂੰ ਤਾਂ ਦਿਖਾਣ ਨਹੀਂ ਰੱਖਣਾ ਕਿ ਤੁਸੀਂ ਭੁੱਖੇ ਹੋ, ਪਿਆਸੇ ਹੋ। ਤੇ ਇਹਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਪਿਓਰ ਕਰਨਾ, ਆਪਣੇ ਆਪ ਨੂੰ ਉਹ ਚੀਜ਼ਾਂ ਜਿਹੜੀ ਅਸੀਂ ਦੁਨਿਆਵੀ ਚੀਜ਼ਾਂ ਤੁਸੀਂ ਕਹਿ ਲਿਓ, ਤੇ ਆਲਸੋ ਟੂ ਹੈਲਪ ਅਦਰਸ, ਜ਼ਕਾਤ ਦੇਣੀ ਨਾ। ਤੇ ਇਹਦੇ ਵਿੱਚ ਰਿਵਾਰਡ ਬਹੁਤ ਹੈ, ਜਿਹੜਾ ਆਮ ਮਹੀਨੇ 'ਚ ਇੱਕ ਹੈਗਾ ਤੇ ਇਹਦੇ ਵਿੱਚ ਮਲਟੀਪਲਾਈ ਬਾਈ ਮੈਨੀ ਟਾਈਮਸ। ਤੇ ਮੈਂ ਜ਼ਕਾਤ ਦੇ ਬਾਰੇ ਪੁੱਛਣਾ ਚਾਹੁੰਦਾ, ਜਿਹਨੂੰ ਡੋਨੇਸ਼ਨ ਕਹਿ ਦਿੰਦੇ ਆਪਾਂ ਜਾਂ ਦਾਨ ਕਹਿ ਦਿੰਦੇ ਪੰਜਾਬੀ ਦੇ ਵਿੱਚ, ਇਹਦੇ ਵਿੱਚ ਇਸਲਾਮ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਫਿਕਸ ਅਮਾਉਂਟ ਹੈ ਵੀ ਜਿੰਨੀ ਤੁਹਾਡੀ ਟੋਟਲ ਇਨਕਮ ਹੋਏਗੀ ਉਹਦਾ ਡੈਫੀਨੇਟਲੀ ਔਰ ਇਸੇ ਮਹੀਨੇ ਤੁਸੀਂ ਦੇਣਾ ਹੈ। ਤੁਸੀਂ ਮੈਨੂੰ ਕਰੈਕਟ ਕਰ ਦਿਓ ਕਿਉਂਕਿ ਮੈਂ ਪੁਰਾਣੀਆਂ ਗੱਲਾਂ ਯਾਦ ਨੇ, ਸ਼ਾਇਦ ਮੈਂ ਗਲਤ ਕਿਹਾ ਹੋਵੇ, ਉਹਦੇ ਲਈ ਪਹਿਲਾਂ ਹੀ ਮੰਗ ਲੈਣਾ ਮਾਫੀ, ਪਰ ਮੈਨੂੰ ਇੰਨੀ ਗੱਲ ਜ਼ਰੂਰ ਯਾਦ ਆ ਚੰਗੀ ਤਰ੍ਹਾਂ ਅੱਜ ਵੀ ਇਸ ਮਹੀਨੇ ਅਸੀਂ ਕੁਛ ਨਾ ਕੁਛ ਪਰਸੈਂਟੇਜ, ਮੈਂ ਕਿਹਾ 2.5% 2.5% ਟੋਟਲ ਇਨਕਮ ਦਾ ਅਸੀਂ ਕੱਢ ਕੇ ਉਹ ਜਿਹੜੇ ਲੋੜਵੰਦ ਲੋਕਾਂ ਨੂੰ, ਨੀਡੀ ਬੰਦਿਆਂ ਨੂੰ, ਉਹਨਾਂ ਨੂੰ ਅਸੀਂ ਦੇਣਾ ਹੁੰਦਾ। ਤੇ ਉਹਦੇ ਵਿੱਚ ਵੀ ਹੈਗਾ ਕਿ ਤੁਸੀਂ ਪਹਿਲੇ, ਸਭ ਤੋਂ ਪਹਿਲੇ ਆਪਣੇ ਰਿਸ਼ਤੇਦਾਰ ਆਉਂਦੇ ਨੇ, ਹੈ ਨਾ, ਫਿਰ ਬਾਅਦ ਵਿੱਚ ਜੋ ਵੀ ਹੋਏ। ਤੇ ਜ਼ਕਾਤ ਤੇ ਤੁਸੀਂ ਸਾਰਾ ਸਾਲ ਹੀ ਕਿਸੇ ਵੇਲੇ ਦੇ ਸਕਦੇ ਹੋ, ਲੇਕਿਨ ਮੈਜੋਰਿਟੀ ਕੀ ਕਰਦੀ ਹੈ ਕਿ ਉਹ ਰਮਜ਼ਾਨ ਦੇ ਮਹੀਨੇ 'ਚ ਦਿੰਦੀ ਹੈ ਕਿ ਜੀ ਉਹਦਾ ਰਿਵਾਰਡ ਬਹੁਤ ਜ਼ਿਆਦਾ ਹੈ, ਕਿਉਂਕਿ ਮਲਟੀਪਲਾਈ ਹੋ ਜਾਂਦਾ ਹੈ। ਤੇ ਨੀਡੀ ਲੋਕ ਤੇ ਹਰ ਸਾਲ ਹੀ, ਹੈ ਨਾ, ਇਹ ਥੋੜੀ ਹੈ ਕਿ ਸਿਰਫ ਨੀਡੀ ਲੋਕਾਂ ਨੂੰ ਜ਼ਕਾਤ ਤੁਸੀਂ ਰਮਜ਼ਾਨ ਵਿੱਚ ਦੇਣੀ ਹੈ, ਦੇਣਾ ਤੇ ਹਰ ਦਫਾ ਹੀ ਹੈ। ਲੇਕਿਨ ਕੋਸ਼ਿਸ਼ ਇਹੀ ਕਰਦੇ ਨੇ ਕਿ ਲੋਕੀ ਜ਼ਿਆਦਾਤਰ ਫਿਰ ਰਮਜ਼ਾਨ ਵਿੱਚ ਦਿੰਦੇ ਨੇ, ਕਿਉਂਕਿ ਫਿਰ ਉਹ ਅੱਲਾਹ ਦਾ ਪ੍ਰੋਮਿਸ ਹੈ ਕਿ ਉਹ ਮਲਟੀਪਲਾਈ ਹੁੰਦੀ ਹੈ। ਤੇ ਜ਼ਿਆਦਾ ਸੇ ਜ਼ਿਆਦਾ ਇੱਥੇ ਸਾਡੀ ਗ੍ਰੀਡੀਨੈਸ ਹੈ ਕਿ ਅਸੀਂ ਉਹ ਅਸੀਂ ਲਾਲਚ ਆ ਜਾਂਦਾ ਹੈ ਕਿ ਸਾਨੂੰ ਜ਼ਿਆਦਾ ਰਿਵਾਰਡ ਮਿਲਣ। ਤੇ ਇਹ ਤੇ ਫਿਰ ਅਮੀਰ ਉਹ ਬੰਦਾ ਹੈ ਜਿਹੜਾ ਉਹ ਰਿਵਾਰਡ ਨੂੰ ਲੈਣ ਲਈ ਸਭ ਤੋਂ ਜ਼ਿਆਦਾ ਕੋਸ਼ਿਸ਼ ਕਰੇ, ਤੇ ਇਹ ਹੈ ਰਮਜ਼ਾਨ। ਹਾਂਜੀ, ਸੋ ਇਸੇ ਤਰ੍ਹਾਂ ਹੀ ਸਰਬਤ ਜਿਹੜੀ ਆਪਣੇ ਨਵਰਾਤਰੇ ਨੇ, ਇਹ ਜਿਸ ਤਰ੍ਹਾਂ ਉੱਥੇ 30 ਡੇਜ਼ ਜਾਂ 29 ਡੇਜ਼ ਦਾ ਹੁੰਦਾ ਫਾਸਟ ਹੁੰਦਾ, ਇਹਦੇ ਵਿੱਚ 9 ਦਿਨਾਂ ਦਾ ਫਾਸਟ ਹੁੰਦਾ। ਇਸੇ ਤਰ੍ਹਾਂ ਹੀ ਬਿਲਕੁਲ ਮੈਂ ਹੁਣ ਤੁਹਾਡੇ ਕੋਲ ਪੁੱਛੂੰਗਾ ਵੀ ਜਿਸ ਤਰ੍ਹਾਂ ਅਰਲੀ ਇਨ ਦਾ ਮਾਰਨਿੰਗ, ਸੂਰਜ ਚੜ੍ਹਨ ਤੋਂ ਪਹਿਲਾਂ, ਉਹਦੇ ਵਿੱਚ ਇਸਲਾਮ ਦੇ ਵਿੱਚ ਡਿਫਰੈਂਟ ਨਾਂ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਇੱਥੇ ਜਿਹੜੇ ਹਿੰਦੂ ਧਰਮ ਵਾਲੇ ਨੇ ਪਹਿਲਾ ਆਪਣਾ ਨਵਰਾਤਰੇ ਦਾ ਵਰਤ ਰੱਖਦੇ ਨੇ, ਫਾਸਟ ਰੱਖਦੇ ਨੇ, ਰੋਜ਼ਾ ਰੱਖਦੇ ਨੇ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੇਰੇ ਖਿਆਲ 'ਚ, ਮੈਨੂੰ ਕਰੈਕਟ ਕਰ ਦਿਓ, ਪਹਿਲੇ ਉਸ ਵੇਲੇ ਖਾ ਪੀ ਕੇ ਆਪਣਾ ਖੂਬ ਤੇ ਫੇਰ ਵਰਤ ਸ਼ੁਰੂ ਹੁੰਦਾ ਹੈ। ਤੇ ਥੋੜਾ ਜਿਹਾ ਡਿਫਰੈਂਸ ਇਹ ਹੈ ਵੀ ਇਸਲਾਮ ਧਰਮ ਦੇ ਵਿੱਚ ਪੂਰਾ ਦਿਨ ਤੁਸੀਂ ਕੁਝ ਪਾਣੀ ਵੀ ਨਹੀਂ ਪੀਣਾ, ਪਰ ਉੱਥੇ ਜਿਹੜੇ ਸਾਡੇ ਹਿੰਦੂ ਭਰਾ ਨੇ ਜਿਹੜੇ ਰੱਖਦੇ ਨੇ, ਵਰਤ ਰੱਖਦੇ ਨੇ, ਉਹ ਦਿਨੇ ਅੰਨ ਨਹੀਂ ਖਾਣਾ, ਲੇਕਿਨ ਫਰੂਟ ਜਾਂ ਚਾਹ ਜਾਂ ਪਾਣੀ ਪੀ ਸਕਦੇ ਨੇ। ਹੋ ਸਕਦਾ ਮੈਨੂੰ ਉਹ ਵੀ ਕਰੈਕਟ ਕਰ ਦੇਣ, ਮਾਫ ਕਰ ਦੇਣ ਜੇ ਮੈਂ ਕਿਉਂਕਿ ਮੈਂ ਤਾਂ ਕਦੇ ਰੱਖੇ ਨਹੀਂ, ਪਰ ਮੈਨੂੰ ਇਹ ਪਤਾ ਹੈ ਵੀ ਸਾਡੇ ਆਂਢ ਗੁਆਂਢ 'ਚ ਰੱਖਦੇ ਨੇ ਤੇ ਥੋੜਾ ਮੋਟਾ ਜਿਹੜਾ ਸਟੱਡੀ ਪੁਰਾਣਾ ਕੀਤੀ ਵੀ ਹੈ ਉਹਦੇ ਮੁਤਾਬਕ ਰੱਖਦੇ ਨੇ। ਸੋ ਉਹਨਾਂ ਦਾ ਵੀ ਪਰਪਸ ਸੇਮ ਹੁੰਦਾ। 9 ਦਿਨ ਹੁੰਦੇ ਨੇ, ਪਰ 9 ਦਿਨ ਦੇ ਵਿੱਚ ਗੱਲ ਇਹ ਉਹਨੂੰ ਮੰਨ ਕੇ ਚੱਲਦੇ ਨੇ। ਜਿੱਥੇ ਅਸੀਂ ਇੱਥੇ ਕੁਰਾਨ ਨੂੰ ਪੜ੍ਹਦੇ ਹਾਂ, 30 ਚੈਪਟਰ ਨੇ, ਕੋਸ਼ਿਸ਼ ਕੀਤੀ ਜਾਂਦੀ ਵੀ ਇੱਕ ਚੈਪਟਰ ਨੂੰ ਤਾਂ ਅਸੀਂ ਰੋਜ਼ ਪੜ੍ਹੀਏ ਨਾ। ਉਹ ਚੈਪਟਰ ਪੜ੍ਹਨ ਦਾ ਮਤਲਬ ਇਹ ਹੈ ਵੀ ਖੁਦਾ ਤੋਂ ਅਸੀਂ 2 ਚੀਜ਼ਾਂ ਮੰਗਦੇ ਹਾਂ। ਇੱਕ ਤਾਂ ਅਸੀਂ ਆਪਣੀਆਂ ਪਛਤਾਪ ਕਰਦੇ ਹਾਂ ਵੀ ਜੋ ਸਾਡੀਆਂ ਗਲਤੀਆਂ ਹੋਣਗੀਆਂ ਸਾਨੂੰ ਮਾਫ ਕਰੇ। ਦੂਜੀ ਅਸੀਂ ਉਹਦੀ ਰਹਿਮਤ ਮੰਗਦੇ ਹਾਂ ਵੀ ਸਾਡੇ ਤੇ ਜੋ ਕੰਮ ਹੈ ਸਾਡੇ ਤੇ ਰਹਿਮਤ ਰੱਖੇ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਰਾਨ ਦੀਆਂ ਟੀਚਿੰਗ ਨੂੰ ਫਾਲੋ ਕਰ ਸਕੀਏ, ਲੋਕਾਂ ਦੇ ਵਿੱਚ ਪਿਆਰ ਪੈਦਾ ਕਰ ਸਕੀਏ। ਗਵਾਂਢੀ, ਮੈਂ ਪੜ੍ਹਿਆ ਸੀ ਕੁਰਾਨ ਦੇ ਵਿੱਚ ਇੱਕ ਥਾਂ ਤੇ, ਪੁਰਾਣੀ ਗੱਲ ਕਰ ਰਹੇ ਹਾਂ, ਵੀ ਜਿਹੜੇ ਤੁਹਾਡੇ ਪੜੋਸੀ ਨੇ, ਨੇਬਰਸ ਨੇ, ਖਿਆਲ ਰੱਖੋ ਕਿ ਉਹ ਭੁੱਖੇ ਨਾ ਸੌਣ, ਉਹਨਾਂ ਨਾਲ ਪਿਆਰ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਸਾਡੇ ਹਿੰਦੂ ਭਰਾ ਵੀ ਜਿਹੜੇ ਨਵਰਾਤਰਿਆਂ ਦੇ ਵਿੱਚ ਨੇ, ਉਹ ਇਹ ਗੱਲ ਮੰਨ ਕੇ ਚੱਲਦੇ ਨੇ, ਦੁਰਗਾ ਮਾਤਾ ਦੀ ਇਬਾਦਤ ਕਰਦੇ ਨੇ, ਕਿਉਂਕਿ ਜਿਹੜੀ ਦੁਰਗਾ ਮਾਤਾ ਹੈ ਉਹਦੇ 9 ਸਰੂਪ ਨੇ। ਸੋ ਹਰ ਰੋਜ਼ ਇੱਕ ਸਰੂਪ ਦੀ ਮਤਲਬ ਪਾਵਰ ਹੈ, ਜੋ ਮਰਜ਼ੀ ਕਹੋ, ਸਪਿਰਿਚੁਅਲ ਪਾਵਰ ਹੈ। ਸੋ ਇੱਕ ਦਿਨ ਹਰ ਰੋਜ਼ ਉਹਦੀ ਆਰਾਧਨਾ ਕੀਤੀ ਜਾਂਦੀ ਹੈ, ਔਰ ਰਾਤ ਨੂੰ ਫਿਰ ਉਹ ਆਪਣੇ ਜਿਸ ਤਰ੍ਹਾਂ ਤੁਸੀਂ ਆਪਣੀ ਇਫਤਾਰੀ ਕਰਦੇ ਹੋ, ਰਾਤ ਨੂੰ ਮਿੰਨੀ ਪਾਰਟੀ ਹੁੰਦੀ ਹੈ, ਇਸੇ ਤਰ੍ਹਾਂ ਉਹ ਵੀ ਫਿਰ ਖੂਬ ਖਾਂਦੇ ਨੇ, ਪਰ ਦਿਨੇ ਥੋੜਾ ਮੋਟਾ ਖਾ ਲੈਂਦੇ ਨੇ। ਪਰ ਤੁਹਾਡਾ ਜਿਹੜਾ ਰੋਜ਼ਾ ਹੈ ਉਹ ਬੜਾ ਸਖਤ ਹੁੰਦਾ ਹੈ। ਮੈਂ ਤੁਹਾਨੂੰ ਇੱਕ ਸਿੰਪਲ ਗੱਲ ਇਹ ਪੁੱਛਣੀ ਚਾਹੁੰਦਾ ਕਿ ਜਿਹੜੇ ਰੋਜ਼ੇ ਨੇ, ਆਪਾਂ ਕੁਰਾਨ ਦੇ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਕਿ ਕੁਰਾਨ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੀ, ਉਹ ਦੱਸਣ ਵਾਲੀ ਕੀ ਗੱਲ ਆ, ਗੂਗਲ ਦੇ ਉੱਤੇ ਹੈ ਵੀ ਕਿੰਨੇ ਪੇਜ ਨੇ, ਕਿੰਨੇ ਚੈਪਟਰ ਨੇ, 30। ਸੋ ਕੁਰਾਨ ਜਿਹੜਾ ਹੈਗਾ, ਕੀ ਮੁਹੰਮਦ ਸਾਹਿਬ ਨੇ ਖੁਦ ਆਪ ਲਿਖੀ ਸੀ ਜਾਂ ਉਹਨਾਂ ਦੀ ਮੌਤ, ਉਹਨਾਂ ਦੀ ਡੈਥ ਤੋਂ ਬਾਅਦ ਲਿਖੀ ਗਈ? ਨਹੀਂ, ਉਹ ਜਿਹੜੇ ਸੀ ਨਾ, ਉਹ ਪਹਿਲੇ ਮਤਲਬ ਚਲੇ ਗਏ ਸੀ ਉੱਥੇ ਕਾਰੇ ਹਿਰਾ ਚਲੇ ਗਏ ਸੀ, ਤੇ ਉਹਨਾਂ ਨੇ ਉੱਥੇ ਉਹਨਾਂ ਤੇ ਵਹੀ ਆਈ ਸੀ, ਤੇ ਉਹ ਫਿਰ ਹਜ਼ਰਤ ਫਰਿਸ਼ਤੇ ਜਿਹੜੇ ਸੀ ਨਾ, ਐਂਜਲ ਜਿਬਰਾਈਲ, ਉਹ ਆਏ ਸੀ, ਤੇ ਉਹਨਾਂ ਨੇ ਫਿਰ, ਹਾਲਾਂਕਿ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਸੀ, ਤੇ ਤੁਸੀਂ ਸੋਚੋ ਕਿ ਕੁਰਾਨ ਵਿੱਚ ਪੂਰੇ ਲਿਖਣਾ, ਤੇ ਥੋੜੀ ਥੋੜੀ ਕਰਕੇ ਆਇਤ ਜਿਹੜੀ ਸੀ ਨਾ
ਤੇ ਉਹ ਉਹਨਾਂ ਨੂੰ ਫਿਰ ਵਹੀ ਆਈ ਸੀ ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਜ਼ਿਹਨ ਵਿੱਚ ਕਰਕੇ ਯਾਨੀ ਇੱਕ ਤਰ੍ਹਾਂ ਸੇ ਇਹ ਤਾਂ ਆਪ ਤੁਸੀਂ ਕਹਿ ਲਓ ਆਲਮਾਈਟੀ ਦਾ ਹੀ ਕੁਝ ਇਹਨਾਂ ਮਿਰੇਕਲ ਹੈਗਾ ਕਿ ਕਿਸ ਤਰ੍ਹਾਂ ਸਪਿਰਚੁਅਲਿਟੀ ਚ ਐਨਲਾਈਟਨਮੈਂਟ ਕਹਿੰਦੇ ਨੇ, ਸਪਿਰਚੁਅਲ ਪਾਵਰ ਆਉਂਦੀ ਤੇ ਕਿਤੋਂ ਵੀ ਸਪਿਰਚੁਅਲ ਪਾਵਰ ਜਿਹੜੀ ਆਲਮਾਈਟੀ ਤੋਂ ਹੀ ਆਉਂਦੀ ਹੈ, ਉਹਦੇ ਵਿੱਚ ਅੰਦਰਲਾ ਗਿਆਨ ਹੁੰਦਾ, ਅੰਦਰਲਾ ਨੂਰ ਨਜ਼ਰ ਆਉਂਦਾ ਤੇ ਫਿਰ ਉਹ ਸਿੱਧੀ ਉਹਨਾਂ ਨਾਲ ਕਨੈਕਸ਼ਨ ਜੁੜਦਾ ਜੀ। ਬਲਕਿ ਕੁਰਾਨ ਦੀ ਇੱਕ ਆਇਤ ਹੈ ਇਕਰਾ ਕਰਕੇ ਨਾ, ਤੂੰ ਪੜ੍ਹ, ਤਾਂ ਉਹਨਾਂ ਨੇ ਕਿਹਾ ਮੈਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ ਕੁਝ, ਤਾਂ ਉਹਨਾਂ ਨੇ ਕਿਹਾ ਤੂੰ ਲਿਖ, ਤੇ ਉਹ ਪੂਰੀ ਕੁਰਾਨ ਦੀ ਆਇਤ ਹੈਗੀ ਹੈ। ਤੇ ਖੈਰ ਪੂਰਾ ਕਰਦੇ ਕਰਦੇ ਥੋੜੀ ਕਰਕੇ ਤੇ ਪੂਰੇ ਫਿਰ 30 ਚੈਪਟਰਸ ਬਣੇ ਤੇ ਡਿਫਰੈਂਟ ਵਾਕਿਆਤ ਨੇ, ਸਟੋਰੀਜ਼ ਹੈਗੀਆਂ ਨੇ ਜਿਹਦੇ ਤੇ ਕੁਰਾਨ ਬਣਿਆ ਹੈ। ਮਤਲਬ ਪੂਰੀ ਕਹਿੰਦੇ ਨੇ ਕਿ ਜਿਹੜਾ ਸਾਡਾ ਜਿਹੜਾ ਪੂਰਾ ਲਾਈਫ ਸਟਾਈਲ ਹੈ ਉੱਤੇ ਹੀ ਹੈ, ਪਰ ਅਸੀਂ ਤੇ ਬੰਦ ਕਰਕੇ ਰੱਖਿਆ ਹੋਇਆ ਉੱਥੇ ਕਿਥੇ। ਲੇਕਿਨ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ, ਰਮਦਾਨ ਦਾ ਮਕਸਦ ਹੀ ਇਹੀ ਹੈ ਕਿ ਤੁਸੀਂ ਜ਼ਿਆਦਾ ਸੇ ਜ਼ਿਆਦਾ ਕਮ ਸੇ ਕਮ ਆਪਣੀ 5 ਵਕਤ ਦੀ ਨਮਾਜ਼ ਤੇ ਪੜ੍ਹਿਓ, ਹੈ ਨਾ। ਮੈਨੂੰ ਤੁਸੀਂ ਦੱਸੋ, ਨਮਾਜ਼ ਦੀ ਗੱਲ ਹੋਈ ਹੈ ਕਿ ਹਰ ਮੁਸਲਮਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ 5 ਵਾਰ ਦਿਨ ਦੇ ਵਿੱਚ ਨਮਾਜ਼ ਪੜ੍ਹੇ। ਬਿਲਕੁਲ, ਜਿਹੜੇ 5 ਵਾਰ ਨਮਾਜ਼ ਪੜ੍ਹਨੇ ਆ, ਕਿਉਂਕਿ ਤੁਸੀਂ ਥੋੜਾ ਜਿਹਾ, ਕਿਉਂਕਿ ਤੁਸੀਂ ਤਾਂ ਹੁਣ ਪ੍ਰੈਕਟੀਕਲ ਕਰਦੇ ਹੋ, ਗੱਲ ਤਾਂ ਮੈਂ ਵੀ ਦੱਸ ਸਕਦਾ, ਫਿਰ ਮੇਰੀ ਗੱਲ ਥੋੜੀ ਜਿਹੀ ਹੋਰ ਐਜੂਕੇਸ਼ਨਲ ਹੋ ਜਾਏਗੀ ਕਿ 5 ਟਾਈਮ ਜਿਹੜੀ ਨਮਾਜ਼ ਪੜ੍ਹਨੀ ਹੈ, ਇੱਕ ਮੈਨੂੰ ਥੋੜਾ ਜਿਹਾ ਕਰੈਕਟ ਕਰ ਦਿਓ ਕਿਉਂਕਿ ਮੈਂ ਆਪਣੀ ਸਿੰਪਲ ਭਾਸ਼ਾ ਸਮਝਾ ਦੇਣਾ ਆਪਣੇ ਸਰੋਤਿਆਂ ਨੂੰ। ਇੱਕ ਪੜ੍ਹਦੇ ਹਾਂ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਜੀ, ਤੇ ਇੱਕ ਅਸੀਂ ਪੜ੍ਹਦੇ ਹਾਂ ਦੁਪਹਿਰੇ ਖਾਣੇ, ਇੱਕ ਸ਼ਾਮ ਨੂੰ ਕਰਦੇ ਹਾਂ, ਇੱਕ ਰਾਤ ਨੂੰ ਜੋ ਚੰਦਰਮਾ ਚੜ੍ਹਨ ਦੀ ਕੋਸ਼ਿਸ਼ ਹੁੰਦੀ ਹੈ, ਇੱਕ ਸਨਸੈਟ ਤੇ ਹੁੰਦੀ ਹੈ, ਸਨਸੈਟ ਤੇ ਜਾਂ ਉਹੀ ਕਹਿੰਦਾ ਚੰਦਰਮਾ ਚੜ੍ਹ ਰਿਹਾ, ਸਨਸੈਟ ਹੋ ਰਿਹਾ, ਤੇ ਇੱਕ ਜੋ ਸੌਣ ਤੋਂ ਪਹਿਲਾਂ ਪੜ੍ਹਿਆ ਜਾਂਦਾ। 5 ਨਮਾਜ਼ਾਂ ਨੇ, ਤੁਸੀਂ ਥੋੜਾ ਜਿਹਾ ਡਿਟੇਲ ਚ ਦੱਸ ਦਿਓ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇੱਕ ਤੇ ਫਜਰ ਦਾ ਵਕਤ ਹੁੰਦਾ ਹੈ ਜਿਹੜਾ ਉਹ ਅਰਲੀ ਜਦੋਂ ਸੂਰਜ ਨਿਕਲ ਰਿਹਾ ਹੁੰਦਾ ਹੈ, ਤੇ ਉਹ ਬੜੀ ਛੋਟੀ ਜਿਹੀ ਨਮਾਜ਼ ਹੈ, ਕੋਈ ਵੱਡੀ ਚੌੜੀ ਨਹੀਂ ਹੈ, ਕਿਉਂਕਿ ਸੂਰਜ ਸੁਬਹ ਦਿਨ ਵਿੱਚ ਕੰਮ ਕਰਨਾ ਹੈ, ਤੁਸੀਂ ਮਕਸਦ ਇਹ ਹੈ ਕਿ ਤੁਸੀਂ ਨਮਾਜ਼ ਪੜ੍ਹ ਕੇ ਤੇ ਫਿਰ ਤੇ ਨਮਾਜ਼ ਕੀ ਹੈ, ਇਟਸ ਜਸਟ ਕਨੈਕਸ਼ਨ, ਲਾਈਕ ਇੱਕ ਤਰ੍ਹਾਂ ਸੇ ਆਪਣੇ ਆਪ ਨੂੰ ਫੋਕਸ ਕਰਨਾ ਹੈ ਨਾ, ਤੇ ਰੱਬ ਨੂੰ ਯਾਦ ਕਰਨਾ ਹੈ, ਕਨੈਕਟ ਕਰਦੇ ਹੋ ਤੁਸੀਂ। ਤੇ ਫਿਰ ਉਹਦੇ ਬਾਅਦ ਦਿਨ ਭਰ ਜੋ ਕੰਮ ਕਰਨਾ ਤੁਸੀਂ ਕਰੋ। ਤੇ ਫਿਰ ਜ਼ੋਹਰ ਦਾ ਜਿਹੜਾ ਟਾਈਮ ਹੈ ਨਾ, ਜਦੋਂ ਸੂਰਜ ਪੂਰਾ ਸਵਾ ਨੇਜ਼ੇ ਤੇ ਆ ਜਾਂਦਾ ਹੈ, ਉਹਦੇ ਬਾਅਦ ਇੱਕ ਟਾਈਮ ਹੈ। ਤੇ ਫਿਰ ਉਹਦੇ ਬਾਅਦ ਜਿਹੜਾ ਅਸਰ ਦਾ ਟਾਈਮ ਹੈ, ਸੂਰਜ ਜਦੋਂ ਵਾਪਸ ਢਲਣਾ ਸ਼ੁਰੂ ਹੁੰਦਾ ਹੈ, ਉਹ ਅਸਰ ਦਾ ਟਾਈਮ ਹੈ, ਉੱਥੇ ਪੜ੍ਹਨੀ ਹੈ। ਉਹਦੇ ਬਾਅਦ ਫਿਰ ਮਗਰਿਬ ਜਦੋਂ ਸਨਸੈਟ ਹੁੰਦਾ ਹੈ, ਤੇ ਫਿਰ ਉਹ 4 ਨੇ। ਸਭ ਤੋਂ ਵੱਡੀ ਨਮਾਜ਼ ਜਿਹੜੀ ਹੈ ਉਹਦੇ ਵਿੱਚ 17 ਰਕਅਤ ਨੇ, ਕਾਫੀ ਵੱਡੀ ਹੁੰਦੀ ਹੈ। ਤੇ ਉਹ ਇਸ ਵਜ੍ਹਾ ਸੇ ਕਿ ਰਾਤੀ ਸਾਰੀ ਤੁਸੀਂ ਕੰਮ ਸ਼ਾਮ ਕਰਕੇ ਫਿਰ ਥੋੜਾ ਬਹਿ ਕੇ ਆਪਣੇ ਆਪ ਨੂੰ ਕਨੈਕਟ ਕਰੋ ਰੱਬ ਦੇ ਨਾਲ। 17 ਰਕਅਤਸ ਨੇ। ਉਹ ਨਾਂ ਕੀ ਹੈ? ਇਸ਼ਾ ਜੀ। ਤੇ ਫਜਰ, ਜ਼ੋਹਰ, ਅਸਰ, ਮਗਰਿਬ ਤੇ ਇਸ਼ਾ, ਤੇ 5 ਨਮਾਜ਼ਾਂ ਨੇ ਦਿਨ ਵਿੱਚ ਪੜ੍ਹਨੀਆਂ। ਤੇ ਇਹਦੇ ਵਿੱਚ ਫਰਜ਼ ਤੇ ਖੈਰ ਬਿਲਕੁਲ ਨਹੀਂ ਛੱਡ ਸਕਦੇ। ਜਿਹੜੇ ਲੋਕੀ ਪੜ੍ਹ ਸਕਦੇ ਨੇ ਉਹਨਾਂ ਤੋਂ ਹੈ, ਜਿਹੜੇ ਨਹੀਂ ਪੜ੍ਹਦੇ ਤੇ ਉਹਨਾਂ ਤੋਂ ਖੈਰ ਨੁਕਸਾਨ, ਕਿਉਂਕਿ ਇਸਲਾਮ ਦੇ ਤੇ 5 ਪਿਲਰਸ ਨੇ ਨਾ, ਨਮਾਜ਼, ਰੋਜ਼ਾ, ਜ਼ਕਾਤ, ਹਜ ਤੇ 5ਵਾਂ ਜਿਹੜਾ ਇਸ ਤਰ੍ਹਾਂ ਸੇ। ਤੇ ਇਹ 3rd ਰਮਜ਼ਾਨ ਜਿਹੜਾ ਹੈ ਕਾਫੀ ਇੰਪੋਰਟੈਂਟ ਪਿਲਰ ਹੈਗਾ, ਸਾਲ ਵਿੱਚ ਇੱਕ ਮਰਤਬਾ ਹੈ, ਹਜ ਤੇ ਜ਼ਿੰਦਗੀ 'ਚ ਇੱਕ ਮਰਤਬਾ ਹੈ। ਤੇ ਨਮਾਜ਼ ਤੇ ਖੈਰ 5 ਵਕਤ ਪੜ੍ਹਨੀ ਹੈ। ਤੇ ਜਿਹੜੇ ਨਹੀਂ ਪੜ੍ਹਦੇ ਤੇ ਠੀਕ ਹੈ, ਫਿਰ ਉਹ ਫਿਰ ਬਾਅਦ ਵਿੱਚ ਕਦੀ। ਪਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਯੂਜ਼ਲੀ ਵਰਲਡ ਵਾਈਡ, ਈਵਨ ਮੈਂ ਲਾਸਟ ਟਾਈਮ ਦੁਬਈ ਗਿਆ ਸੀਗਾ, ਉੱਥੇ ਦੇਖਿਆ ਕਿ ਜਦੋਂ 5 ਟਾਈਮ ਨਮਾਜ਼ ਪੜ੍ਹਦੀ ਹੈ, ਲੋਕਾਂ ਨੂੰ ਸੁਚੇਤ ਕਰਨ ਲਈ, ਮਤਲਬ ਅਵੇਅਰਨੈਸ ਲਿਆਉਣ ਦੇ ਲਈ ਅਜ਼ਾਨ ਵੀ ਉੱਥੇ ਬੋਲਦੇ ਨੇ, ਅੱਲਾਹੂ ਅਕਬਰ ਸਮਥਿੰਗ ਆਵਾਜ਼ ਆਉਂਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਉਹਦੀ ਟਾਈਮ ਜਿਹੜੀ ਸਾਡੀ ਨਮਾਜ਼ ਦਾ ਸ਼ੁਰੂ ਹੋ ਗਿਆ। ਮੈਂ ਠੀਕ ਕਹਿ ਰਿਹਾ ਜੀ? ਬਿਲਕੁਲ ਸਹੀ ਹੈ, ਕਿਉਂਕਿ ਅਜ਼ਾਨ ਹੁੰਦੀ ਹੈ ਨਾ, ਫਜਰ ਦੀ ਵੀ ਹੁੰਦੀ ਹੈ, ਫਿਰ ਜ਼ੋਹਰ ਦੀ ਹੁੰਦੀ ਹੈ। ਤੇ ਮਰਦਾਂ ਨੇ ਤੇ ਹੁਕਮ ਹੈ ਕਿ ਜਿਹੜੇ ਜਾ ਸਕਦੇ ਨੇ ਉਹ ਮਸਜਿਦ ਜਾ ਕੇ ਪੜ੍ਹਨ। ਇੱਥੇ ਵੀ ਜਾਂਦੇ ਨੇ ਲੋਕੀ ਜਿਹੜੇ ਕਰੀਬ ਹੋਏ ਮਸਜਿਦ ਤੇ ਔਰਤਾਂ ਦਾ ਇਹ ਹੈ ਕਿ ਬੱਚਿਆਂ ਦਾ ਕਿ ਤੁਸੀਂ ਘਰ ਪੜ੍ਹ ਸਕਦੇ ਹੋ। ਤੇ ਰਮਜ਼ਾਨ ਵਿੱਚ ਇੱਕ ਸਪੈਸ਼ਲ ਇਹ ਹੁੰਦਾ ਹੈ ਕਿ ਇਸ਼ਾ ਦੇ ਬਾਅਦ ਤਰਾਵੀ ਹੁੰਦੀ ਹੈ, ਜਿਹਦੇ ਵਿੱਚ ਕੁਰਾਨ ਪੜ੍ਹਿਆ ਜਾਂਦਾ ਹੈ ਕਿ ਰੋਜ਼ਾਨਾ ਇੱਕ ਚੈਪਟਰ ਜਿਹੜਾ ਹੈ ਨਾ, ਤੇ ਉਹ ਫਿਰ 30 ਰੋਜ਼ੇ ਹੁੰਦੇ ਨੇ। ਜਦੋਂ ਇੱਕ ਤੋਂ ਜ਼ਰਾ ਥੋੜਾ ਸਾ ਜ਼ਿਆਦਾ ਪੜ੍ਹ ਲੈਂਦੇ, ਕਿਉਂਕਿ ਅਗਰ 29 ਰੋਜ਼ੇ ਹੋ ਗਏ ਤੇ ਤੁਹਾਡਾ ਪੂਰਾ ਹੋ ਜਾਏ ਨਾ ਕੁਰਾਨ। ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਇਹ ਸਾਰਾ ਜਿਹੜੀ ਟੀਚਿੰਗ ਹੈਗੀ ਹੈ ਇਸਲਾਮ ਦੀ ਉੱਤੇ ਪੂਰਾ ਉਤਰ ਸਕੀਏ। ਔਰ ਟੀਚਿੰਗ ਹੈਗੀ ਕੀ, ਆਈ ਥਿੰਕ ਸਾਰੇ ਰਿਲੀਜਨ ਦੀ ਇੱਕੋ ਸੇਮ ਹੈ, ਪੀਸ ਹੈ ਨਾ, ਤੇ ਲੜਾਈ ਨਹੀਂ ਕਰਨੀ, ਐਗਰੈਸ਼ਨ ਬਿਹੇਵੀਅਰ ਨਹੀਂ ਕਰਨਾ, ਆਪਣੇ ਆਪ ਨੂੰ ਪਿਓਰ ਕਰਨਾ ਹੈ, ਝੂਠ ਨਾਲ ਕਿਸੇ ਦੀ ਬੁਰਾਈ ਨਹੀਂ ਕਰਨੀ, ਹੈ ਨਾ। ਮਤਲਬ ਆਪਣੇ ਆਪ ਨੂੰ ਬਸ ਕੋਸ਼ਿਸ਼ ਕਰੋ, ਬਸ ਕੀ ਕਹੇ ਇਹਦਾ ਵਰਡ ਤੁਹਾਨੂੰ ਤੁਸੀਂ ਬਿਹਤਰ ਸਮਝ ਸਕਦੇ ਹੋ, ਹੈ ਨਾ। ਨਹੀਂ ਬਿਲਕੁਲ ਠੀਕ ਹੈ। ਮੈਂ ਹੁਣ ਸਭ ਜੀ ਇਹ ਪੁੱਛਣਾ, ਨਮਾਜ਼ ਤਾਂ ਪੜ੍ਹਦੇ ਆਪਾਂ ਬਾਹਰਲੇ ਲੋਕਾਂ ਨੂੰ, ਕਿਉਂਕਿ ਮੁਸਲਿਮ ਭਾਈਚਾਰੇ ਨੂੰ ਤਾਂ ਪਤਾ ਵੀ ਕਿਸ ਤਰ੍ਹਾਂ ਨਮਾਜ਼ ਪੜ੍ਹੀ ਜਾਂਦੀ ਹੈ, ਪਰ ਜਿਹੜੇ ਸਾਡੇ ਇੰਡੀਅਨ ਭਾਈਚਾਰਾ ਹੈ, ਚਾਹੇ ਉਹ ਸਿੱਖ ਕਮਿਊਨਿਟੀ ਹੈ, ਚਾਹੇ ਉਹ ਹਿੰਦੂ ਕਮਿਊਨਿਟੀ ਹੈ ਜਾਂ ਹੋਰ ਕਮਿਊਨਿਟੀ ਹੈ, ਨਮਾਜ਼ ਦੀਆਂ 4 ਜਿਹੜੀਆਂ ਪੋਸਚਰ ਹੁੰਦੀਆਂ ਨੇ ਪੜ੍ਹਨ ਦੀਆਂ। ਵੀ ਪਹਿਲੀ ਗੱਲ ਤਾਂ ਮਤਲਬ ਮੈਂ ਤੁਹਾਨੂੰ ਤਾਂ ਬਿਠਾਇਆ, ਤੁਸੀਂ ਯੂ ਆਰ ਐਕਸਪਰਟ, ਵੀ ਕਿਹਾ ਜਾਂਦਾ ਵੀ ਜਦੋਂ ਵੀ ਨਮਾਜ਼ ਸ਼ੁਰੂ ਕੀਤੀ ਜਾਂਦੀ ਹੈ, ਪਹਿਲਾਂ ਆਪਣੇ ਸਿਰ ਦੇ ਉੱਤੇ ਕੈਪ ਜਾਂ ਸਿਰ ਢੱਕ ਕੇ ਤੇ ਉਹ ਦੋਨੇ ਹੱਥ ਇੱਥੇ ਛਾਤੀ ਤੇ ਰੱਖ ਲੈਂਦੇ ਨੇ, ਹਾਂਜੀ,
ਤੇ ਉਹ ਇਸੇ ਤਰ੍ਹਾਂ ਸਿੱਧੇ ਖੜੇ ਹੋ ਕੇ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਇੱਕ ਮਿਨਿਸਟਰ ਰਾਜੇ ਕੋਲੇ ਪੇਸ਼ ਹੁੰਦਾ, ਉਹ ਇੰਝ ਹੀ ਕਰਕੇ ਹੁੰਦਾ ਨਾ ਵੀ ਕਿਉਂਕਿ ਰਾਜਾ ਸਾਡਾ ਇੱਕੋ ਹੀ ਹੈ, ਅੱਲਾ ਵਾਹਿਗੁਰੂ ਹੈ, ਪਰਮਾਤਮਾ ਹੈ, ਉਹਦੇ ਕੋਲੇ ਜਿਵੇਂ ਪੇਸ਼ ਹੁੰਦੇ, ਇੱਕ ਤਾਂ ਇਹ ਪੋਜੀਸ਼ਨ ਹੁੰਦੀ ਸਭ ਤੋਂ ਪਹਿਲੀ, ਤੇ ਦੂਜੀ ਹੁੰਦੀ ਹੈ ਰੁਕੂ ਦੀ ਮੇਖਾ ਪੋਜੀਸ਼ਨ, ਉਹ ਗੋਡਿਆਂ ਦੇ ਥੱਲੇ ਭਾਰ ਪਾ ਕੇ ਰੁਕੂ ਤੇ ਤੀਸਰੀ ਸਜਦਾ, ਜ਼ਮੀਨ ਤੇ ਪੁੱਠੇ ਪੈ ਕੇ ਆਪਣਾ ਸਿਰ ਜ਼ਮੀਨ ਤੇ ਲਾਉਣਾ ਤਾਂ ਕਿ ਦੱਸਣਾ ਵੀ ਅਸੀਂ ਮਿੱਟੀ ਹੋਈ ਆ, ਹੈਨਾ। ਤੇ ਚੌਥਾ ਹੈਗਾ ਜਲਸਾ, ਫਿਰ ਬੈਠ ਕੇ ਅਸੀਂ ਰੱਬ ਦਾ ਨਾਮ, ਆਪਣੀਆਂ ਗਲਤੀਆਂ ਤੇ ਉਹਨਾਂ ਦੇ, ਦੇਖੋ ਤੁਹਾਨੂੰ ਕਿੰਨਾ ਅੱਛਾ ਪਤਾ ਹੈ, ਬਿਲਕੁਲ ਸਹੀ ਹੈ, ਤੁਸੀਂ ਇਹਨੂੰ ਕਰੈਕਟ ਕਰੋ। ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਸ ਉਹ ਕਰਕੇ ਦੁਆਵਾਂ ਹੀ ਪੜ੍ਹਦੇ, ਅਸੀਂ ਕੁਝ ਨਹੀਂ ਕਰਦੇ ਕਿ ਸਾਨੂੰ ਸਿੱਧੇ ਰਾਸਤੇ ਤੇ ਰੱਖਣਾ। ਜਿਹੜਾ ਅਸੀਂ ਬੀਚ ਵਿੱਚ ਵੀ ਪੜ੍ਹਨਾ ਹੈ ਸਾਰਾ ਕੁਝ, ਉਹ ਪੂਰਾ ਪ੍ਰੋਪਰ ਤਰੀਕਾ ਹੈ। 2 ਰਕਤ ਵੀ ਹੋ ਸਕਦੀ ਹੈ, 4 ਵੀ ਹੋ ਸਕਦੀ ਹੈ, ਤੇ ਈਸ਼ਾ ਵਿੱਚ 3 ਵਿਤਰ ਹੁੰਦੇ ਨੇ। ਤੇ ਬੇਸਿਕਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਕਰਕੇ ਅੱਲਾਹੁ ਅਕਬਰ ਕਹਿ ਕੇ ਗॉड ਆਲਮਾਈਟੀ ਹੈ ਨਾ, ਅੱਲਾਹੁ ਅਕਬਰ ਦਾ ਮਤਲਬ ਇਹ ਗॉड ਇਜ਼ ਦ ਗ੍ਰੇਟੈਸਟ। ਉਹਦੇ ਬਾਅਦ ਫਿਰ ਉਹੀ ਆਪਣਾ ਇਹ ਜਿਹੜਾ ਖੜੇ ਹੋ ਕੇ ਥੋੜਾ ਜਿਹਾ ਪੜ੍ਹਨਾ, ਫਿਰ ਰੁਕੀ ਜਾਣਾ, ਫਿਰ ਉਹਦੇ ਬਾਅਦ ਫਿਰ ਸਜਦੇ ਹੀ ਚਲੇ ਜਾਣਾ। ਸਜਦੇ ਦੇ ਬਾਅਦ ਕਰਕੇ ਫਿਰ ਜਦੋਂ ਤੁਸੀਂ ਐਂਡ ਵਿੱਚ ਖਤਮ ਕਰਦੇ ਹੋ ਤੇ ਬੈਠ ਕੇ, ਜਿਸ ਤੁਸੀਂ ਜਲਸਾ ਕਹਿ ਰਹੇ ਹੋ ਨਾ, ਉਹ ਬੈਠ ਕੇ ਉਹ ਖਤਮ ਕਰਨਾ। ਤੇ ਬੇਸਿਕਲੀ 2 ਰਕਤ ਵੀ ਹੁੰਦੀ ਹੈ, 4 ਵੀ ਹੁੰਦੀ ਹੈ, 1 ਨਹੀਂ ਹੁੰਦੀ, ਪਰ ਹੁੰਦੀ 2 ਹੀ ਹੈ। 2 ਹੈ, 4 ਹੈ ਜਾਂ ਫਿਰ 3 ਹੈ। ਇੱਕ ਮੈਂ ਤੁਸੀਂ ਦੱਸੋ ਵੀ ਜਿਹੜੀ ਇਹ ਕੁਰਾਨ ਹੈ, ਜੇ ਵੀ ਕੁਰਾਨ ਲਿਖਣ ਲੱਗੇ ਕਿੰਨਾ ਟਾਈਮ ਲੱਗਿਆ ਸੀ? ਪਹਿਲਾਂ ਤਾਂ ਲਿਖਿਆ ਕਦੋਂ ਗਿਆ ਸੀਗਾ, ਤੇ ਕਿਸ ਤਰ੍ਹਾਂ ਮਤਲਬ ਜਦੋਂ ਮੁਹੰਮਦ ਸਾਹਿਬ ਨੂੰ ਇਨਲਾਈਟਨਮੈਂਟ ਹੋਈ ਹੈ ਹੀਰਾ ਘਾਟੀ ਦੇ ਵਿੱਚ, ਉੱਥੇ ਕਿਉਂਕਿ ਮੈਡੀਟੇਸ਼ਨ ਕਰਦੇ ਸੀ, ਮੈਡੀਟੇਸ਼ਨ ਚਲੇ ਗਏ ਸੀ, ਉਹ ਸਭ ਛੱਡ ਕੇ। ਕੁਦਰਤੀ ਗੱਲ ਹੈ, ਜਿਹੜਾ ਵੀ ਬੰਦਾ ਮੈਡੀਟੇਸ਼ਨ ਕਰਦਾ, ਕਨਸੈਂਟਰੇਟ ਕਰਦਾ ਅੱਲਾ ਦੀ, ਉਹਦੇ ਤੇ ਹਮੇਸ਼ਾ ਰਹਿਮਤ ਹੁੰਦੀ ਹੈ। ਸੋ ਉਹ ਜਦੋਂ ਰਹਿਮਤ ਹੋਈ, ਕਿਉਂਕਿ ਉੱਥੇ ਤਾਂ ਕੁਝ ਨਹੀਂ ਸੀਗਾ, ਤੇ ਉਹਨਾਂ ਦੇ ਜਿਹੜੇ ਸੀਗੇ ਚੇਲੇ ਕਹਿ ਲਓ ਜਾਂ ਡਿਸਾਈਪਲ ਕਹਿ ਲਓ, ਉਹ ਉੱਥੇ ਜਿਹੜੇ ਪੱਥਰ ਪਏ ਹੁੰਦੇ ਸੀ ਜਾਂ ਚਮੜਾ ਪਿਆ ਹੁੰਦਾ ਸੀਗਾ, ਜੇ ਕਾਗਜ਼ ਪਏ ਹੁੰਦੇ, ਉਹਦੇ ਉੱਤੇ ਵੀ ਜੋ ਕੁਝ ਵੀ ਉਹਨਾਂ ਨੂੰ ਉੱਪਰੋਂ ਫਰਮਾਨ ਹੁੰਦਾ ਸੀ ਅੱਲਾ ਵੱਲੋਂ, ਉਹ ਲਿਖ ਲੈਂਦੇ ਸੀਗੇ। ਤੇ ਜਦੋਂ ਮੁਹੰਮਦ ਸਾਹਿਬ ਦੀ ਡੈਥ ਹੋਈ ਹੈ, ਮੇਰਾ ਖਿਆਲ 'ਚ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੇ ਵੀ ਹਫੀਜ਼ ਜਿਹੜੇ ਮਤਲਬ ਜਿਨ੍ਹਾਂ ਨੂੰ ਮੂੰਹ ਜਵਾਨੀ ਯਾਦ ਸੀ, ਹਾਫਿਜ਼ ਕਿਉਂਕਿ ਕਹਿੰਦੇ ਪ੍ਰੋਨਾਂਸੀਏਸ਼ਨ ਫਰਕ, ਕਿਉਂਕਿ ਉਸ ਜ਼ਮਾਨੇ 'ਚ ਸਾਰੇ ਕੁਝ ਕਲਮ ਸ਼ਲਮ ਤੇ ਹੁੰਦੇ ਨਹੀਂ ਸੀ ਨਾ, ਲੋਕਾਂ ਨੂੰ ਸਿਰਫ ਯਾਦ ਦਿਲ 'ਚ ਕਰਕੇ। ਤੇ ਸੋਚੋ 30 ਚੈਪਟਰ ਯਾਦ ਕਰਨਾ, ਇਟਸ ਨਾਟ ਈਜ਼ੀ। ਹਾਫਿਜ਼, ਹਾਂਜੀ। ਸੋ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਉਹ ਕੁਰਾਨ ਦੀ ਸ਼ੇਪ ਦਿੱਤੀ। ਉਹਨਾਂ ਨੂੰ ਮੇਖਾ ਕਾਫੀ ਸਾਲ, ਬਹੁਤ ਸਾਲ ਲੱਗੇ ਸੀ ਲਿਖਣ ਦੇ ਲੱਗੇ। ਤੇ ਜਦੋਂ ਲੱਗੇ ਤੇ ਉਹ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਜਿਹੜੇ ਨੇ ਮੁਸਲਿਮ ਭਾਈਚਾਰਾ ਵੀ ਜਿਹੜਾ ਹੈਗਾ 2 ਹਿੱਸਿਆਂ 'ਚ ਵੰਡਿਆ ਗਿਆ, ਸ਼ੀਆ ਤੇ ਸੁੰਨੀ। ਹਾਂਜੀ, ਤੇ ਮੇਰੇ ਖਿਆਲ ਇੱਕ ਜਿਹੜੇ ਸੈਕਟ ਦੇ ਲੋਕ ਸੀਗੇ, ਉਹ ਮੁਹੰਮਦ ਸਾਹਿਬ ਦੇ ਜਿਹੜੇ son-in-law ਸੀਗੇ, ਫਾਤਿਮਾ ਦੇ ਹਸਬੈਂਡ, ਉਹਨਾਂ ਨੂੰ ਆਪਣਾ ਪੈਗੰਬਰ ਮੰਨਦੇ ਸੀ। ਹਜ਼ਰਤ ਅਲੀ, ਅਬੂ ਬਕਰ ਸੀ, ਇਹ ਸਾਰੇ ਉਹ ਸੀ ਨਾ ਆਪਣੇ ਜਿਹੜੇ, ਕਿਉਂਕਿ ਲੇਕਿਨ ਥੋੜਾ ਪਿੱਛੇ ਜਾ ਕੇ ਥੋੜਾ ਤੁਹਾਨੂੰ ਦੱਸਦੇ ਹਾਂ ਕਿ ਕੁਰਾਨ ਨੂੰ ਰਿਵੀਲ ਹੁੰਦੇ ਹੋਏ 23 ਸਾਲ ਲੱਗੀ ਸੀ। ਇਹ ਜਿਹੜੇ 30 ਚੈਪਟਰ ਸੀਗੇ 23 ਸਾਲ ਲੱਗੇ, 22 ਸਾਲ 11 ਮਹੀਨੇ 5 ਦਿਨ। ਜੀ, ਤੁਹਾਨੂੰ ਕਿੰਨਾ ਅੱਛਾ ਪਤਾ ਹੈ, ਮੇਰੇ ਕੋਲੋਂ ਜ਼ਿਆਦਾ ਪਤਾ ਹੈ। ਤੇ ਉਹਦੇ ਬਾਅਦ ਫਿਰ ਜਦੋਂ ਜੋ ਵੀ ਵਹੀ ਉਹਨਾਂ ਕੋਲੋਂ ਜੋ ਵੀ ਮਤਲਬ ਓਰਲੀ ਰਿਵੀਲਡ ਕੀਤਾ ਗਿਆ ਤੇ ਨਾ, ਉਹਨਾਂ ਨੇ ਫਰਿਸ਼ਤੇ ਜਿਹੜੇ ਸੀ ਜਿਬਰਾਈਲ, ਤੇ ਫਿਰ ਜੋ ਉਹਨਾਂ ਤੋਂ ਹੁੰਦਾ ਸੀ ਉਹ ਆ ਕੇ ਥੋੜੇ ਜਿਹੜੇ ਬਾਕੀ ਉਹਨਾਂ ਦੇ ਹੁੰਦੇ ਸੀ ਉਹਨਾਂ ਨੂੰ ਦੱਸ ਦਿੰਦੇ ਸੀ। ਉਹ ਸਾਰੇ ਯਾਦ ਜੈਸੇ ਹਿਫਜ਼ ਕਰ ਲੈਂਦੇ ਸੀ, ਤੇ ਉਹ ਸਾਰਾ ਦਿਲਾਂ 'ਚ ਹਿਫਜ਼, ਕਿਉਂਕਿ ਇਹ ਤੇ ਖੁਦਾ ਦੀ ਕਿਤਾਬ ਹੈਗੀ ਹੈ ਨਾ, ਤੇ ਉਹ ਸਾਰਾ ਦਿਲਾਂ 'ਚ ਹਿਫਜ਼ ਹੋ ਜਾਂਦਾ, ਯਾਦ ਹੋ ਜਾਂਦਾ ਸੀ। ਤੇ ਉਹਦੇ ਬਾਅਦ ਫਿਰ ਜਦੋਂ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਡੈਥ ਹੋਈ, ਬਹੁਤ ਸਾਰੇ ਔਰ ਹੁਕਮ ਆਏ, ਨਮਾਜ਼ ਕਿਸ ਤਰ੍ਹਾਂ ਕਰਨੀ ਹੈ, ਮਤਲਬ ਜ਼ਿੰਦਗੀ ਗੁਜ਼ਾਰਨੇ ਦਾ ਤਰੀਕਾ, ਕਿਸੇ ਦੀ ਡੈਥ ਹੋ ਜਾਏ ਕੀ ਕਰਨਾ ਹੈ, ਸਾਰਾ ਕੁਛ ਨਾ। ਤੇ ਉਹਦੇ ਬਾਅਦ ਫਿਰ ਜਦੋਂ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਡੈਥ ਹੁੰਦੀ ਹੈ, ਤੇ ਫਿਰ ਉਹ ਸੀ ਕੈਲਫ ਸੀਗੇ, ਹੈ ਨਾ, ਖਲੀਫਾ। ਤੇ ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਅਲੀ ਔਰ ਹਜ਼ਰਤ ਉਮਰ ਫਾरूक ਸੇ 4 ਖਲੀਫਾ ਸੀਗੇ ਨਾ, ਤੇ ਇਹਨਾਂ ਦੇ ਆਪਣੇ ਆਪਣੇ ਦੌਰ ਆਏ। ਤੇ ਉਹਦੇ ਬਾਅਦ ਫਿਰ ਜ਼ਾਹਿਰ ਹੈ ਠੀਕ ਹੈ ਸੁन्नी ਹੋ ਗਏ, ਤੇ ਫਿਰ ਸ਼ੀਆ ਹੋ ਗਏ, ਡਿਫਰੈਂਟ। ਫਿਰ ਅੱਗੇ ਅਸੀਂ ਡਿਵਾਈਡ ਹੁੰਦੇ ਗਏ, ਤੇ ਡਿਵਾਈਡ ਹੋ ਕੇ ਦੇਖੋ ਅੱਜ ਕੀ ਹਾਲ ਹੈ ਕਿ ਅਸੀਂ ਕਿੰਨੇ ਡਿਵਾਈਡਡ ਨੇ, ਹੋਰ ਕਿੰਨੇ ਫਿਰਕੇ ਆ ਗਏ। ਹਾਂਜੀ, ਇਹ ਤਾਂ ਕੁਦਰਤ ਦੀ ਹਰ ਧਰਮ ਦੇ ਵਿੱਚ ਇਹੀ ਹੈ, ਕਿਉਂਕਿ ਪਰਮਾਤਮਾ ਨੇ ਕਿਉਂਕਿ ਇਨਸਾਨ ਪੈਦਾ ਕੀਤਾ ਹੈ। ਜਦੋਂ ਅਸੀਂ ਆਪ ਇਨਸਾਨ ਪੈਦਾ ਹੋ ਗਏ ਨਾ, ਦੇਖੋ ਜਿਹੜਾ ਪੱਥਰ ਨੇ, ਹਾਂਜੀ, ਪੱਥਰ ਜਿਹੜੇ ਨੇ ਉਹਨਾਂ ਨੂੰ ਅਸੀਂ ਹੌਲੀ ਹੌਲੀ ਤਰਾਸ਼ਦੇ ਹਾਂ, ਤਰਾਸ਼ ਕੇ ਉਹ ਪਰਮਾਤਮਾ ਦੀ ਮੂਰਤ ਬਣ ਜਾਂਦੀ ਹੈ। ਤੇ ਉਹਦੇ ਲਈ ਅਸੀਂ ਜੇ ਉਹਦੇ ਕੋਈ ਵੀ ਛੋਟੀ ਜਿਹੀ ਪ੍ਰੋਬਲਮ ਆ ਜਾਏ, ਅਸੀਂ ਜਿਹੜੇ ਪਰਮਾਤਮਾ ਦੇ ਅੱਲਾ ਦੇ ਜਿਹੜੇ ਅਸੀਂ ਮੰਦਰ ਆ ਨਾ, ਉਹਨਾਂ ਨੂੰ ਅਸੀਂ ਫਟਾਫਟ ਗਰਦਨਾਂ ਵੱਢ ਦਿੰਦੇ ਹਾਂ, ਨਫ਼ਰਤ ਕਰਦੇ ਹਾਂ, ਕਿਉਂਕਿ ਅਸੀਂ ਆਪਣੀ ਬਣਾਈ ਹੋਈ ਚੀਜ਼ ਦੀ ਬੜੀ ਮਾਣ ਕਰਦੇ ਹਾਂ। ਅਸੀਂ ਮਸਜਿਦ ਬਣਾ ਲਈ, ਮੰਦਰ ਬਣਾ ਲਿਆ, ਗੁਰਦੁਆਰਾ ਬਣਾ ਲਿਆ, ਉਹਦੀ ਇੱਟ ਨੂੰ ਜਾਂ ਉੱਥੇ ਕੋਈ ਗਲਤ ਸ਼ਬਦ ਲਿਖ ਦੀ, ਅਸੀਂ ਜਿਹੜੇ ਪਰਮਾਤਮਾ ਦੇ ਅੱਲਾ ਦੇ ਮੰਦਰ ਬਣਾਏ ਹੋਏ ਨੇ ਨਾ, ਮਸਜਿਦਾਂ ਬਣਾਈਆਂ, ਉਹਨਾਂ ਨੂੰ ਫਟਾਫਟ ਖਤਮ ਕਰ ਦਿੰਦੇ ਹਾਂ। ਸੋ ਇਸ ਕਰਕੇ ਕਿਉਂਕਿ ਅਸੀਂ ਰੂਹਾਨੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੋਈ। ਇਸੇ ਕਰਕੇ ਮੈਂ ਕਹਿੰਦਾ ਵੀ ਜਿੰਨੇ ਵੀ ਫਨੈਟਿਕ ਲੋਕ ਨੇ ਉਹ ਸਪਿਰਚੁਅਲਿਟੀ ਨੂੰ ਧਰਮਾਂ ਦੇ ਵਿੱਚ ਵੰਡ ਦਿੰਦੇ ਨੇ।
ਸੋ ਇਸ ਕਰਕੇ ਹੁਣ ਤੁਸੀਂ ਥੋੜਾ ਜਿਹਾ ਮੈਨੂੰ ਇੰਜ ਵੀ ਦੱਸੋ ਵੀ ਜਿਹੜੇ ਰੋਜ਼ੇ 30 ਦਿਨ ਦਾ ਸਰਕਲ ਹੈ ਜਾਂ 29 ਦਾ ਸਰਕਲ ਹੈ, ਉਦੋਂ ਬਾਅਦ ਇਨਾਮ ਵੀ ਮਿਲਦਾ, ਉਹਨੂੰ ਈਦ ਕਹਿੰਦੇ ਨੇ, ਮਿੱਠੀ ਈਦ ਕਹਿੰਦੇ ਨੇ, ਜਾਂ ਈਦ ਬਕਰ ਈਦ ਹੁੰਦੀ ਹੈ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਤੁਸੀਂ ਦੇਖੋ ਕਿ ਈਦ ਦਾ ਮਜ਼ਾ ਤੇ ਫਿਰ ਉਹੀ ਲੈ ਸਕਦਾ ਹੈ ਨਾ ਜਿਨ੍ਹਾਂ ਨੇ 30 ਦਿਨ ਜਾਂ 29 ਦਿਨ ਰੋਜ਼ੇ ਰੱਖੇ ਹੋ। ਸਵੇਰ ਦਿਨ ਵੇਲੇ ਕੁਝ ਨਹੀਂ ਖਾਣਾ, ਤੇ ਸਭ ਤੋਂ ਪਹਿਲੀ ਤੇ ਅੱਛੀ ਚੀਜ਼ ਲੱਗਦੀ ਹੈ ਕਿ ਤੁਸੀਂ ਦਿਨੇ ਕੁਝ ਖਾ ਸਕਦੇ ਹੋ, ਤੇ ਉਹ ਜਿਹੜੀ ਫੀਲਿੰਗ ਹੈ ਨਾ ਉਹਦਾ ਤੁਸੀਂ ਅਗਰ ਮਜ਼ਾ ਲੈਣਾ ਨਾ ਤੇ ਤੁਸੀਂ ਰੋਜ਼ਾ ਚਾਹੇ ਬੇਸ਼ੱਕ ਇੱਕ ਦਿਨ ਲੈ ਲਓ, ਤੇ ਤੁਸੀਂ ਜ਼ਰੂਰ ਰੱਖ ਕੇ ਦੇਖਣਾ ਕਿ ਈਦ ਦਾ ਮਜ਼ਾ ਕੀ ਹੁੰਦਾ ਹੈ ਕਿ ਤੁਸੀਂ ਦਿਨ ਵਿੱਚ ਜਾ ਕੇ ਸਭ ਤੋਂ ਪਹਿਲੇ ਤਾਂ ਖੈਰ ਨਮਾਜ਼ ਹੁੰਦੀ ਹੈ ਫਜਰ ਦੀ ਪੜ੍ਹ ਕੇ, ਤੇ ਫਿਰ ਈਦ ਦੀ ਨਮਾਜ਼ ਹੁੰਦੀ ਹੈ, ਤੇ ਬੱਚਿਆਂ ਨੂੰ ਛੋਟਿਆਂ ਨੂੰ ਤੁਸੀਂ ਮਤਲਬ ਮਿੱਠੀ ਚੀਜ਼ ਕੋਈ ਖਾਣੀ, ਸਭ ਤੋਂ ਪਹਿਲੇ ਜਾ ਕੇ ਕੁਝ ਖਾਣੀ, ਤੇ ਦਿਨ ਵਿੱਚ ਤੁਸੀਂ ਖਾ ਸਕਦੇ ਹੋ। ਤੇ ਉਹ ਈਦ ਦਾ ਮਜ਼ਾ ਤੇ ਫਿਰ ਉਹਦੇ ਲਈ ਹੈ ਜਿਹੜੇ ਨੇ ਪੂਰੇ ਰੋਜ਼ੇ ਰੱਖੇ ਹੋ ਤੇ ਫਿਰ ਉਹ ਈਦ ਸੈਲੀਬ੍ਰੇਟ ਕਰਦਾ ਹੈ ਨਾ। ਮੈਨੂੰ ਯਾਦ ਹੈ ਮੁਹੰਮਦ ਸਾਹਿਬ ਦੇ ਟਾਈਮ ਦੀ ਗੱਲ ਕਿ ਮੁਹੰਮਦ ਸਾਹਿਬ ਇੱਕ ਵਾਰ ਇਹ ਆਈ ਹੈ ਬਕਾਇਦਾ, ਮੈਂ ਇਸ ਤਰ੍ਹਾਂ ਨਹੀਂ ਸੁਣੀ ਸੁਣਾਈ ਗੱਲ ਨਹੀਂ ਕਿ ਮੈਂ ਪੜ੍ਹੀ ਹੈ ਜ਼ਰੂਰ, ਕਿ ਮੁਹੰਮਦ ਸਾਹਿਬ ਮਸਜਿਦ ਜਾ ਰਹੇ ਸੀਗੇ, ਤੇ ਜੋ ਜਾ ਰਹੇ ਸੀਗੇ ਇੱਕ ਮੈਦਾਨ ਵਿੱਚ ਦੀ ਨਿਕਲੇ, ਉੱਥੇ ਬੱਚੇ ਕੁਝ ਖੇਡ ਰਹੇ ਸੀ, ਜੋ ਵੀ ਗੇਮ ਖੇਡ ਰਹੇ ਸੀ, ਤੇ ਇੱਕ ਬੱਚਾ ਕਿਸੇ ਕਾਰਨਰ ਤੇ ਬੈਠਾ ਉਦਾਸ ਬੈਠਾ ਸੀ, ਤੇ ਮੁਹੰਮਦ ਸਾਹਿਬ ਉਹਦੇ ਕੋਲ ਗਏ। ਉਹ ਮੁਹੰਮਦ ਸਾਹਿਬ ਦੇ ਨਾਲ ਉਹਨਾਂ ਦਾ ਨਾਤੀ ਵੀ ਸੀ, ਨਾਤੀ ਮੀਨਸ ਫਾਤਿਮਾ ਬੇਟੀ ਦਾ ਅੱਗੇ ਲੜਕਾ, ਨਾਤੀ ਇਸੇ ਨੂੰ ਕਹਿੰਦੇ ਨੇ, ਦੋ ਤਿੰਨ ਅਸੀਂ ਪੰਜਾਬੀ ਚ ਕਹਿੰਦੇ ਆ ਵੀ। ਉਹ ਜਾ ਰਹੇ ਸੀਗੇ ਤੇ ਜੋ ਮੁਹੰਮਦ ਸਾਹਿਬ ਉਹਨਾਂ ਕੋਲ ਰੁਕੇ ਬੱਚੇ ਕੋਲੇ, ਉਹਨੂੰ ਪੁੱਛਿਆ ਬੇਟਾ ਵੀ ਤੂੰ ਰੋ ਕਿਉਂ ਰਿਹਾ, ਉਦਾਸ ਕਿਉਂ ਹੈ? ਉਹ ਕਹਿੰਦਾ ਜੀ ਮੇਰਾ ਅੱਬੂ ਨਹੀਂ ਹੈ, ਮੇਰਾ ਫਾਦਰ ਨਹੀਂ ਹੈ, ਤੇ ਇਸ ਕਰਕੇ ਵੀ ਲੋਕ ਸਾਰੇ ਆ ਦੇਖੋ ਖੇਡ ਰਹੇ ਨੇ, ਕੋਈ ਖੁਸ਼ੀ, ਕਿਸੇ ਨੇ ਟੋਏ ਲਿਆ, ਕਿਸੇ ਨੇ ਕੋਈ ਮਠਾਈ ਦੇ ਰਹੇ ਨੇ, ਤੇ ਮੈਨੂੰ ਤਾਂ ਕੋਈ ਦੇਣ ਵਾਲਾ ਨਹੀਂ। ਮੁਹੰਮਦ ਸਾਹਿਬ ਕਹਿੰਦੇ ਉਹਨੂੰ ਉਂਗਲੀ ਪਕੜ ਕੇ ਆਪਣੇ ਘਰ ਲੈ ਕੇ ਵਾਪਸ, ਨਮਾਜ਼ 'ਚ ਨਹੀਂ ਗਏ। ਜਦੋਂ ਘਰ ਆਏ ਉਹਨੂੰ ਨਵਾਇਆ, ਨਵੇਂ ਕੱਪੜੇ ਦਿੱਤੇ, ਖਾਣ ਨੂੰ ਮਠਾਈ ਦਿੱਤੀ, ਤੇ ਉਹ ਫਿਰ ਵੀ ਉਦਾਸ ਰਿਹਾ। ਤੇ ਮੁਹੰਮਦ ਸਾਹਿਬ ਨੇ ਪੁੱਛਿਆ, ਨਾਲ ਉਹਨਾਂ ਦਾ ਨਾਤੀ ਵੀ ਸੀਗਾ, ਤੇ ਵੀ ਬੇਟਾ ਹੁਣ ਕੀ ਗੱਲ ਹੋ ਗਈ, ਤੂੰ ਹੁਣ ਕਿਉਂ ਉਦਾਸ ਹੈ? ਤੈਨੂੰ ਸਭ ਕੁਝ ਮਿਲ ਗਿਆ, ਤੈਨੂੰ ਮਠਿਆਈ ਵੀ ਮਿਲ ਗਈ, ਤੈਨੂੰ ਕੱਪੜੇ ਹੀ ਦਿੱਤੇ, ਤੇ ਸਾਰਾ ਕੁਝ ਠੀਕ ਹੈ, ਹੁਣ ਕੀ ਹੈ? ਉਹ ਕਹਿੰਦਾ ਜੀ ਅੱਜ ਤਾਂ ਤੁਸੀਂ ਮੈਨੂੰ ਦੇਤਾ, ਪਰ ਮੇਰਾ ਤਾਂ ਅੱਬੂ ਨਹੀਂ ਹੈ, ਅਗਲੇ ਸਾਲ ਕੌਣ ਕਰੂਗਾ? ਕਹਿੰਦੇ ਉਸ ਟਾਈਮ ਮੁਹੰਮਦ ਸਾਹਿਬ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਵੀ ਅੱਜ ਤੋਂ ਮੈਂ ਹੀ ਤੇਰਾ ਅੱਬੂ ਹਾਂ, ਤੇ ਉਹਨਾਂ ਨੂੰ ਉਹ ਯਕੀਨ ਦੇ ਕੇ ਆਪਣੇ ਮੋਢਿਆਂ ਤੇ ਉਹ ਬੱਚੇ ਨੂੰ ਬਿਠਾਇਆ, ਤੇ ਬਿਠਾ ਕੇ ਉਹ ਉਂਗਲੀ ਫੜੀ ਆਪਣੇ ਨਾਤੀ ਦੀ। ਹਾਲਾਂਕਿ ਨਾਤੀ ਸਭ ਤੋਂ ਪਿਆਰਾ ਹੁੰਦਾ, ਉਹਨੂੰ ਬਿਠਾਉਣਾ ਚਾਹੀਦਾ ਸੀ, ਪਰ ਨਹੀਂ, ਕਿਉਂਕਿ ਉਹ ਪੈਗੰਬਰ ਸੀਗੇ, ਉਹ ਰੱਬ ਦਾ ਰੂਪ ਸੀਗੇ, ਖੁਦਾ ਦਾ ਰੂਪ ਸੀਗੇ, ਇਸ ਕਰਕੇ ਉਹਨਾਂ ਨੂੰ ਨਾਲ ਮੋਢਿਆਂ ਤੇ ਬਿਠਾ ਕੇ ਜੋ ਮਸਜਿਦ ਪਹੁੰਚੇ, ਤੇ ਮਸਜਿਦ ਦੇ ਲੋਕਾਂ ਨੇ ਦੇਖਿਆ ਵੀ ਮੁਹੰਮਦ ਸਾਹਿਬ ਆਏ ਨੇ, ਤੇ ਆ ਕਿਹਨੂੰ ਬਿਠਾਇਆ? ਤੁਸੀਂ ਦੇਖੋ ਉਹ ਵੀ ਕਿੰਨਾ ਉੱਚਾ ਕਿਸਮਤ ਵਾਲਾ ਹੋਊਗਾ। ਸੋ ਮੇਰਾ ਕਹਿਣ ਦਾ ਪਰਪਸ ਇਹ ਹੈ ਵੀ ਜਿਹੜੇ ਪੀਰ ਪੈਗੰਬਰ ਪਰਫੈਕਟ ਮਾਸਟਰ ਔਲੀਆ ਆਉਂਦੇ ਨੇ, ਉਹ ਆਪਣੇ ਆਪ ਇੱਕ ਐਗਜ਼ਾਮਪਲ ਵੀ ਸੈੱਟ ਕਰਦੇ ਨੇ ਦੁਨੀਆ ਨੂੰ, ਸਿਰਫ ਸ਼ਬਦਾਂ ਦੇ ਨਾਲ ਨਹੀਂ। ਇਹ ਮੈਂ ਜਦੋਂ ਪੜ੍ਹੀ ਤੇ ਮੈਨੂੰ ਬੜਾ ਲੱਗਿਆ ਵੀ ਵਾਕਈ ਹੀ ਕੋਈ ਜਿਹੜੇ ਪੈਗੰਬਰ ਹੁੰਦੇ ਨੇ ਉਹਨਾਂ 'ਚ ਕੋਈ ਖਾਸ ਗੁਣ ਨੇ, ਤਾਂ ਹੀ ਤਾਂ ਅਸੀਂ ਉਹਨਾਂ ਨੂੰ ਸਿਜਦੇ ਕਰਦੇ ਹਾਂ ਹੱਥਾਂ ਤੇ। ਦੇਖੋ ਨਾ ਉਹ ਅਹਿਸਾਸ, ਉਹ ਫੀਲਿੰਗ ਕਿ ਉਹ ਬੱਚੇ ਦੇ ਕੀ ਬੀਤਦੇ ਹੋਗੀ। ਇਸ ਤਰ੍ਹਾਂ ਦਾ ਇੱਕ ਹੋਰ ਕਿੱਸਾ ਵੀ ਹੈ ਜਿਹੜਾ ਅਕਸਰ ਤੁਸੀਂ ਸ਼ਾਇਦ ਸੁਣਿਆ ਵੀ ਹੋਏ ਕਿ ਇੱਕ ਮਾਂ ਆਈ ਕਿ ਮੇਰਾ ਬੇਟਾ ਚੀਨੀ ਬਹੁਤ ਖਾਂਦਾ ਹੈ, ਤੇ ਉਹ ਫਿਰ ਪ੍ਰੋਫਿਟ ਮੁਹੰਮਦ ਨੇ ਕਹਾ ਅੱਛਾ ਤੂੰ ਇਸ ਤਰ੍ਹਾਂ ਕਰਨਾ, ਤੂੰ ਕੱਲ ਆਣਾ। ਤੇ ਉਹਦੇ ਬਾਅਦ ਫਿਰ ਉਹ ਦੁਬਾਰਾ ਆਈ, ਤੇ ਉਹਨੇ ਕਹਾ, ਫਿਰ ਬੱਚੇ ਨੂੰ ਸਮਝਾਇਆ ਕਿ ਬੇਟਾ ਮਤਲਬ ਚੀਨੀ ਨਾ ਖਾਏ। ਤੇ ਉਹਦੇ ਬਾਅਦ ਜਦੋਂ ਪੁੱਛਿਆ ਕਿ ਤੁਸੀਂ ਕੱਲ ਇਹ ਗੱਲ ਤੇ ਤੁਸੀਂ ਕੱਲ ਵੀ ਕਰ ਸਕਦੇ ਸੀ, ਤੇ ਉਹਨਾਂ ਨੇ ਕਹਾ ਕਿ ਮੈਂ ਖੁਦ ਖਾਂਦਾ ਸੀ, ਮੈਂ ਇਹਨੂੰ ਕਿਸ ਤਰ੍ਹਾਂ ਨਸੀਹਤ ਕਰ ਸਕਦਾ ਸੀ ਕਿ ਤੂੰ ਨਾ ਖਾ ਚੀਨੀ। ਤੇ ਪਹਿਲੇ ਤੇ ਮੈਂ ਆਪਣੇ ਆਪ ਨੂੰ ਜ਼ਰਾ ਕਰਕੇ ਫੇਰ ਹੀ ਮੈਂ ਕੁਝ ਚੰਗਾ ਲਗਾਂਗਾ ਨਾ ਕਿ ਮੈਂ ਕਿਸੇ ਨੂੰ ਕੁਝ ਐਡਵਾਈਸ ਕਰ ਸਕਾਂ। ਤੇ ਦੇਖੋ ਇਹ ਅਹਿਸਾਸ ਕਰਨ ਦਾ ਹੀ ਮਕਸਦ ਤੇ ਹੈਗਾ ਨਾ, ਤੇ ਉਹ ਸਾਰਾ ਹੈ। ਬਟ ਅਸੀਂ ਬਸ ਹੋਰ ਚੀਜ਼ਾਂ ਨਹੀਂ ਚ, ਬਲਕਿ ਅਗਰ ਤੁਸੀਂ ਥੋੜਾ ਹੈਲਪ ਆਊਟ ਕਰ ਸਕੋ। ਡਾਕਟਰ ਰਵੀ, ਅੱਜ ਕੱਲ ਜਿਹੜਾ ਇਹ ਹੇਟ ਹੈ ਨਾ, ਇਹਨੇ ਬਹੁਤ ਕੁਝ ਖਤਮ ਕਰ ਦਿੱਤਾ। ਹੇਟ ਨੂੰ ਖਤਮ ਕਰਨ ਦਾ ਕੀ ਤਰੀਕਾ ਹੈ? ਹੇਟ ਨੂੰ ਤਾਂ ਇੱਕੋ ਹੀ ਤਰੀਕਾ ਹੈ ਜੀ। ਦੇਖੋ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਨਾ, ਥਿੰਕ ਬਿਫੋਰ ਵੀ ਡੂ, ਥਿੰਕ ਬਿਫੋਰ ਵੀ ਸਪੀਕ। ਕਿਉਂਕਿ ਜਦੋਂ ਇੱਕ ਵਾਰ ਚੀਜ਼ ਕਰ ਦਿੱਤੀ ਜਾਂਦੀ ਹੈ, ਚੰਗੀ ਜਾਂ ਮਾੜੀ, ਆਪਾਂ ਜ਼ਮੀਨ ਦੇ ਵਿੱਚ ਕਣਕ ਦਾ ਇੱਕ ਦਾਣਾ ਪਾਉਣੇ ਆ, ਵੀਟ ਦਾ ਪਾਉਣੇ ਆ, ਉਹ ਸਾਨੂੰ ਵਾਪਸ ਥੋੜੇ ਜਿਹੇ ਸਾਲ ਬਾਅਦ, 6 ਮਹੀਨੇ ਬਾਅਦ, ਜਦੋਂ 9 ਮਹੀਨੇ ਬਾਅਦ ਉਹ ਬੂਟਾ ਵੱਡਾ ਹੁੰਦਾ, ਕਦੇ ਇੱਕ ਦਾਣਾ ਨਹੀਂ ਆਉਂਦਾ। ਫਿਰ ਉਹ ਦਾਣੇ ਕਿੰਨੇ ਹੀ ਆਉਂਦੇ, ਇੱਕ ਬੀਜਿਆ ਇੱਕ ਸੀਗਾ, ਆਏ ਕਿੰਨੇ। ਗੁਠਲੀ ਅਸੀਂ ਇੱਕ ਬੀਜੀ, ਅੰਬ ਕਿੰਨੇ ਆਏ। ਮਿਰਚ ਇੱਕ ਬੀਜੀ ਤੇ ਮਿਰਚਾਂ ਕਿੰਨੀਆਂ ਆਈਆਂ। ਸੋ ਕੰਮ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ। ਇਹ ਜਦੋਂ ਵੀ ਸਾਡੇ, ਇਹ ਕੁਦਰਤ ਦਾ ਨਿਯਮ ਹੈ। ਮੈਂ ਤੁਹਾਨੂੰ ਸਪਿਰਿਚੁਅਲ ਪੁਆਇੰਟ ਆਫ ਵਿਊ ਨਾਲ ਦੱਸਿਆ, ਕੁਦਰਤ ਦਾ ਨਿਯਮ ਹੈ। ਚਾਹੇ ਉਹ ਮੁਹੰਮਦ ਸਾਹਿਬ ਹੋਣ, ਚਾਹੇ ਗੁਰੂ ਨਾਨਕ ਸਾਹਿਬ ਹੋਣ, ਚਾਹੇ ਜੀਸਸ ਕ੍ਰਾਈਸਟ ਹੋ, ਚਾਹੇ ਰਾਮਚੰਦਰ ਹੋਣ, ਬੁੱਧਾ ਆਏ ਨੇ, ਗੁਰੂ ਨਾਨਕ ਆਏ ਨੇ, ਸਾਰੇ ਆਏ ਨੇ। ਜਦੋਂ ਉਹ ਆਏ ਸਾਡੇ ਵਰਗੇ ਸੀਗੇ ਉਹ, ਪਰ ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਆਪਣੀ ਐਨਲਾਈਟਨਮੈਂਟ ਲੈ ਲਈ। ਜਿਵੇਂ ਹੀਰਾ ਘਾਟੀ ਦੇ ਵਿੱਚ ਮੁਹੰਮਦ ਸਾਹਿਬ ਨੂੰ ਐਨਲਾਈਟਨਮੈਂਟ ਹੋਈ, ਪਰਮਾਤਮਾ ਦੇ ਪੈਗੰਬਰ ਬਣੇ। ਸੋ ਇਸੇ ਤਰ੍ਹਾਂ ਹੀ ਜਦੋਂ ਉਹ ਆਉਂਦੇ ਨੇ, ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਪਰ ਅਸੀਂ ਕੀ ਲੋਕ ਆ, ਉਹਨਾਂ ਨਾਲ ਕੀ ਕਰਦੇ ਹਾਂ? ਹਿਸਟਰੀ ਭਰੀ ਪਈ ਹੈ। ਕਿਸੇ ਤੇ ਅਸੀਂ ਪੱਥਰ ਮਾਰ ਦਿੰਦੇ ਹਾਂ, ਕਿਸੇ ਨੂੰ ਅਸੀਂ ਫਾਂਸੀ ਦੇ ਦਿੰਦੇ ਹਾਂ, ਕਿਸੇ ਨੂੰ ਕੁਛ ਦੇ ਦਿੰਦੇ। ਕਿਉਂ ਦਿੰਦੇ ਹਾਂ? ਉਹ ਜਿਹੜੇ ਸਾਡੇ ਚੌਧਰੀ ਨੇ ਨਾ, ਕੜਮ ਫੈਨੈਟਿਕ ਲੋਕ ਨੇ, ਉਹ ਕਰਦੇ ਨੇ, ਕਿਉਂਕਿ ਉਹਨਾਂ ਦੇ ਰੁਜ਼ਗਾਰ ਦੇ ਉੱਤੇ ਨੁਕਸਾਨ ਹੋ ਰਿਹਾ ਹੁੰਦਾ।
ਸੋ ਜਦੋਂ ਉਹ ਚਲੇ ਜਾਂਦੇ ਨੇ ਪੀਰ ਪੈਗੰਬਰ ਜਿਹੜੇ ਤਾਂ ਉਹਨਾਂ ਨੂੰ ਮੰਨ ਲੈਂਦੇ ਨੇ ਉਹ ਤਾਂ ਤਰ ਜਾਂਦੇ ਨੇ, ਜਦੋਂ ਨਹੀਂ ਮੰਨਦੇ ਫਿਰ ਜਿਹੜੇ ਪ੍ਰਬੰਧਕ ਹੁੰਦੇ ਨੇ ਐਡਮਿਨਿਸਟ੍ਰੇਟਰ ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ, ਉਹ ਫਿਰ ਆਪਣੇ ਜਾਤੀ ਮਫਾਦ ਦੇ ਕਰਕੇ ਨਫ਼ਰਤਾਂ ਪੈਦਾ ਕਰਦੇ ਨੇ। ਜਦੋਂ ਇੱਕ ਵਾਰ ਨਫ਼ਰਤ ਪੈਦਾ ਹੋ ਜਾਏ ਨਾ, ਦੇਖੋ ਨਫ਼ਰਤ ਤੇ ਪਿਆਰ ਕੀ ਹੈ, ਪਿਆਰ ਜਿਹੜਾ ਹੈਗਾ ਉਹ 1 2 3 4 5 ਦੀ ਰੇਸ਼ੋ ਨਾਲ ਚੱਲਦਾ, ਨਫ਼ਰਤ 2 4 8 16 32 ਇਸ ਤਰ੍ਹਾਂ ਚੱਲਦੀ ਹੈ। ਤੁਸੀਂ ਮੈਨੂੰ ਅੱਜ ਆਪਾਂ ਬੈਠੇ ਆਪਣਾ ਪਿਆਰ ਹੈ, ਅਸੀਂ ਹੌਲੀ ਹੌਲੀ ਪਿਆਰ ਨੂੰ ਡਿਵੈਲਪ ਕਰਾਂਗੇ, ਪਰ ਜੇ ਨਫ਼ਰਤ ਹੈ ਮੈਂ ਕਿਹਾ ਨਹੀਂ ਤੁਸੀਂ ਮੇਰੇ ਬਾਰੇ ਕੁਝ ਕਹਿ ਦਿਓ ਤੇ ਕਿੰਨੀ ਗੱਲ ਤੁਸੀਂ ਇੱਕ ਗੱਲ ਕੱਢੋਗੇ ਮੈਂ 4 ਫਟ ਕੱਢਾਂ, ਸਾਡੇ ਮਨ ਦੇ ਵਿੱਚ ਤਾਂ ਹੈਗੀ ਉਹਦਾ ਵੀ ਲੈਵਲ ਹੈ, ਉਹਦਾ ਲੈਵਲ। ਸੋ ਇਸ ਕਰਕੇ ਜਿਹੜੀਆਂ ਪ੍ਰੋਬਲਮਾਂ ਵੱਧ ਇਸੇ ਕਰਕੇ ਰਹੀਆਂ, ਪਰ ਸਾਨੂੰ ਕਦੇ ਵੀ ਇਹ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਸ ਤਰ੍ਹਾਂ ਹੁਣ ਕਿਹਾ ਵੀ ਜਿੰਨੇ ਮਰਜ਼ੀ ਲੋਕ ਬੁਰੇ ਨੇ, ਸਾਡਾ ਫਰਜ਼ ਆਪਣਾ ਇੰਡੀਵਿਜੂਅਲ ਬਣਦਾ ਕਿ ਅਸੀਂ ਨਫ਼ਰਤ ਨਾ ਪੈਦਾ ਕਰੀਏ, ਅਸੀਂ ਪਿਆਰ ਪੈਦਾ ਕਰੀਏ। ਜਦੋਂ ਕੋਈ ਗੱਲ ਨਹੀਂ ਪਿਆਰ ਜਦੋਂ ਕਰਾਂਗੇ ਹੌਲੀ 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 ਹੋਏਗਾ, ਜਦੋਂ ਅਸੀਂ ਵੀ ਬਲਦੀ ਦੇ ਉੱਤੇ ਅੱਗ ਪਾ ਦਿੰਦੇ ਹਾਂ ਫਿਰ ਕੰਮ ਖਰਾਬ ਹੋ ਜਾਂਦਾ ਜੀ। ਇਹੀ ਮਕਸਦ ਹੈ ਕਿ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ, ਜੇ ਜਿਸ ਨਫ਼ਰਤ ਆਈ ਥਿੰਕ ਟੌਪ ਤੇ ਹੈਗੀ ਹੈ ਨਾ, ਤੇ ਉਹ ਤੇ ਕੰਟਰੋਲ ਆਪਣੇ ਆਪ ਨੂੰ ਕਰਨਾ, ਇਹੀ ਬਸ ਮੇਰਾ ਖਿਆਲ ਹੈ ਰਮਜ਼ਾਨ ਦਾ ਮੇਕ ਤੇ ਅਹਿਸਾਸ ਕਰਨਾ ਤੇ ਬਾਕੀ ਚੈਰਿਟੀ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ, ਇਹ ਸਾਰਾ ਕੁਝ ਹੈਗਾ। ਹਾਂਜੀ ਬਿਲਕੁਲ ਠੀਕ ਹੈ। ਮੁਹੰਮਦ ਸਾਹਿਬ ਦੇ ਟਾਈਮ ਦੇ ਉੱਤੇ ਵੀ ਵਾਕਿਆ ਹੈ ਵੀ ਉਹਨਾਂ ਨੂੰ ਜਦੋਂ ਉਹਨਾਂ ਨੇ ਦੱਸਿਆ ਨਾ ਕਿ ਮੈਨੂੰ ਅੰਦਰੋਂ ਐਨਲਾਈਟਨਮੈਂਟ ਹੋਈ ਹੈ, ਤੇ ਲੋਕ ਮੰਨਣ ਨੂੰ ਤਿਆਰ ਨਹੀਂ ਸੀਗੇ ਉਸ ਟਾਈਮ। ਉਹ ਕਹਿੰਦੇ ਸੀ ਐਵੇਂ ਡਰਾਮੇਬਾਜ਼ੀ ਕਰਦਾ, ਝੂਠ ਬੋਲਦਾ। ਉਹਨਾਂ ਦਾ ਕੋਈ ਬੰਦਾ ਸੀਗਾ, ਜਦੋਂ ਉਹਨੂੰ ਕਿਹਾ ਵੀ ਮੁਹੰਮਦ ਸਾਹਿਬ ਆਪਣੇ ਆਪ ਨੂੰ ਰੱਬ ਬਣਿਆ ਫਿਰਦਾ, ਖੁਦਾ ਕਹਿੰਦਾ ਮੈਂ ਵੀ ਹੈਗਾ, ਮੈਨੂੰ ਵੀ ਮੈਂ ਵੀ ਹਾਂ, ਪਰ ਇੱਕ ਬੰਦੇ ਨੇ ਕਿਹਾ ਸੀ ਨਹੀਂ, ਕਹਿੰਦੇ ਜੇ ਮੁਹੰਮਦ ਸਾਹਿਬ ਨੇ ਕਿਹਾ ਉਹ ਸੱਚ ਬੋਲਦੇ ਨੇ, ਮੈਂ ਯਕੀਨ ਕਰਦਾ। ਹਾਂਜੀ, ਸੋ ਇਸ ਕਰਕੇ ਮੁਹੰਮਦ ਸਾਹਿਬ ਦੇ ਉਸ ਟਾਈਮ ਤੇ ਇਹ ਵੀ ਜਾਦੂਗਰ ਹੈ, ਇਹ ਜਾਦੂ ਕਰਦਾ, ਟੂਣੇ ਕਰਦਾ, ਕੁਛ ਕਰਦਾ ਇਸ ਤਰ੍ਹਾਂ, ਤੇ ਇਸ ਤਰ੍ਹਾਂ ਉਹ ਪਾਪੂਲਰ ਹੋ ਗਏ ਸੀ ਵੀ ਜਾਦੂਗਰ ਹੈ, ਇਹਦੇ ਕੋਲ ਕੁਛ ਅੰਦਰ ਕੁਛ ਨਹੀਂ ਹੈ। ਕਹਿੰਦੇ ਇੱਕ ਮਾਈ ਆਈ ਕਿਸੇ, ਮੈਂ ਇਹ ਹੋ ਸਕਦਾ ਮੈਂ ਥੋੜੀ ਇੱਧਰ ਉੱਧਰ ਮਿਕਸ ਕਰਦੇ ਗੱਲ ਨੂੰ, ਉਹ ਕਹਿੰਦੇ ਕੋਈ ਲੇਡੀ ਆਈ ਤੇ ਉਹਨੇ ਕੋਲ ਭਾਰ ਚੱਕਿਆ ਸੀਗਾ, ਤੇ ਭਾਰ ਉਹਦੇ ਕੋਲ ਚੱਕਿਆ ਨਹੀਂ ਆਣਾ ਸੀਗਾ, ਤੇ ਉਹ ਫਟਾਫਟ ਮੁਹੰਮਦ ਸਾਹਿਬ ਸੀ ਐਕਚੁਅਲ, ਉਹਦੀ ਮਾਈ ਦਾ ਚੱਕਿਆ ਭਾਰ, ਮਾਈ ਕਿੱਥੇ ਜਾਣਾ, ਮੈਂ ਉਹਦਾ ਭਾਰ ਮੋਢੇ ਤੇ ਚੱਕ ਕੇ ਆਪਣੇ ਲੈ ਗਏ, ਤੇ ਰਸਤੇ ਜਾਂਦੇ ਜਾਂਦੇ ਗੱਲਾਂ ਕਰੀ ਜਾਂਦੇ ਨੇ। ਕਹਿੰਦੇ ਮਾਤਾ ਜੀ ਤੁਸੀਂ ਕਿੱਥੇ ਰਹਿੰਦੇ ਹੋ? ਉਹ ਕਹਿੰਦੇ ਮੈਂ ਫਲਾਣੇ ਪਿੰਡ 'ਚ ਰਹਿਣੀ ਹੈ, ਪਹਿਲਾਂ ਤਾਂ ਮੈਂ ਇਸੇ ਪਿੰਡ 'ਚ ਰਹਿੰਦੀ ਜਿੱਥੇ ਮੁਹੰਮਦ ਸਾਹਿਬ ਰਹਿੰਦੇ ਸੀ। ਕਹਿੰਦੇ ਅੱਛਾ ਫਿਰ ਇਹ ਕਿਉਂ ਛੱਡਤਾ? ਕਹਿੰਦੀ ਇੱਥੇ ਨਾ ਇੱਕ ਜਾਦੂਗਰ ਹੈ, ਉਹ ਬੜੀਆਂ ਜਾਦੂ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ, ਉਹ ਕਹਿੰਦਾ ਮੈਂ ਪੈਗੰਬਰ ਹਾਂ, ਮੈਂ ਅੱਲਾ, ਤੇ ਉਹ ਜਾਦੂ ਜਿਹੀਆਂ ਗੱਲਾਂ ਕਰਦਾ, ਇਸ ਕਰਕੇ ਮੈਂ ਦੁਖੀ ਹੋ ਕੇ ਛੱਡਤਾ। ਤੇ ਉਹ ਜਾ ਰਹੇ ਨੇ, ਜਦੋਂ ਉਹਨਾਂ ਦੇ ਘਰੇ ਜਾ ਕੇ ਪਹੁੰਚੇ ਮਾਈ ਨੇ ਪੁੱਛਿਆ ਵੀ ਬੇਟਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੈਂ ਉਹੀ ਜਾਦੂਗਰ ਹਾਂ। ਕਹਿੰਦੇ ਜਾਦੂਗਰ? ਤੂੰ ਜਾਦੂਗਰ ਨਹੀਂ ਸਕਦਾ। ਕਹਿੰਦਾ ਜਿਹਦੀਆਂ ਗੱਲਾਂ ਕਰਦਾ ਮੈਂ ਉਹੀ ਹਾਂ। ਫਿਰ ਮਾਈ ਉਹਨਾਂ ਦੇ ਪੈਰਾਂ 'ਚ ਪੈ ਗਈ, ਤੂੰ ਤਾਂ ਸੱਚੀ ਗੱਲ ਹੈ, ਲੋਕ ਝੂਠ ਬੋਲਦੇ ਨੇ। ਸੋ ਜਿਹੜੇ ਪੀਰ ਪੈਗੰਬਰ ਹੁੰਦੇ ਨੇ ਨਾ, ਇਹ ਆਪਣੀਆਂ ਕਰਨੀ ਤੋਂ ਪ੍ਰੂਵ ਕਰਦੇ ਨੇ ਕਿ ਅਸੀਂ ਕੀ ਚੀਜ਼ ਆ। ਤੇ ਦੂਜੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਾਂ ਮੇਰੇ ਵਰਗੇ ਪਖੰਡੀ ਨੇ ਰੇਡੀਓ ਤੇ ਕਰਦੇ, ਇਹ ਕਿਤਾਬਾਂ 4 ਪੜ੍ਹ ਕੇ ਕਹਿੰਦੇ ਨੇ ਪਤਾ ਨਹੀਂ ਕੀ ਹੈ, ਜਦੋਂ ਤੁਸੀਂ ਡੀਲ ਕਰੋ ਇਹ ਕੁਝ ਹੋਰ ਹੀ ਨਿਕਲਦੇ ਨੇ ਵਿੱਚੋਂ। ਸੋ ਇਹੀ ਕਰਕੇ ਕਹਿੰਦੇ ਜਿੰਨਾ ਮਰਜ਼ੀ ਕੋਈ ਸੇਠ ਬਣ ਜੇ, ਪੈਸੇ ਵਾਲਾ ਬਣ ਜੇ, ਜਿੰਨਾ ਮਰਜ਼ੀ ਕੋਈ ਪਾਵਰ ਵਾਲਾ ਬਣ ਜੇ, ਉਹ ਜਾਂਦੇ ਨੇ, ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ। ਪਰ ਪੀਰ ਪੈਗੰਬਰਾਂ ਨੂੰ ਅੱਜ ਤੱਕ ਵੀ ਲੋਕ ਸਿਜਦੇ ਕਰਦੇ, ਰਿਸਪੈਕਟ ਨਾਲ ਬੋਲਦੇ ਨੇ। ਕਦੇ ਅਸੀਂ ਮੁਹੰਮਦ ਨੂੰ ਮੁਹੰਮਦ ਨਹੀਂ ਕਿਹਾ, ਮੁਹੰਮਦ ਸਾਹਿਬ ਕਹਿੰਦੇ ਆ। ਗੁਰੂ ਨਾਨਕ ਨੂੰ ਗੁਰੂ ਨਾਨਕ ਨਹੀਂ ਕਿਹਾ, ਗੁਰੂ ਨਾਨਕ ਸਾਹਿਬ ਕਹਿੰਦੇ ਆ। ਰਾਮਚੰਦਰ ਜੀ ਕਹਿੰਦੇ ਆ, ਕ੍ਰਿਸ਼ਨ ਜੀ ਕਹਿੰਦੇ ਆ, ਮਹਾਤਮਾ ਬੁੱਧ ਕਹਿੰਦੇ ਆ। ਕਿਉਂ? ਉਹਨਾਂ ਨੇ ਅੰਦਰੋਂ, ਜਿਹੜੇ ਬੰਦਿਆਂ ਨੇ ਅੰਦਰੋਂ ਗਿਆਨ ਪ੍ਰਾਪਤ ਕਰਦਾ, ਜਿਹੜੇ ਅੰਦਰੋਂ ਮਾਲੋ ਮਾਲ ਹੋ ਗਏ, ਉਹਨਾਂ ਦੀ ਰਿਸਪੈਕਟ ਹੁੰਦੀ ਹੈ। ਜਿਹੜੇ ਦੁਨੀਆ ਦੇ ਮਾਲੋ ਮਾਲ, ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੇ ਵੱਡੇ ਕਾਰ ਹੋ ਗਏ, ਉਹਨਾਂ ਦੀ ਰਿਸਪੈਕਟ ਉਹਨਾਂ ਚਾਹੀਦੀ ਹੈ ਜਿੰਨਾ ਚਿਰ ਉਹਨਾਂ ਕੋਲ ਹੈਗਾ ਸਮਾਨ, ਤੇ ਉਸ ਤੋਂ ਬਾਅਦ ਕੰਮ ਖਤਮ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੁਸੀਂ ਦੇਖੋ ਕਿ ਦੁਨੀਆ 'ਚ ਜਿਹੜੇ ਹੈ ਅਸਲ ਦੌਲਤ ਤੇ ਫਿਰ ਉਹ ਹੈ ਜਿਹੜੀ ਅਸੀਂ ਕਮਾਈ ਕਿਸੇ ਤੋਂ ਖੁਸ਼ ਕਰਕੇ, ਹੈ ਨਾ। ਖੁਸ਼ੀ ਹੈ ਕੀ? ਖੁਸ਼ੀ ਇਹੀ ਹੈ ਨਾ ਕਿ ਤੁਸੀਂ ਕਿਸੇ ਨੂੰ ਖੁਸ਼ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ, ਉਹ ਤੁਸੀਂ ਬੇਸ਼ੱਕ ਜੋ ਮਰਜ਼ੀ ਕਰ ਲਓ, ਲੱਖ ਪੈਸੇ ਵਾਲੇ ਹੋਏ, ਜਿਹੜੀ ਰਾਤ ਦੀ ਨੀਂਦ ਹੈ ਬੇਫਿਕਰੀ ਦੀ, ਉਹ ਫਿਰ ਉਹ ਖੁਸ਼ੀ ਦੇ ਕੇ ਆਉਂਦੀ ਹੈ, ਨਾ ਕਿ ਤੁਸੀਂ ਕਿਸੇ ਹੋਰ ਨਾਲ ਕਰਕੇ, ਹੈ ਨਾ। ਹਾਂਜੀ ਬਿਲਕੁਲ। ਤੁਸੀਂ ਦੇਖੋ ਮੈਨੂੰ ਗੱਲ ਯਾਦ ਹੈ, ਅਸੀਂ ਲੁਧਿਆਣੇ ਜਦੋਂ ਮੈਂ ਪੜ੍ਹਾਉਂਦਾ ਸੀਗਾ 70s ਦੇ ਵਿੱਚ, ਤੇ ਉੱਥੇ ਮੈਂ ਦੇਖਿਆ ਸੀ ਵੀ ਭਈਏ ਆਉਂਦੇ ਸੀਗੇ ਬਿਹਾਰ ਤੋਂ, ਗਰੀਬ ਲੋਕ ਲੇਬਰ ਕਰਨ ਦੇ ਲਈ। ਉਹ ਸ਼ਾਮ ਨੂੰ ਜਦੋਂ ਇਕੱਠੇ ਹੁੰਦੇ ਨੇ, ਇੱਕ ਮਕਾਨ 'ਚ ਰਹਿੰਦੇ ਸੀ, ਟੁੱਟੇ ਜਿਹੇ ਉਹਨਾਂ ਦੇ 2-3 ਮੰਜੇ ਹੁੰਦੇ ਸੀਗੇ। ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ। ਉਹਨਾਂ ਦਾ ਕਾਲਾ ਜਿਹਾ ਪਤੀਲਾ ਹੁੰਦਾ ਸੀ, ਉਹਦੇ ਵਿੱਚ ਹੀ ਦਾਲ ਰੱਖ ਲੈਂਦੇ ਸੀ, ਖਾਸੀ ਬੜੀ ਦਾਲ, ਨੂਣ ਮਿਰਚੀ ਪਾ ਕੇ, ਵੱਡੀਆਂ ਵੱਡੀਆਂ ਰੋਟੀਆਂ ਬਣਾ ਕੇ ਮੰਜੇ ਤੇ ਬਹਿ ਕੇ, ਨਾਲੇ ਤਾਂ ਉਹ ਰੋਟੀ ਖਾਣੀ, ਉਸ ਤੋਂ ਬਾਅਦ ਪਤੀਲੇ ਨੂੰ ਕਰ ਲੈਂਦੇ ਪੁੱਠਾ, ਉਹਦਾ ਢੋਲਕ ਬਣਾ ਲੈਂਦੇ, ਢੋਲਕ ਬਣਾ ਕੇ ਨੱਚਦੇ ਗਾਉਂਦੇ, ਵਧੀਆ ਨੀਂਦ ਆਉਂਦੀ ਸੀ ਉਹਨਾਂ ਟੁੱਟੇ ਮੰਜੇ ਤੇ। ਪਰ ਜਿਹੜੇ ਸਾਡੇ ਸੇਠ ਨੇ ਜਾਂ ਸ਼ਾਹੂਕਾਰ ਨੇ, ਜਾਂ ਅਸੀਂ ਵੀ, ਮੈਂ ਵੀ ਅਮੀਰਾਂ ਦੀ ਲਿਸਟ ਦੇ ਵਿੱਚ ਹੈਗਾ, ਤੇ ਅਮੀਰ ਕੀ ਹੈ, ਰਾਤ ਨੂੰ ਜ਼ਿਆਦਾ ਚੂਰਨ ਖਾਂਦੇ ਆ ਕਿਉਂਕਿ ਪਾਰਟੀਆਂ ਤੋਂ ਜਾਇਆ ਹੁੰਦਾ, ਜਾਂ ਫਿਰ ਈਨੂ ਲੈ ਕੇ ਕਰਦੇ ਹਾਜਮਾ ਹੋ ਜੇ, ਜਾਂ ਫਿਰ ਗੋਲੀਆਂ ਲੈਣੀਆਂ ਨੀਂਦ ਆਵੇ। ਐਡੇ ਐਡੇ 18-18 ਇੰਚ ਸਾਡੇ ਗੱਦੇ ਹੁੰਦੇ ਨੇ, ਫਿਰ ਵੀ ਨੀਂਦ ਨਹੀਂ ਆਉਂਦੀ, ਕਿਉਂਕਿ ਰਾਤ ਨੂੰ ਫਿਕਰ ਹੁੰਦਾ ਵੀ ਕੋਈ ਸੇਲ ਟੈਕਸ ਨਾ ਆ ਜੇ। ਸਾਡਾ ਮੁੰਡਾ ਪਤਾ ਨਹੀਂ, ਕੁੜੀ ਉਹ ਨਾਈਟ ਕਲੱਬ 'ਚ ਗਈ ਸੀ, ਆ ਗਈ, ਪਤਾ ਨਹੀਂ ਆਈ, ਮੇਰੀ ਨਾਲ ਪਈ ਹੈ ਕਿ ਨਹੀਂ ਪਈ, ਕਿਤੇ ਹੋਰ ਪਾਸੇ ਤੁਰੀ ਫਿਰਦੀ ਹੈ, ਕਿਸੇ ਹੋਰ ਪਾਸੇ। ਇਹ ਜਿਹੜੇ ਕੰਮ ਨੇ, ਜਦੋਂ ਸਾਡੇ ਜਿਹੜੇ ਮੀਨਸ ਨੇ ਨਾ, ਜਿਹੜੇ ਜਦੋਂ ਗਲਤ ਮੀਨਸ ਹੋ ਜਾਂਦੇ ਨੇ, ਫਿਰ ਸਾਨੂੰ ਪ੍ਰੋਬਲਮ ਆਉਂਦੀਆਂ। ਕਦੇ ਵੀ ਅਮੀਰੀ ਜਿਹੜੀ ਹੈ ਇਕੱਲੀ ਪੈਸੇ ਨਾਲ ਨਹੀਂ ਆਉਂਦੀ, ਉਹਦੇ ਨਾਲ ਦੂਜੀਆਂ ਵੀ ਚਿੰਤਾਵਾਂ ਨਾਲ ਆ ਜਾਂਦੀਆਂ ਨੇ। ਜਦੋਂ ਕੋਈ ਪਾਵਰ ਆਉਂਦੀ
ਹੁੰਦੀ ਆ, ਸਾਡੇ ਹਾਰ ਪਾਉਂਦੇ ਨੇ ਗੱਲ 'ਚ, ਨਾਲ ਹੀ ਸਾਡੇ ਨਿਸ਼ਾਨੇ ਬਣਾਉਣ ਵਾਲੇ ਵੀ ਹੁੰਦੇ ਨੇ ਕਦੋਂ ਇਹਨੂੰ ਮਾਰਨਾ। ਹਾਂਜੀ, ਹੁਣ ਇਮਰਾਨ ਖਾਨ ਤੁਹਾਡੇ ਪਾਕਿਸਤਾਨ ਦੇ ਵਿੱਚ ਰੋਜ਼ ਹੀ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ। ਜੇ ਇਹ ਸੰਤ ਹੁੰਦਾ, ਹਾਲਾਂਕਿ ਚੰਗੀਆਂ ਗੱਲਾਂ ਬਹੁਤ ਨੇ, ਜੇ ਸੰਤ ਹੁੰਦਾ ਤੇ ਲੋਕਾਂ ਨੇ ਸਿੱਧੇ ਕਰਨੇ, ਕਿਹਨੇ ਮਾਰਨਾ ਸੀ ਉਹਨੂੰ? ਮਾਰ ਤਾਂ ਸੰਤਾਂ ਨੂੰ ਵੀ ਦਿੰਦੇ ਨੇ, ਫਿਰ ਬਾਅਦ 'ਚੋਂ ਪਛਤਾਉਂਦੇ ਨੇ ਸਾਰੀ ਜ਼ਿੰਦਗੀ। ਹਾਂਜੀ, ਸੋ ਇਸ ਕਰਕੇ ਜਿਹੜੀ ਹੈ ਨਾ, ਜਿੰਨੀ ਵੀ ਆਪਣੇ ਆਪ ਨੂੰ ਤੁਸੀਂ ਸੈਲਫ ਐਨਾਲਿਸਿਸ ਕਰੋਗੇ, ਅੰਦਰ ਥੋੜੀ ਮੈਡੀਟੇਸ਼ਨ ਕਿਸੇ ਤਰ੍ਹਾਂ ਦੀ ਵੀ ਕਰੋ। ਜਦੋਂ ਤੁਸੀਂ ਮੈਡੀਟੇਸ਼ਨ ਚੁੱਪ ਕਰਕੇ ਕਰਦੇ ਹੋ ਨਾ, ਉਹ ਪਾਵਰ ਨੂੰ, ਚਾਹੇ ਤੁਸੀਂ ਖੁਦਾ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਉਹ ਕੋਈ ਚੀਜ਼ ਨਹੀਂ। ਮੈਂ ਜੇ ਤੁਹਾਨੂੰ 1 ਮਿੰਟ ਮੈਨੂੰ ਤੁਸੀਂ ਦੇ ਦਿਓ, ਅੱਜ ਫੋਨ ਤੇ ਨਹੀਂ ਡਾਕਟਰ ਸਾਹਿਬ ਨੂੰ ਕਰ ਰਹੇ ਆਪਾਂ? ਡਾਕਟਰ ਸਾਹਿਬ ਨੂੰ ਕਰਨਾ ਹੈ ਕਾਲ? ਲੋੜ ਨਹੀਂ, ਅਸੀਂ ਚਲੋ ਆਪਣੀਆਂ ਪਿਆਰ ਦੀਆਂ ਗੱਲਾਂ ਕਰਦੇ ਹਾਂ। ਇਹ ਵੀ ਮੈਡੀਟੇਸ਼ਨ ਹੀ ਹੈ। ਉਹ ਮੈਡੀਸਨ ਦੇ ਨਹੀਂ, ਅਸੀਂ ਮੈਡੀਟੇਸ਼ਨ ਕਰਦੇ ਹਾਂ। ਉਹਨੇ ਪੁੱਛਿਆ ਮੇਰੇ ਕੋਲੋਂ। ਜੀ ਜੀ ਜੀ। ਤੇ ਉਹਦੇ ਲਈ ਦੇਖੋ, ਇੱਕ ਕੁਦਰਤ ਦਾ ਇੱਕ ਸਿਧਾਂਤ ਹੈ ਵੀ ਅਸੀਂ ਖੁਸ਼ੀ ਲੱਭਦੇ ਹਾਂ, ਆਰਾਮ ਚਾਹੁੰਦੇ ਨਾ, ਵੀ ਸਾਨੂੰ ਆਰਾਮ ਆਵੇ। ਆਰਾਮ ਆਉਂਦਾ ਕਿਉਂ ਨਹੀਂ? ਕਿਉਂਕਿ ਰਾਮ ਕਹਿੰਦੇ ਰਮੀ ਹੋਈ ਪਾਵਰ ਨੂੰ। ਉਹ ਰਮੀ ਹੋਈ ਪਾਵਰ ਨੂੰ ਨਹੀਂ ਅਸੀਂ ਲੈ ਕੇ ਆਉਣਾ ਚਾਹੁੰਦੇ। ਉਹਨੂੰ ਕਹਾਂ ਤੂੰ ਪਿੱਛੇ ਰਹਿ, ਸਾਡੇ ਕੋਲ ਪੈਸੇ ਆਉਂਦੇ, ਬੱਚੇ ਆਉਂਦੇ, ਹੋਰ ਆਉਂਦੇ, ਇਸੇ ਕਰਕੇ ਸਾਨੂੰ ਆਰਾਮ ਨਹੀਂ, ਸਾਨੂੰ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ ਹੈ। ਕਿਉਂਕਿ ਜਿਹੜੀ ਚੀਜ਼ ਅਸੀਂ ਲੱਭਣੀ ਚਾਹੁੰਦੇ ਹਾਂ, ਉਹ ਸਾਡੇ ਅੰਦਰ ਹੈ, ਅਸੀਂ ਬਾਹਰ ਲੱਭਦੇ ਹਾਂ। ਤੁਸੀਂ ਮੈਨੂੰ ਓਨੈਸਟਲੀ ਦੱਸਿਓ, ਮੈਂ ਪਹਿਲਾਂ ਆਪਣੇ ਤੇ ਲਾਗੂ ਕਰਦਾ। ਮੈਂ ਖੁਦ ਸਾਰੀ ਜ਼ਿੰਦਗੀ ਤੋਂ ਮਤਲਬ ਵੀ ਜਵਾਨੀ ਤੋਂ ਲੈ ਕੇ ਜਿੰਨਾ ਚਿਰ ਯੂਨੀਵਰਸਿਟੀ ਕਾਲਜ ਪੜ੍ਹਾਉਂਦੇ ਰਹੇ, ਮੈਂ ਬਕਾਇਦਾ ਮਾਤਾ ਦੇ ਉੱਤੇ, ਅੱਜ ਦੁਰਗਾ ਮਾਤਾ ਦਾ ਜਗਰਾਤੇ ਨੇ, ਮੈਂ ਖੁਦ 8-9 ਕਿਲੋਮੀਟਰ ਲੰਬਾ ਪੈ ਕੇ ਜਾ ਕੇ ਉੱਥੇ ਜਾਂਦਾ ਹੁੰਦਾ ਸੀ। ਹਾਂਜੀ, ਇੰਨਾ ਪਾਸਿਕ ਸੀ। ਪਰ ਠੀਕ ਹੈ, ਸ਼ਾਂਤੀ ਮਿਲੀ, ਬਹੁਤ ਕੁਝ ਹੋਇਆ, ਪਰ ਜਿਹੜੀ ਗੋਲ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਸੀ ਅੰਦਰ, ਵੀ ਉਸ ਮਾਲਕ ਨੂੰ ਲੱਭੀਏ, ਉਹ ਨਹੀਂ ਲੱਭ ਸਕੇ। ਕਿਉਂਕਿ ਚੀਜ਼ ਤਾਂ ਉਹ ਕਿਤੇ ਪਈ ਹੈ, ਅਸੀਂ ਲੱਭਦੇ ਕਿਤੇ ਹੋਰ ਫਿਰਦੇ ਹਾਂ, है ना। इसी करके कबीर साहब ने कहा ना, वस्तु कहीं ढूंढे कहीं के बेदावा, हाथ कहो तेरे अंदर पाइए, जब भेदी लीजिए साथ, भेदी लिया साथ का दीन वस्त्र लिखाए, कोट जन्म का पंध था पल में पहुंचा जाए। कोई ਉਹ ਜਿਹਾ ਬੰਦਾ ਸਾਨੂੰ ਚਾਹੀਦਾ ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ। ਆ ਸੰਤ ਮਹਾਤਮਾ ਤਾਂ ਲਾਈਨਾਂ ਲੱਗੀਆਂ ਪਈਆਂ ਇੱਟ ਚੱਕੇ ਤੋਂ, ਇਹ ਕਿਤਾਬਾਂ 'ਚੋਂ ਪੜ੍ਹ ਕੇ ਗਿਆਨ ਦੇ ਜਾਂਦੇ ਨੇ, ਅੰਦਰ ਤਾਂ ਕੋਈ ਗਿਆ ਹੀ ਨਹੀਂ। ਜਿਹੜਾ ਬੰਦਾ ਅੰਦਰ ਗਿਆ ਹੋਵੇ ਉਹੀ ਤੁਹਾਨੂੰ ਲਿਜਾ ਸਕਦਾ ਨਾ। ਜੇ ਆਪਾਂ ਹੁਣ ਨਾਇਗਰਾ ਫਾਲ ਜਾਣਾ ਹੋਵੇ, ਕਿਤਾਬਾਂ ਤਾਂ ਬਹੁਤ ਪਈਆਂ ਨੇ, ਗੂਗਲ ਤੇ ਆਪਾਂ ਕਰ ਲਾਂਗੇ, ਪਰ ਸਾਨੂੰ ਥੋੜਾ ਮੋਟਾ ਤਾਂ ਗਿਆਨ ਹੋ ਜਾਊਗਾ। ਪਰ ਜੇ ਕੋਈ ਸਾਨੂੰ ਹੋਵੇ, ਚੱਲ ਭਾਈ ਸਾਹਿਬ ਮੈਂ ਚੱਲਿਆ ਨਾਇਗਰਾ ਫਾਲ, ਮੇਰੇ ਨਾਲ ਚੱਲ, ਬੇਫਿਕਰੋ ਚੱਲਿਆ, ਵੀ ਆਪੀ ਲੈ ਜੂ ਪਾਣੀ ਦੀ ਕੋਲ। ਹਾਂ, ਲੇਕਿਨ ਡਾਕਟਰ ਰਵੀ, ਉਹਦੇ ਲਈ ਫਿਰ ਨੌਲੇਜ ਹੋਣੀ ਜ਼ਰੂਰੀ ਹੈ ਨਾ। ਤੇ ਅਸੀਂ ਤੇ ਖੈਰ ਮਗਰ ਉਹਦੇ ਪੈ ਜਾਂਦੇ, ਜਦੋਂ ਵੈਸੇ ਗੱਲਾਂ ਵਧੀਆਂ ਲੇਕਿਨ ਨੌਲੇਜ ਹੈ ਕੋਈ ਨਹੀਂ, ਤੇ ਫਿਰ ਤੇ ਹੋਰ ਨੁਕਸਾਨ ਹੈ। ਹਾਂ, ਫਿਰ ਉਹਦੇ ਲਈ ਇਹੀ ਹੈ ਨਾ, ਵੀ ਇੱਕ ਸਾਡੇ ਕੋਲ ਇੱਕ ਮੇਰਾ ਆਪਣਾ ਜਾਤੀ ਤਜਰਬਾ ਹੈ। ਸਾਨੂੰ ਰੋਣਾ ਤਾਂ ਆਉਂਦਾ ਨਾ, ਰੋ ਤਾਂ ਸਕਦੇ ਆ ਨਾ ਅਸੀਂ। ਜਦੋਂ ਕੋਈ ਵੀ ਨਹੀਂ ਬੈਠਦਾ ਰਾਤ ਨੂੰ ਬੈਠੋ, ਸਵੇਰੇ ਬੈਠੋ, ਉਹਨੂੰ ਕਿਸੇ ਤਰੀਕੇ ਨਾਲ ਯਾਦ ਕਰੋ, ਕਨੈਕਟ ਕਰਨਾ, ਉਹਨੂੰ ਕਰੋ ਵੀ ਮੈਂ ਤਾਂ ਫਸਿਆ ਵਾਂ, ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਕਿਹੜਾ ਸੰਤ ਹੈ, ਕਿਹੜਾ ਸਾਧੂ ਹੈ, ਮੈਂ ਤਾਂ ਤੇਰੇ ਹਵਾਲੇ ਆ, ਤੂੰ ਮੈਨੂੰ ਕੋਈ ਰਸਤਾ ਦਿਖਾ। ਤੇ ਉਹ ਸੁਣਦਾ, ਸੱਚੇ ਅਥਰੂ ਸਿੱਟੋਗੇ ਜਿਸ ਮਾਂ ਦੇ ਕੋਲੇ, ਆਪਣੇ ਪਿਓ ਦੇ ਕੋਲੇ, ਸੱਤੂ ਨੇ ਮੈਨੂੰ ਬੂਟ ਲੈਣੇ ਆ, ਮੈਂ ਤਾਂ ਫੀਸ ਲੈਣੀ ਹੈ, ਬਾਪ ਵਸੀਜ ਜਾਂਦਾ ਵੀ ਰੋਈ ਜਾਂਦਾ, ਤੇ ਜਿਹੜਾ ਅਸਲੀ ਸਾਡਾ ਬਾਪ ਆ ਉਹ ਕਿਉਂ ਨਹੀਂ ਵਸੀਜੂ? ਗੱਲ ਤਾਂ ਉਹਨੂੰ ਯਾਦ ਕਰਨ ਦੀ ਹੈ, ਕਿਸੇ ਰੂਪ ਚ ਯਾਦ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਪਰ ਤੁਸੀਂ ਅਗਰ ਦੇਖੋ ਤੇ ਇਸਲਾਮ ਵਿੱਚ ਇਹ ਹੈ ਨਾ ਕਿ ਹੁਣ ਕੋਈ ਨਬੀ, ਪ੍ਰੋਫਿਟ, ਪੈਗੰਬਰ, ਸ਼ਗੰਬਰ ਕੋਈ ਨਹੀਂ ਆਏਗਾ, ਬਸ ਉਹ ਲਾਸਟ ਪੈਗੰਬਰ ਸੀਗੇ ਪ੍ਰੋਫਿਟ ਮੁਹੰਮਦ। ਉਹਦੇ ਬਾਅਦ ਬੜੇ ਲੋਕਾਂ ਨੇ ਕਿਹਾ ਕਿ ਜੀ ਮੈਂ ਪੈਗੰਬਰ ਹੈ, ਮੈਂ ਹੁਣ ਹਾਜ਼ਰ ਇਮਾਮ ਹੈ, ਮੈਂ ਤੇ ਠੀਕ ਹੈ, ਉਹ ਬਸ ਅਸੀਂ ਫਿਰ ਵੰਡੇ ਗਏ, ਹੈ ਨਾ। ਜਿਸ ਤਰ੍ਹਾਂ ਤੁਸੀਂ ਤੁਹਾਡੀ ਗੱਲ ਕਰ ਰਹੇ ਹੋ ਕਿ ਹਰ ਬੰਦਾ ਕਹਿੰਦਾ ਹੈ ਕਿ ਬਸ ਮੈਨੂੰ ਨੌਲੇਜ ਹੈ। ਹੁਣ ਤੁਸੀਂ ਦੇਖਿਓ ਕਿੰਨੀ ਅਸੀਂ ਕੀ, ਤੇ ਬੋਟਮ ਲਾਈਨ ਹਰ ਰਿਲੀਜਨ ਜਿਹੜਾ ਹੈ ਇੱਕੋ ਹੀ ਖੁਦਾ ਨੂੰ ਮੰਨਦਾ ਹੈ, ਤੇ ਅਸੀਂ ਬਣਾਈ ਵੀ ਤੇ ਉਹ ਇੱਕੋ ਖੁਦਾ ਦੇ ਹੀ ਨੇ। ਉਹਦੇ ਵਿੱਚ ਸਾਡੇ ਅੰਦਰ ਵੀ ਇੱਕੋ ਹੀ ਜਿਹਾ ਖੂਨ ਹੈ। ਪਰ ਇਹ ਗੱਲ ਹੈ, ਪ੍ਰੋਬਲਮ ਇਹ ਹੈ ਕਿ ਅਸੀਂ ਅੱਜ ਤੱਕ ਇਹੀ ਨਹੀਂ ਸਮਝ ਸਕੇ ਵੀ ਖੁਦਾ ਕਹਿੰਦੇ ਕਿਹਨੂੰ ਨੇ, ਪਰਮਾਤਮਾ ਕਹਿੰਦੇ ਕਿਹਨੂੰ ਨੇ। ਜਿਹੜੇ ਮੁਹੰਮਦ ਸਾਹਿਬ ਸੀਗੇ, ਗੁਰੂ ਨਾਨਕ ਸਾਹਿਬ ਸੀ, ਕ੍ਰਿਸ਼ਨ ਜੀ ਸੀ, ਰਾਮਚੰਦਰ ਜੀ, ਸਾਡੇ ਸਰੀਰ ਦੇ ਮੁਤਾਬਕ ਸੀਗੇ। ਉਸ ਦੀ ਲੱਤਾਂ ਸੀ, ਉਸ ਦੀ ਪੈਰ ਸੀਗੇ। ਪਰ ਹੁਣ ਤੁਸੀਂ ਜੇ ਠੰਡੇ ਦਿਲ ਨਾਲ, ਆਪਾਂ ਨੈਗੇਟਿਵ ਤਰੀਕੇ ਨਾਲ ਨਹੀਂ ਗੱਲ, ਪੋਜ਼ਿਟਿਵ ਤਰੀਕੇ ਨਾਲ, ਕਿ ਗੁਰੂ ਨਾਨਕ ਸਾਹਿਬ 1470 ਦੇ ਵਿੱਚ 69 ਚ ਪੈਦਾ ਹੋਏ, ਇਹਦਾ ਮਤਲਬ ਅਸੀਂ ਗੁਰੂ ਨਾਨਕ ਸਾਹਿਬ ਨੂੰ ਅੱਜ ਰੱਬ ਮੰਨਦੇ ਹਾਂ। ਕੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਰੱਬ ਨਹੀਂ ਸੀਗਾ? ਮੁਹੰਮਦ ਸਾਹਿਬ ਉਸ ਤੋਂ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਰੱਬ ਨਹੀਂ ਸੀਗਾ। ਜੀਸਸ ਕ੍ਰਾਈਸਟ ਤੋਂ ਪਹਿਲਾਂ ਰੱਬ ਨਹੀਂ ਸੀ, ਰਾਮਚੰਦਰ ਤੋਂ ਪਹਿਲਾਂ। ਫਿਰ ਰੱਬ ਹੈ ਕੀ? ਗੱਲ ਤਾਂ ਇਹ ਸਮਝਣ ਦੀ ਗੱਲ ਆ ਵੀ ਰੱਬ ਹੈ ਕੀ। ਰੱਬ ਸਰੀਰ ਨਹੀਂ ਹੈ, ਸਰੀਰ ਦੇ ਵਿੱਚ ਜਿਹੜੀ ਪਾਵਰ ਹੈ ਨਾ, ਉਹਨੂੰ ਰੱਬ ਕਹਿੰਦੇ ਆ। ਤੁਹਾਡੇ 'ਚ ਵੀ ਰੱਬ ਹੈ, ਮੇਰੇ 'ਚ ਵੀ ਹੈ, ਇਹਨਾਂ 'ਚ ਵੀ ਹੈ, ਪਰ ਸੁੱਤਾ ਪਿਆ। ਜਿੰਨਾ ਚਿਰ ਅਸੀਂ ਮਿਹਨਤ ਕਰਕੇ ਉਹਨੂੰ ਜਗਾਉਂਦੇ ਨਹੀਂ, ਉਹਨਾਂ ਨੇ ਪੀਰ ਪੈਗੰਬਰਾਂ ਨੇ ਆਪਣੇ ਅੰਦਰ, ਹੁਣ ਆਪਾਂ ਗੱਲ ਤਾਂ ਕੀਤੀ ਹੈ ਨਾ ਵੀ ਉਹਨਾਂ ਨੇ ਉਹ ਗੁਫਾ ਦੇ ਵਿੱਚ ਬਹਿ ਕੇ ਇਨਲਾਈਟਨਮੈਂਟ ਕੀਤੀ, ਉਹਨਾਂ ਨੂੰ ਅੰਦਰੋਂ ਉਪਦੇਸ਼ ਆ ਗਿਆ। ਗੁਰੂ ਨਾਨਕ ਸਾਹਿਬ ਵੇਈ ਨਦੀ ਦੇ ਵਿੱਚ ਬੈਠੇ, ਉਪਦੇਸ਼ ਆ ਗਿਆ। ਜਿਨ੍ਹਾਂ ਨੇ ਵੀ ਕੀਤੀ, ਮਿਹਨਤ ਕੀਤੀ, ਅੰਦਰ ਪਰਦਾ ਖੋਲ ਲਿਆ, ਜਿਹਨੂੰ ਕਹਿੰਦੇ ਨੇ, ਉਹ ਜੋਤ ਜਾਗੀ। ਅਦਰਵਾਈਜ਼ ਤਾਂ ਜੋਤ ਸੁੱਤੀ ਪਈ ਆ, ਜੋ ਸੁੱਤੀ ਪਈ ਹੈ ਸਾਰਿਆਂ ਦੇ ਵਿੱਚ। ਜਦੋਂ ਅਸੀਂ ਮਿਹਨਤ ਕਰਾਂਗੇ, ਜੋਤ ਜਾਗ ਜੂਗੀ, ਸਾਨੂੰ ਅਸੀਂ ਇਨਲਾਈਟਨਮੈਂਟ ਹੋ ਜਾਵਾਂਗੇ। ਤੇ ਜਦੋਂ ਸਾਨੂੰ ਅਸੀਂ, ਉਹ ਤਾਕਤ ਦਾ ਨਾਮ ਹੈ, ਤਾਕਤ ਵਿੱਚੋਂ ਤੁਸੀਂ ਸ਼ਰਤ ਰੱਖ ਲਓ, ਆਪਾਂ ਕਮਰੇ ਦੇ ਦਰਵਾਜ਼ੇ ਬੰਦ ਕਰ ਲੈਣੇ, ਤਿੰਨੇ ਅੱਜ ਬੈਠਦੇ ਹਾਂ ਉਰੇ,
10-15-20 ਸਾਲ ਇਕੱਠੇ, ਹੋਰ ਤਾਂ ਕੋਈ ਜੋ ਮਰਜ਼ੀ ਖੇਡੀ ਚੱਲੀਏ, ਜਿਸ ਦਿਨ ਮਰੇ ਤੁਸੀਂ ਦੇਖ ਲਓ ਵੀ ਕੀ ਚੀਜ਼ ਨਿਕਲੂ, ਬੰਦੇ ਦੇ ਇੱਥੇ ਪਏ ਨੇ, ਸਾਨੂੰ ਫਟਾਫਟ ਚੱਕ ਕੇ ਜ਼ਮੀਨ ਦੱਬ ਦੇਣਗੇ, ਜਾ ਕੇ ਸਪੋਰਟ ਕਰੇ। ਇਹਦਾ ਮਤਲਬ ਸਾਡੇ ਵਿੱਚ ਕੋਈ ਚੀਜ਼ ਹੈ। ਹੁਣ ਮੈਂ ਬੋਲ ਰਿਹਾ, ਲੱਭ ਲਓ ਕੀ ਬੋਲਦਾ ਆ, ਮੇਰੀ ਆਵਾਜ਼ 'ਚੋਂ ਫਟਾਫਟ ਕਿੰਨੀ ਜ਼ੋਰ ਦੀ ਬੋਲੀ ਜਾਂਦਾ, ਪਰ ਉਹ ਚੀਜ਼ ਕੀ ਹੈ? ਪਾਵਰ ਤਾਂ ਉਹੀ ਹੈ, ਉਸੇ ਨੇ ਸਾਰੀ ਚੀਜ਼ ਬਣਾਈ ਹੈ। ਜਿਹੜੀ ਰੂਹ ਹੈ ਨਾ ਸਾਡੇ ਅੰਦਰ, ਹੈ ਨਾ, ਉਹ ਐਕਚੁਅਲੀ ਥੋੜਾ ਜਿਹਾ ਇਸਲਾਮ ਵਿੱਚ ਇਹ ਹੈ ਕਿ ਜਿੰਨੀਆਂ ਵੀ ਦੁਨੀਆ 'ਚ ਰੂਹਾਂ ਆਣੀ ਸੀ ਨਾ, ਜਦ ਤੱਕ ਦੁਨੀਆ ਐਂਡ ਨਹੀਂ ਹੋ ਰਹੀ, ਉਹ ਇੱਕੋ ਵੇਲੇ ਬਣਾ ਦਿੱਤੀਆਂ ਗਈਆਂ ਸੀ, ਤੇ ਉਹਨਾਂ ਨੇ ਫਿਰ ਸਜਦਾ ਕੀਤਾ ਸੀ। ਤੇ ਉਹਦੇ ਵਿੱਚ ਇੱਕ ਸੀਗਾ ਜਿਹਨੇ ਕਿਹਾ ਸੀ ਉਹ ਸ਼ੈਤਾਨ ਬਣਿਆ ਬਾਅਦ ਵਿੱਚ, ਤੇ ਅਸੀਂ ਬਸ ਉਹਦੇ ਪਿੱਛੇ ਫਿਰਦੇ ਇੱਥੇ ਤੱਕ ਆ ਗਏ ਨੇ। ਤੇ ਠੀਕ ਹੈ ਜੀ, ਆਪਣੇ ਆਪ ਨੂੰ ਵਾਕਈ ਉਹ ਫੋਕਸ ਰੱਖਣਾ, ਕਨੈਕਟ ਕਰਨਾ, ਤੇ ਇਹਦੇ ਕਿੰਨੇ ਹੀ ਲੈਵਲ ਹੈਗੇ ਨੇ, ਹੈ ਨਾ, ਰੂਹਾਨੀਅਤ ਦੇ ਕਿੰਨੇ ਹੀ ਲੈਵਲ ਹੈਗੇ ਨੇ ਨਾ, ਤੇ ਉੱਤੇ ਜਾ ਕੇ ਇੱਕ ਲੈਵਲ ਤੇ ਜਾਣਾ, ਫਿਰ ਉੱਤੇ ਜਾਣਾ। ਅਸੀਂ ਤੇ ਖੈਰ ਇਸ ਦੌੜ ਵਿੱਚ ਬਹੁਤ ਪਿੱਛੇ ਹੈ, ਪਰ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ। ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਉਹਨੂੰ ਜੇ ਕਹੋ ਵੀ ਤੂੰ ਕੱਲ ਨੂੰ ਐਮਏ ਬਣ ਜਾਏਗਾ, ਕਦੇ ਨਹੀਂ ਮੰਨਦਾ ਉਹ। ਹੌਲੀ ਹੌਲੀ 1 2 3 ਜੋ ਮਿਹਨਤ ਕਰੀ ਜਾਂਦਾ, ਜਾਣ ਨੂੰ ਕਿਸੇ ਦਾ ਵੀ ਨਹੀਂ ਕਰਦਾ ਸਕੂਲ 'ਚ, ਤੇ ਉਹ ਘਰੇ ਜਾ ਕੇ ਖੇਡਾਂਗੇ, ਗੁੱਲੀ ਡੰਡਾ ਖੇਡਾਂਗੇ, ਪਰ ਸਕੂਲ 'ਚ ਮਜਬੂਰੀ 'ਚ ਮਾਂ-ਬਾਪ ਭੇਜਦੇ ਨੇ, ਫਿਰ ਉਹਦੇ ਵਿੱਚੋਂ ਹੀ ਆਨੰਦ ਆਉਣ ਲੱਗ ਜਾਂਦਾ, ਤੇ ਅਸੀਂ ਇੱਕ ਦਿਨ ਆਲਮ ਫਾਜ਼ਿਲ ਬਣ ਜਾਂਦੇ ਹਾਂ। ਇਸ ਤਰ੍ਹਾਂ ਦੁਨੀਆ ਦਾ ਗਿਆਨ ਹੈ। ਦੇਖੋ ਦੁਨੀਆ ਦਾ ਗਿਆਨ ਜਿੰਨਾ ਵੀ ਹੈ, ਜੇ ਕਿਸੇ ਨੇ ਡਾਕਟਰ ਬਣਨਾ ਹੋਵੇ, ਫਿਰ ਡਾਕਟਰਸ ਜਿਹੜੇ ਐਕਸਪਰਟ ਪ੍ਰੋਫੈਸਰ, ਮੈਡੀਕਲ ਦੇ ਪ੍ਰੋਫੈਸਰ, ਉਹਨਾਂ ਕੋਲ ਜਾਂਦੇ ਨੇ, ਉਹਨਾਂ ਨੂੰ ਹਸਪੀਟਲ 'ਚ ਲੈ ਜਾਂਦੇ ਨੇ, ਦੱਸਦੇ ਨੇ ਬਲੱਡ ਕਿਵੇਂ ਟੈਸਟ ਕਰਨਾ, ਉਹ ਕਿਵੇਂ ਕਰਨਾ, ਸਰਜਰੀ ਕਿਵੇਂ ਕਰਨੀ ਹੈ। ਸੋ ਉਹ ਪ੍ਰੈਕਟੀਕਲ ਕਰਦੇ ਨੇ, ਪ੍ਰੈਕਟੀਕਲ ਕਰਨ ਤੋਂ ਬਾਅਦ ਇੱਕ ਦਿਨ ਉਹ ਵੀ ਐਕਸਪਰਟ ਬਣ ਜਾਂਦੇ ਨੇ। ਇਸ ਤਰ੍ਹਾਂ ਦੁਨੀਆ ਦੇ ਵਿੱਚ ਕੋਈ IT ਦਾ ਗਾਈ ਹੈ, ਕੋਈ ਪ੍ਰੋਫੈਸਰ ਹੈ, ਕੋਈ ਲਾਇਰ ਹੈ, ਕੋਈ ਡਾਕਟਰ ਹੈ, ਉਹ ਬਾਹਰਲਾ ਗਿਆਨ ਉਹਨਾਂ ਨੂੰ, ਪਰ ਇਸੇ ਤਰ੍ਹਾਂ ਅੰਦਰਲਾ ਗਿਆਨ ਹੈ। ਅੰਦਰਲੇ ਗਿਆਨ ਲਈ ਅਸੀਂ ਮਿਹਨਤ ਨਹੀਂ ਕਰਦੇ। ਜੋ 2 ਮਿੰਟ ਵੀ ਬੈਠਦੇ ਅਸੀਂ ਘੜੀ ਦੇਖਦੇ ਹਾਂ, ਅੱਛਾ ਹਾਲੇ ਤਾਂ 2 ਮਿੰਟ ਹੀ ਹੋਏ ਨੇ, ਤਾਂ 50 ਮਿੰਟ ਹੀ, ਹਾਲੇ ਤਾਂ 10 ਮਿੰਟ ਹੋਰ ਪਏ ਨੇ। ਤੇ ਜੇ ਅਸੀਂ ਅਮਿਤਾਭ ਬੱਚਨ ਦੇ, ਤੇ ਉਹ ਜਿਹੜੀ ਤੁਹਾਡੀ ਦੂਸਰੀ ਮੂਵੀ ਆਈ ਸੀ ਇੱਥੇ, ਕਿਹੜੀ ਆ ਪਪੂਲਰ ਆਈ ਸੀ ਮੂਵੀ ਮੌਲਾ ਜੱਟ, ਉਹਨੂੰ ਦੇਖਣ ਲਈ ਆਪਾਂ 2 ਘੰਟੇ ਵੇਟ ਕਰਦੇ ਰਹੇ ਨੇ। ਦੇਖੋ ਡਾਕਟਰ ਰਵੀ, ਚੀਜ਼ਾਂ ਤੇ ਰੱਬ ਨੇ ਵੀ, ਤੁਹਾਡੇ ਵੀ ਆਪਣੇ ਕਿੰਨੀਆਂ ਚੀਜ਼ਾਂ ਹੋਣਗੀਆਂ ਕਨੈਕਟ। ਸਾਡੇ ਵੀ ਦੇਖੋ ਨਮਾਜ਼ ਹੈਗੀ ਹੈ, ਤੇ ਨਮਾਜ਼ ਐਸੀ ਦੁਨੀਆ ਦੇ ਬਾਕੀ ਕੰਮ ਸਾਰੇ ਛੱਡ ਕੇ ਤੁਸੀਂ ਕਨੈਕਟ ਕਰੋ, ਫੋਕਸ ਕਰੋ। ਦਿਨ 'ਚ 5 ਦਫਾ ਸਾਨੂੰ ਝੰਜੋੜ ਕੇ ਕਿ ਤੁਸੀਂ ਵਾਪਸ ਆਓ, ਹੈ ਨਾ, ਕਨੈਕਟ ਕਰੋ। ਅਸੀਂ ਫੇਰ ਕਿਤੇ ਦੁਨੀਆ 'ਚ ਕੰਮ 'ਚ ਲੱਗ ਜਾਂਦੇ ਨੇ, ਫੇਰ ਵਾਪਸ ਆਓ। ਤੇ ਤਰੀਕੇ ਤਾਂ ਬਹੁਤ ਸਾਰੇ ਨੇ ਆਪਣੇ ਆਪ ਨੂੰ ਫੋਕਸ ਕਰਨ ਦੇ, ਆਪਣੇ ਆਪ ਨੂੰ ਜਮਾ ਕਰਨ ਦੇ, ਪਰ ਇਸੇ ਤਰ੍ਹਾਂ ਰੋਜ਼ਾ ਵੀ ਹੈ ਨਾ ਕਿ ਆਪਣੇ ਆਪ ਨੂੰ ਪਿਓਰ ਕਰੋ। ਤੁਹਾਡੇ ਵੀ ਇਸੇ ਤਰ੍ਹਾਂ ਹੋਏਗਾ, ਹਰ ਰਿਲੀਜਨ ਵਿੱਚ ਹੈਗਾ, ਲੇਕਿਨ ਅਸੀਂ ਜਿਹੜੇ ਨੇ ਨਾ ਹੋਰ ਚੀਜ਼ਾਂ 'ਚ ਲੱਗ ਗਏ ਨੇ, ਦੁਨੀਆ 'ਚ ਲੱਗ ਗਏ ਨੇ। ਬਿਲਕੁਲ, ਇਸੇ ਕਰਕੇ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ, ਕਿਉਂਕਿ ਜਿਹੜੀ ਹੈਪੀਨੈਸ ਹੈ, ਤੁਸੀਂ ਦੇਖੋ ਵੀ ਹੈਪੀਨੈਸ ਆਊਗੀ ਕਿੱਥੋਂ? ਹੈਪੀਨੈਸ ਕਦੇ ਵੀ ਪਾਵਰ 'ਚ ਨਹੀਂ ਆਉਂਦੀ, ਕਦੇ ਪੈਸੇ 'ਚ ਨਹੀਂ ਆਉਂਦੀ, ਕਦੇ ਸੈਕਸ 'ਚ ਨਹੀਂ ਆਉਂਦੀ, ਬੱਚੇ ਜੰਮੀ ਜੋ ਮਰਜ਼ੀ ਕਰੀ ਚਲੋ। ਹੈਪੀਨੈਸ ਆਉਂਦੀ ਕਿੱਥੋਂ ਹੈ? ਜਦੋਂ ਤੁਸੀਂ ਮੈਡੀਟੇਸ਼ਨ ਕਰੋ, ਵੈਨ ਯੂ ਗੋ ਵਿਦਿਨ। ਹਾਂਜੀ, ਇਹੀ ਜੀਸਸ ਕ੍ਰਾਈਸਟ ਨੇ ਵੀ ਤਾਂ ਬਾਈਬਲ ਦੇ ਅੰਦਰ ਇਹੀ ਕਿਹਾ ਸੀ ਨਾ, ਵੀ ਪਛਤਾਪ ਕਰੋ, ਜਿਹੜਾ ਪੁਰਾਣੀਆਂ ਗਲਤੀਆਂ ਕਰ ਲਈਆਂ ਉਹਦੇ ਲਈ ਮਾਫੀ ਮੰਗੋ, ਤੇ ਇਹ ਵਾਅਦਾ ਕਰੋ ਮੈਂ ਅੱਗੇ ਤੋਂ ਨਹੀਂ ਕਰੂੰਗਾ। ਪਰ ਅਸੀਂ ਅੱਧੀ ਗੱਲ ਫੜ ਲਈ, ਅਸੀਂ ਮਾਫੀ ਤਾਂ ਮੰਗੀ ਹੈ, ਨਾਲੇ ਅਸੀਂ ਕਰੀ ਵੀ ਨੇ, ਹੈ ਨਾ, ਅਸੀਂ ਕਰੀ ਵੀ ਗਲਤੀ। ਰੱਬ ਵੀ ਹੱਸਦਾ ਵੀ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਨੇ, ਮਤਲਬ ਹਰ ਵਿੱਚ ਚ ਰੱਬ ਨੂੰ ਲਿਆਉਂਦੇ, ਅਸੀਂ ਕਰਨੀ ਅਸੀਂ ਖੁਦ ਹੈ। ਸੋ ਇਸੇ ਕਰਕੇ ਦੇਖੋ ਕਿੰਨੇ ਇੱਥੇ ਦੁਨੀਆ 'ਚ ਜ਼ੁਲਮ ਹੋ ਰਹੇ ਨੇ, ਸਭ ਕੁਝ ਹੋ ਰਹੇ ਨੇ, ਪਰ ਕੁਝ ਬੰਦੇ ਅੱਛੇ ਵੀ ਨੇ। ਦੇਖੋ ਇੱਕ ਪਾਸੇ ਅਸੀਂ ਦਾਨ ਵੀ ਦੇਈ ਜਾ ਰਹੇ ਹਾਂ, ਲੋਕਾਂ ਦੀ ਹੈਲਪ ਵੀ ਕਰਦੇ ਹਾਂ, ਰਮਜ਼ਾਨ ਦੇ ਮਹੀਨੇ ਕਰਦੇ ਹਾਂ, ਪਰ ਦੂਜੇ ਪਾਸੇ ਅਸੀਂ ਨਫ਼ਰਤ ਵੀ ਕਰੀ ਜਾਂਦੇ ਹਾਂ। ਹੁਣ ਰਮਜ਼ਾਨ ਦੇ ਮਹੀਨੇ ਸਾਰੇ ਬੰਦੇ ਪਾਕਿਸਤਾਨ ਦੇ ਵਿੱਚ ਰੋਜ਼ੇ ਰੱਖਦੇ ਹੋਣਗੇ, ਪਰ ਇਮਰਾਨ ਤੇ ਨਵਾਜ਼ ਸ਼ਰੀਫ ਨੂੰ ਇਕੱਠੇ ਨਹੀਂ ਬਿਠਾ ਸਕਦੇ। ਤੁਸੀਂ ਦੇਖੋ ਉੱਥੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ, ਹੈ ਨਾ, ਮਤਲਬ ਲੋਕੀ ਵੈਸੇ ਤੇ ਰੱਬ ਅੱਲਾ ਅੱਲਾ ਕਰਦੇ ਨੇ, ਪਰ ਦੂਸਰੇ ਬੰਦੇ ਨੂੰ ਕਿੰਨੀ ਮਹਿੰਗੀ ਚੀਜ਼ਾਂ ਕਿ ਅਫੋਰਡ ਹੀ ਨਹੀਂ ਕਰ ਸਕਦੇ। ਝੂਠ ਉੱਥੇ ਇੰਨਾ, ਮੈਂ ਮਤਲਬ ਬੜੀ ਪ੍ਰੋਬਲਮਸ ਹੈਗੀਆਂ ਨੇ, ਤੇ ਮਕਸਦ ਹੀ ਰਮਜ਼ਾਨ ਦਾ ਹੈ ਕਿ ਤੁਸੀਂ ਉਹਨਾਂ ਕਰੋ ਚੀਜ਼ਾਂ ਕਰਕੇ ਲੋਕਾਂ ਲਈ ਈਜ਼ੀ ਆਸਾਨੀਆਂ ਪੈਦਾ ਕਰੋ। ਅਸੀਂ ਬਸ ਮੰਨ ਲਿੱਤੀ ਹੈ ਕਿ ਅਸੀਂ ਕਰਨਾ ਹੀ ਨਹੀਂ ਕੋਈ ਕੰਮ, ਕਿਉਂਕਿ ਉਹਦੀ ਕਾਰਨ ਇਹ ਹੈ ਨਾ ਵੀ ਜਿਹੜਾ ਖੁਦਾ ਹੈ ਉਹਦਾ ਸਾਨੂੰ 2 ਸਾਲ ਦੇ ਬੱਚੇ ਜਿੰਨਾ ਡਰ ਵੀ ਨਹੀਂ ਹੈ। ਜੇ ਇੱਥੇ ਬੱਚਾ ਵੀ ਬੈਠਾ ਹੋਵੇ ਨਾ, ਅਸੀਂ ਥੋੜਾ ਸੋਚਦੇ ਹਾਂ ਵੀ ਚਲੋ ਤੁਸੀਂ ਤਾਂ ਵੱਡੇ ਹੋ, ਜੇ ਵੀ ਹੁਣ ਤੁਹਾਡੇ ਕੋਲ ਜੇ ਬੱਚਾ ਵੀ ਬੈਠਾ ਹੋਵੇ, ਮੈਂ ਤੁਹਾਡਾ ਸਪੀਕਰ ਜਾਂ ਨਹੀਂ ਚੱਕ ਕੇ ਲੈ ਜਾਂਦਾ, ਥੋੜੀ ਦਿਨ ਜੇਬ 'ਚ ਪਾਉਣਾ, 10 ਡਰ ਦਾ ਹੋਊਗਾ, ਤੇ ਵੀ ਕਿਉਂ ਬੱਚਾ ਦੇਖ ਰਿਹਾ। ਨਾਲੇ ਅਸੀਂ ਕਹਿੰਦੇ ਹਾਂ ਵੀ ਖੁਦਾ ਹਰ ਥਾਂ ਤੇ ਹੈ, ਹੀ ਇਜ਼ ਪ੍ਰੈਜ਼ੈਂਟ ਐਵਰੀਵੇਅਰ। ਫਿਰ ਵੀ ਅਸੀਂ ਉਹਦਾ ਡਰ 2 ਸਾਲ ਦੇ ਬੱਚੇ ਜੇ ਨਾਨੀ, ਫਿਰ ਵੀ ਦੇਖ ਲਓ ਜੀ ਕਿੰਨੀਆਂ ਪੁੱਠੀਆਂ ਸਿੱਧੀਆਂ ਚੋਰੀਆਂ ਠੱਗੀਆਂ ਬੇਈਮਾਨੀਆਂ ਕਰਦੇ ਆ, ਬਲੈਕ ਮਾਰਕੀਟ ਨਹੀਂ ਕਰਦੇ, ਹਾਲਾਂਕਿ ਪਤਾ ਕਿ ਕੁਝ ਨਹੀਂ ਹੋਣਾ, ਸਭ ਕੁਝ ਗਰੀਬ। ਆਪਾਂ ਇੱਕ ਪਾਸੇ ਕਹਿੰਦੇ ਰਮਜ਼ਾਨ ਦੀ 2.5 ਦਿਓ, ਲੋਕਾਂ ਦੀ ਹੈਲਪ ਕਰੋ, ਨੀਡੀ ਦੀ ਕਰੋ, ਦੂਜੇ ਪਾਸੇ ਨੀਡੀ ਜਿਹੜੇ ਬੰਦਿਆਂ ਦੀ ਲੋਕ ਉਹਨਾਂ ਨੂੰ ਬਲੈਕ, ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈ। ਉਹਨਾਂ ਤੇ ਅਬ ਤੁਸੀਂ ਦੇਖੋ ਕਿ ਚਲੋ ਠੀਕ ਹੈ, ਪਾਕਿਸਤਾਨ ਦੀ ਅਗਰ ਗੱਲ ਹੈ, ਹਰ ਤਰਫ ਧੋਖਾ, ਫਰੇਬ, ਝੂਠ, ਮਿਲਾਵਟ, ਜ਼ੁਲਮ, ਜਬਰ, ਮਤਲਬ ਐਵਰੀਥਿੰਗ। ਤੇ ਰੋਜ਼ਿਆਂ 'ਚ ਵੀ ਨਹੀਂ ਛੱਡਿਆ, ਤੇ ਫਿਰ ਕੀ ਫਾਇਦਾ ਰੋਜ਼ਿਆਂ ਦਾ? ਹਾਂਜੀ, ਸੋ ਇਸੇ ਕਰਕੇ ਕਹਿੰਦੇ ਨਾ ਵੀ ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ ਵੀ ਸੂਰਜ ਚੜ੍ਹਦਾ ਪਰਮਾਤਮਾ ਉਧਰ ਹੈ। ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ, ਮੁਸਲਮਾਨਾਂ ਦਾ ਲਹਿੰਦੇ, ਆਸ਼ਕਾਂ ਦਾ ਰੱਬ 4 ਚੁਫੇਰੇ, ਹੈਨਾ, ਕਹਿੰਦੇ ਨੇ ਨਾ ਚੜ੍ਹਦੇ ਨਾ ਲਹਿੰਦੇ। ਜਿਹੜੇ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ ਨੇ ਨਾ, ਉਹ ਫਿਰ ਇਹਨਾਂ ਵਹਿਮਾਂ ਭਰਮਾਂ 'ਚ ਨਹੀਂ ਪੈਂਦੇ।
ਵੀ ਕਿੱਥੇ ਹੈ। ਬਾਕੀ ਤਾਂ ਸਭ ਰਿਚੁਅਲਸ ਬਣਾਈਆਂ ਰਿਚੁਅਲਸ ਨੂੰ ਜੇ ਤੁਸੀਂ ਨਹੀਂ ਫਾਲੋ ਕਰੋਗੇ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ, ਤੁਹਾਨੂੰ ਬਾਈਕਾਟ ਕੀਤਾ ਜਾਂਦਾ ਹੈ। ਪਰ ਜਦੋਂ ਬੰਦਾ ਰਿਚੁਅਲ ਨੂੰ ਛੱਡ ਕੇ ਆਪਣੇ ਅੰਦਰ ਤਰੱਕੀ ਦਾ, ਉਹਨੂੰ ਤਾਂ ਹੀ ਕਹਿੰਦਾ ਵੀ ਕਮਲਾ ਬੇਵਕੂਫ ਹੈ। ਜਿਵੇਂ ਉਹਨੂੰ ਪੁੱਛਿਆ ਸੀ ਨਾ ਇੱਕ ਵਾਰੀ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਕ ਬੰਦੇ ਪੈਗੰਬਰ ਹੋਏ ਨੇ ਮੌਲਾਨਾ ਰੂਮ। ਅੱਛਾ, ਮੌਲਾਨਾ ਰੂਮੀ। ਹਾਂਜੀ। ਤੇ ਉਹ ਇੱਕ ਵਾਰ ਕਹਿੰਦੇ ਸੀਗੇ ਵੀ ਉਹਨਾਂ ਆਪਣੇ ਚੇਲਿਆਂ ਦੇ ਨਾਲ ਬੈਠੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਰੋਜ਼ੇ ਮਾਈਂਡ ਨਾ ਕਰਨਾ, ਮੈਂ ਤਾਂ ਉਹਨਾਂ ਦੀ ਗੱਲ ਦੱਸ ਰਿਹਾ ਹੈ ਨਾ। ਤੇ ਉਹਨਾਂ ਨੇ ਕਿਹਾ ਸੀ ਵੀ ਰੋਜ਼ਿਆਂ 'ਚ ਕੁਝ ਨਹੀਂ ਹੈ, ਤੁਸੀਂ ਇਬਾਦਤ ਕਰੋ, ਉਹੀ ਟਾਈਮ ਲਾਓ, ਇਬਾਦਤ ਸੱਚੀ ਕਰੋ ਤੇ ਫੇਰ ਕੁਝ ਖਾ ਪੀ ਲਓ। ਤੇ ਉਹਨਾਂ ਨੇ ਕਿਹਾ ਉਹਨਾਂ ਦੇ ਕੁਝ ਚੇਲੇ ਸੀ, ਉਹਨਾਂ ਨੇ ਗੱਲ ਮੰਨ ਲਈ। ਐਨੇ ਨੂੰ ਕੁਝ ਬੰਦੇ ਪੁਲਿਸ ਵਾਲੇ ਜਾ ਰਹੇ ਸੀ ਉਸ ਟਾਈਮ ਦੇ ਵਿੱਚ, ਜਿਹੜੇ ਕਿ ਮੁਸਲਿਮ ਸੀਗੇ ਖੁਦ ਵੀ। ਉਹਨਾਂ ਨੇ ਦੇਖਿਆ ਵੀ ਲੱਗਦੇ ਸਿਰ ਤੇ ਟੋਪੀ ਪਾਈ ਹੈ, ਬੇਰ ਖਾਈ ਜਾਂਦੇ ਨੇ। ਉਹਨਾਂ ਨੇ ਪੁੱਛਿਆ ਵੀ ਤੁਹਾਡਾ ਨਾਂ ਕੀ ਹੈ? ਉਹਨੇ ਕਿਸੇ ਨੇ ਕਹਿਤਾ ਵੀ ਇਮਰਾਨ ਖਾਨ ਹੈ, ਕਿਸੇ ਨੇ ਕਹਿਤਾ ਨਵਾਜ਼ ਸ਼ਰੀਫ ਹੈ। ਉਹਨਾਂ ਨੇ ਜੁੱਤੀ ਲਾ ਲਈ, ਕਹਿੰਦਾ ਤੁਹਾਨੂੰ ਪਤਾ ਨਹੀਂ ਮੁਤਾਦ ਰਮਜ਼ਾਨ ਦਾ ਮਹੀਨਾ ਚੱਲਦਾ, ਰੋਜ਼ੇ ਰੱਸੀਗੇ, ਤੁਸੀਂ ਰੁਖਾਈਆਂ ਨੇ। ਉਹ ਜੋ ਜੁੱਤੀਆਂ 4-5 ਪਈਆਂ ਤੇ ਉਹ ਚੁੱਪ ਕਰਕੇ ਖਾ ਕੇ, ਮਾੜੇ ਸੀਗੇ ਉਹ ਪੁਲਿਸ ਵਾਲੇ ਸੀਗੇ। ਤੇ ਉਹਨਾਂ ਨੇ ਦੇਖਿਆ ਕਿ ਅੰਦਰ ਬੈਠਾ ਵੀ ਉਹ ਵੀ ਕੁਝ ਖਾਈ ਜਾਂਦਾ। ਉਹ ਉਹਦੇ ਕੋਲੇ ਚਲੇ ਗਏ, ਉਹ ਰੂਮੀ ਸਾਹਿਬ ਕੋਲੇ। ਤੇ ਉਹਨੂੰ ਜਾ ਕੇ ਪੁੱਛਿਆ ਵੀ ਤੁਹਾਡਾ ਨਾਂ ਕੀ ਹੈ? ਉਹ ਕਹਿੰਦਾ ਨਾਂ ਪੁੱਛਿਆ, ਕਹਿੰਦਾ ਛੱਡ ਯਾਰ, ਇਹਦਾ ਕੰਮ ਲੈ, ਇਹਨੂੰ ਕੁਝ ਨਹੀਂ ਕਹਿਣਾ। ਉਹ ਚਲੇ ਗਏ। ਤੇ ਉਹਦੇ ਜਿਹੜੇ ਚੇਲੇ ਆਏ ਉਹਨੂੰ ਪੁੱਛਿਆ ਵੀ ਮਹਾਰਾਜ ਸਾਨੂੰ ਦੱਸੋ ਵੀ ਸਾਡੇ ਜੁੱਤੀਆਂ ਮਾਰ ਕੇ ਖਾਂਦੇ ਤੁਸੀਂ ਵੀ, ਤੁਹਾਨੂੰ ਕੁਝ ਨਹੀਂ ਕਿਹਾ। ਕਹਿੰਦਾ ਤੁਹਾਨੂੰ ਕੀ ਪੁੱਛਿਆ ਕੀ ਸੀ? ਕਹਿੰਦੇ ਸਾਨੂੰ ਪੁੱਛਿਆ ਤੁਹਾਡਾ ਨਾਂ ਕੀ ਹੈ? ਕਹਿੰਦਾ ਅਸੀਂ ਆਪਣਾ ਨਾਂ ਦੱਸਤਾ। ਕਹਿੰਦਾ ਤਾਂ ਹੀ ਤਾਂ ਫਸੇ, ਮੈਨੂੰ ਪੁੱਛਦੇ ਨੇ ਕੀ ਹੈ ਨਾਂ, ਮੈਂ ਦੱਸੇ ਕਰੀ ਗਿਆ। ਉਹ ਕਹਿੰਦੇ ਕਮਲਾ। ਜਿੰਨਾ ਚਿਰ ਤੱਕ ਅਸੀਂ ਕਮਲੇ ਨਹੀਂ ਨਾ ਬੰਦੇ ਉਹਦੇ ਦਰਬਾਰ ਦੇ ਵਿੱਚ, ਲੋਕ ਸਾਨੂੰ ਕਮਲਾ ਕਹਿੰਦੇ ਨੇ, ਪਰ ਉਹਦੀ ਨਿਗਾਹ ਉੱਥੇ ਉਹ ਬੜਾ ਸ਼ਹਿਨਸ਼ਾਹ ਬਣਿਆ ਹੁੰਦਾ। ਸੋ ਉਹਨਾਂ ਚਿਰ ਤੱਕ ਅਸੀਂ ਦੁਨੀਆ ਦੇ ਪਿੱਛੇ ਲੱਗੇ, ਜਿੰਨਾ ਚਿਰ ਸਾਡੀ ਦੁਨੀਆ ਨਾਲ ਅਟੈਚਮੈਂਟ ਹੈ ਤਾਂ ਹੀ ਸਾਨੂੰ ਪ੍ਰੋਬਲਮ ਆਉਂਦੀਆਂ ਨੇ। ਜਦੋਂ ਸਾਡੀ ਦੁਨੀਆ ਨਾਲ ਅਟੈਚਮੈਂਟ ਘਟ ਜਾਂਦੀ, ਅਸੀਂ ਉਹਦੇ ਨਾਲ ਲੱਗ ਜਾਂਦੇ। ਤੁਸੀਂ ਗੱਲ ਸਰਵਰ ਜੀ ਪ੍ਰੈਕਟੀਕਲ ਮੈਂ ਦੱਸ ਰਿਹਾ, ਮੈਂ ਦੱਸਣਾ ਤਾਂ ਨਹੀਂ ਚਾਹੁੰਦਾ ਸੀ। ਜਿਹਦੇ ਬੰਦੇ ਕੋਲ ਤਾਕਤ ਹੁੰਦੀ ਹੈ ਨਾ, ਤੁਸੀਂ ਤਲਵਾਰ ਲਿਆਓ ਮੇਰੇ ਤੇ ਕਰਕੇ ਦੇਖ ਲਓ ਹਮਲਾ, ਜੇ ਕੋਈ ਵੀ ਧਰਮ ਵਾਲਾ। ਜਿਹੜੇ ਬੰਦੇ ਅੰਦਰਲੀ ਤਾਕਤ ਬੈਠੀ ਹੈ ਨਾ, ਉਹਦੇ ਨਹੀਂ ਕੋਈ ਝਾਕ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਪਾਵਰ ਬਹੁਤ ਵੱਡੀ ਹੁੰਦੀ ਆ। ਉਹ ਦੇਖੋ ਸ਼ੋਅ ਨਹੀਂ ਕਰਦਾ। ਜਿਸ ਤਰ੍ਹਾਂ ਸੈਂਟ ਦੀ ਸ਼ੀਸ਼ੀ ਦੇ ਵਿੱਚ ਸੈਂਟ ਹੁੰਦਾ ਨਾ, ਬੰਦ ਰਹੇ ਤੇ ਉਹਦੀ ਖੁਸ਼ਬੂ ਆਉਂਦੀ ਵੀ ਰਹਿੰਦੀ ਹੈ। ਜੇ ਖੋਲ ਜਾਂਗੇ ਢੱਕਣ ਫੇਰ ਖਰਾਬ ਹੈ। ਜੇ ਹੁਣ ਇਹ ਦੱਸਣਾ ਸ਼ੁਰੂ ਕਰ ਦਈਏ ਨਾ ਵੀ ਮੇਰੇ ਕੋਲ ਆਹ ਪਾਵਰਾਂ ਉਹ ਪਾਵਰਾਂ ਨੇ। ਸੋ ਟਾਈਮ ਸਾਡਾ ਹੋ ਗਿਆ, ਦੇਖ ਲਓ, ਪਤਾ ਹੀ ਨਹੀਂ ਚੱਲਾ ਗੱਲਾਂ ਬਾतें ਕਰਦੇ ਹੋਏ। ਤੇ ਬਹੁਤ ਅੱਛਾ ਲੱਗਿਆ ਤੁਹਾਡਾ ਬਹੁਤ ਥੈਂਕਸ। ਆਮ ਰੀਅਲੀ ਪ੍ਰਾਊਡ ਆਫ ਯੂ। ਜਦੋਂ ਵੀ ਤੁਹਾਨੂੰ ਕਹਿੰਦੇ ਆ ਤੁਸੀਂ ਖਿੜੇ ਮੱਥੇ ਆ, ਤੁਸੀਂ ਵੀ ਤਾਂ ਪੂਰੇ ਪਹੁੰਚੇ ਵੇ ਸਨ ਤੋਂ ਕਦੇ ਰਿਫਿਊਜੀ ਸਦਾ ਹੀ ਹੱਸਦੇ ਰਹਿੰਦੇ ਨੇ, ਸਦਾ ਹੀ ਹੈਲਪ ਕਰਦੇ। ਇਹ ਵੀ ਗੱਲ ਨਹੀਂ ਬੰਦੇ ਦੀ ਨਹੀਂ ਜੀ, ਬਹੁਤ ਸਿੱਖਣ ਨੂੰ ਮਿਲਦਾ। ਤੁਹਾਡਾ ਪ੍ਰੋਗਰਾਮ ਹਮੇਸ਼ਾ ਬੜੇ ਸ਼ੌਕ ਨਾਲ ਸੁਣਦੇ, ਕਿਉਂਕਿ ਤੁਸੀਂ ਨੌਲੇਜ ਤੇ ਤੁਸੀਂ ਪੜ੍ਹਿਆ ਹੋਇਆ, ਤੁਹਾਡੇ ਕੋਲ ਪ੍ਰੋਪਰ ਨੌਲੇਜ ਹੈ ਨਾ, ਮਤਲਬ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਥੈਂਕਸ। ਥੈਂਕ ਯੂ। ਓਕੇ ਪਿਆਰੇ ਦਰਸ਼ਕੋ, ਅੱਜ ਤੇ ਪ੍ਰੋਗਰਾਮ ਆਪਾਂ ਸਮਾਪਤ ਕਰ ਰਹੇ। ਜੇ ਕੋਈ ਵੱਧ ਘਟ ਗਿਆ ਗਲਤੀ ਮਾਫ। ਸੋ ਨੈਕਸਟ ਵੀਕ ਆਪਾਂ ਰਿਕਾਰਡਡ ਪ੍ਰੋਗਰਾਮ ਸੁਣਾਂਗੇ। ਥੈਂਕ ਯੂ।